आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ ਦੇ ਵਿੱਚ मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਹੁਣ ਤੱਕ ਦੀਆਂ ਲੇਟੈਸਟ ਨਿਊਜ਼ ਦੇ ਉੱਤੇ ਚਰਚਾ ਕਰਾਂਗੇ ਨਾਲ ਤੁਹਾਡੇ ਵੀ ਵਿਚਾਰ ਜਾਣਾਂਗੇ ਕਿਸੇ ਖਬਰ ਉੱਤੇ ਤੁਸੀਂ ਆਪਣੀ ਰਾਏ ਰੱਖਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਕੋਲ ਕੋਈ ਅਜਿਹੀ ਜਾਣਕਾਰੀ ਹੈ ਅਜਿਹੀ ਖਬਰ ਹੈ जो तुसी साडे दर्शकों के नाल साझी करना चाहते हो सानू हेठ लिखे नंबर्स के उत्ते लाइव प्रोग्राम विच कॉल कर सकते हो तुहाडी कॉल्स दा सानू इंतजार रहेगा प्रोग्राम की शुरुआत विच हमेशा की तरह जोड़ लैने जी मेरे सहयोगी मलकित नाचिनो तरन मेरे वालों तुहानू सारे दर्शकों नू सत्कार भरी सत श्री अकाल जी आदाब नमस्कार। जो बात कहते डरते हैं सब तो वो बात लिख, जो बात कहते डरते हैं सब तो वह बात लिख, इतनी अंधेरी थी न कभी पहले रात लिख, जिसने कसीदे लिखे थे वह फेंक दे कलम, फिर खूने दिल से सच्चे कलम की सिफात लिख, जो रोजनामों में कहीं पाती नहीं जगह, जो रोज हर जगह की है वह वारदात लिख, जितने भी तंग दायरे हैं सारे तोड़ दे, आ अब खुली फिजाओं में अब कायनात लिख, जो वाकयात हो गए उनका तो जिक्र है, जो वाकयात हो गए उनका तो जिक्र है, लेकिन जो होने चाहिए वह वाकयात लिख, इस बाग में जो देखनी है तुझको फिर बहार, तू डाल डाल से सदा तू पात पात लिख, जो बात कहते डरते हैं सब तो वह बात लिख। बहुत खूब सर ये मैंने कुछ लाइन्स ਜਿਹੜੀਆਂ ਨੇ ਜਰਨਲਿਜ਼ਮ ਨਾਲ ਟੁਕਦੀਆਂ ਲੱਗੀਆਂ ਮੈਨੂੰ बहुत खूब। बिल्कुल जी ये अपने बहुत तकड़े राइटर ने जी जावेद अख्तर साहब उन्होंने ਦੀਆਂ ਲਾਈਨਾਂ ਨੇ ਜੀ ਬਹੁਤ ਖੂਬਸੂਰਤ ਲਿਖਦੇ ਨੇ ਜੀ ਬੜੀਆਂ ਸੋਹਣੀਆਂ ਕਵਿਤਾਵਾਂ ਨੇ ਵੇਲੇ ਵੇਲੇ ਦੇ ਨਾਲ ਆਪਾਂ ਉਹਨਾਂ ਦੀਆਂ ਕਵਿਤਾਵਾਂ ਵੀ ਸ਼ੇਅਰ ਕਰਾਂਗੇ ਜੀ। ਬਿਲਕੁਲ ਜੀ ਅਸੀਂ ਦੇਖ ਰਹੇ ਹਾਂ ਸਰ ਅੱਜ ਕੱਲ ਨਵੀਂ ਤੁਸੀਂ ਸ਼ੇਰੋ ਸ਼ਾਇਰੀ ਲੈ ਕੇ ਆ ਰਹੇ ਹੋ ਤੇ ਮਾਹੌਲ ਦੇ ਅਕੋਰਡਿੰਗ ਟੁਕਵੀਂ ਜਿਹੜੀ ਸ਼ੇਰੋ ਸ਼ਾਇਰੀ ਤੁਹਾਡੀ ਹੁੰਦੀ ਆ ਇਹਦੇ ਉੱਤੇ ਵੀ ਵਾਵਾ ਤੁਸੀਂ ਸਰਚ ਮਾਰਦੇ ਹੋ ਤਰਨ ਫਿਰ ਕੋਸ਼ਿਸ਼ ਹੁੰਦੀ ਹੈ ਵੀ ਕੋਈ ਚੰਗੀ ਗੱਲ ਆਵੇ ਮੌਕੇ ਦੇ ਮੁਤਾਬਕ ਆਵੇ ਤਾਂ ਚੰਗੀ ਹੁੰਦੀ ਹੈ ਕਿਤੇ ਕਿਤੇ ਰੋਮਾਂਟਿਕ ਵੀ ਲੈ ਆਈਦੀ ਹੈ ਅਸੀਂ ਨਹੀਂ ਆਪਣੇ ਦਰਸ਼ਕ ਬਹੁਤ ਐਸੇ ਨੇ ਜਿਹੜੇ ਉਹ ਵੀ ਲਾਈਕ ਕਰਦੇ ਨੇ ਅੱਜ ਕੱਲ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਹੈਗੇ ਨੇ ਜੋ ਕੁਝ ਹੋ ਰਿਹਾ ਬਾਕੀ ਦੁਨੀਆ 'ਚ ਹੋ ਰਿਹਾ ਬੜੀ ਢੁਕਦੀ ਇਹ ਸ਼ਾਇਰੀ ਹੈਗੀ ਹੈ ਜੀ ਔਰ ਆਪਾਂ ਤੋਂ ਵੀ ਬੋਲਣੀ ਵੀ ਨਹੀਂ ਆਉਂਦੀ ਜੇ ਕਿਤੇ ਤੁਸੀਂ ਜਾਵੇਦ ਅਖਤਰ ਸਾਹਿਬ ਦੀ ਜ਼ੁਬਾਨੋਂ ਸੁਣੋਗੇ ਜੀ ਤਾਂ ਬਹੁਤ ਖੂਬਸੂਰਤੀ ਨਾਲ ਇਸ ਉਹਨਾਂ ਨੇ ਕਵਿਤਾ ਨੂੰ ਪੜ੍ਹਿਆ ਜੀ। ਸਰ ਤੁਸੀਂ ਵੈਸੇ ਕਦੇ ਕੋਈ ਮੁਸ਼ਾਇਰਾ ਅਟੈਂਡ ਕੀਤਾ? हाँ जी ਕਿਵੇਂ ਦਾ ਲੱਗਿਆ ਉਹਦਾ ਐਕਸਪੀਰੀਅੰਸ? ਬਹੁਤ ਵਧੀਆ ਜੀ। ਜਿਹੜਾ ਮੁਸ਼ਾਇਰਾ ਨਾ ਤੁਹਾਡੇ ਇੱਕ ਤਾਂ ਪੇਸ਼ੈਂਸ ਚਾਹੀਦੀ ਆ ਮੋਸਟਲੀ ਜਿਹੜੇ ਮੁਸ਼ਾਇਰੇ ਹੁੰਦੇ ਲੰਬੇ ਬਹੁਤ ਹੁੰਦੇ ਆ ਕਿਉਂਕਿ ਜਿਹੜਾ ਹਰ ਕਵੀ ਆ ਕਈ ਕਵੀ ਆਉਣਗੇ ਉਹਦੇ ਉੱਤੇ ਹਰੇਕ ਕਵੀ ਨੂੰ 10 ਤੋਂ 15 ਮਿੰਟ ਜ਼ਰੂਰ ਚਾਹੀਦੇ ਹੁੰਦੇ ਆ ਕਿ ਕੋਈ ਜਿਹੜੀ ਪਰ ਤੁਹਾਨੂੰ ਹਾਜ਼ਮਾ ਚਾਹੀਦਾ ਤੁਸੀਂ ਇੰਜੋਏ ਜ਼ਰੂਰ ਕਰਦੇ ਹੋ ਜੀ। ਮੈਂ ਐਕਚੁਅਲੀ ਛੋਟੇ ਹੁੰਦੇ ਨੇ ਮੈਂ ਬਹੁਤ ਛੋਟਾ ਸੀਗਾ ਮੈਂ ਸ਼ਿਵ ਕੁਮਾਰ ਨੂੰ ਵੀ ਸੁਣਿਆ ਜੀ ਉਸ ਵੇਲੇ। ਹਾਂਜੀ क्या बात है सर लकी हो तुसी जो तुहानू चांस मिले उन्होंने सुनन दा ते सर खबरां दी शुरुआत आपां करदे हां इस वारी खबरां दी शुरुआत अजिही खबर तो जिहदे बारे विच सुनिया जांदा सी कि सच है या नहीं है पर अज जो खबर तुहाडे सामने लैके आ रही हां कैनेडा दे विच गुरु घरां दे नाम दे उत्ते नकली इमीग्रेशन दा जो खबर प्रकाशित हुई है कैनेडा दे एक मेन स्ट्रीम मीडिया दे उत्ते नैशनल पोस्ट न्यूज़ दे उत्ते यह खबर सामने आई है। सर खबर दे बारे विच पहलां तां जानकारी सांझी करिए। ਤਰਨ ਜਿਹੜੀਆਂ ਗੱਲਾਂ ਆਮ ਪਹਿਲਾਂ ਹੁੰਦੀਆਂ ਸੀਗੀਆਂ ਅਸੀਂ ਜਿਹੜੇ ਐਸਟੈਬਲਿਸ਼ਡ ਗੁਰੂ ਘਰ ਐਸਟੈਬਲਿਸ਼ਡ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜੀ ਉਹਨਾਂ ਦੇ ਬਾਰੇ ਬਹੁਤਾਂ ਨਹੀਂ ਇਹ ਗੱਲ ਕਰ ਰਹੇ ਜੀ ਕਈ ਐਸੀਆਂ ਸੰਸਥਾਵਾਂ ਨੇ ਜਿਹੜੇ ਬੋਗਸ ਨਾਂ ਦੇ ਉੱਤੇ ਅਜਿਹੀਆਂ ਥਾਵਾਂ ਖੋਲੀਆਂ ਗਈਆਂ ਨੇ ਰਜਿਸਟਰ ਕਰਾਈਆਂ ਗਈਆਂ ਨੇ ਔਰ ਇਹਦੇ 'ਚ ਜਿਹੜਾ ਇਹ ਖਬਰ ਹੈਗੀ ਇਹ 'ਚ ਵੱਡਾ ਜ਼ਿਕਰ ਆਇਆ ਜੀ ਫੋਰਟ ਈਰੀ ਦੇ ਵਿੱਚ ਉੱਥੇ ਇੱਕ ਗੁਰੂ ਘਰ ਰਜਿਸਟਰ ਕਰਵਾਇਆ ਗਿਆ ਜੀ ਔਰ ਉਹ ਪਹਿਲਾਂ ਹੈ ਜਿੱਥੇ ਬਣਿਆ ਉੱਥੇ ਇੱਕ ਥਾਂ ਤੇ ਤਾਂ ਸੀਗਾ ਜੀ ਉਹ ਰੂਰਲ ਪ੍ਰੋਪਰਟੀ ਸੀਗੀ ਉਹਦੇ 'ਚ ਬਣ ਹੀ ਨਹੀਂ ਸਕਦਾ। ਇੱਕ ਜਗ੍ਹਾ ਦੇ ਉੱਤੇ ਹੈ ਜੀ ਉਹ ਮੋਟਲ ਹੈ ਰਜਿਸਟਰ ਹੋਇਆ ਹੈ ਔਰ ਉਹ ਮੋਟਲ ਇਸ ਵੇਲੇ ਬੰਦ ਪਿਆ ਜੀ ਉਹ ਢਹਿਣ ਦੇ ਕਿਨਾਰੇ ਆਇਆ ਹੈ ਉੱਥੇ ਬਹੁਤ ਚੋਚਾ ਘਾਹ ਵੀਡਸ ਉੱਗੇ ਹੋਏ ਨੇ ਤੇ ਜੇ ਤੁਸੀਂ ਉਹਦੇ ਬਾਰੇ ਸਰਚ ਕਰੋਗੇ ਜੀ ਸਰਚ ਦੀ ਉਹਦੀ ਫਿਰ ਮੇਰੇ ਕੋਲ ਫੇਸਬੁੱਕ ਵੀ ਹੈਗੀ ਆ ਔਰ ਫੇਸਬੁੱਕ ਤੇ ਉੱਤੇ ਕਮੈਂਟਸ ਬੜੇ ਵਧੀਆ ਪਾਏ ਹੋਏ ਨੇ ਵੀ ਇੱਥੇ ਬਹੁਤ ਵਧੀਆ ਫੂਡ ਮਿਲਦਾ ਬੜੀ ਸ਼ਾਂਤੀ ਆ ਅਜਿਹਾ ਕੁਛ ਹੈਗਾ ਜੀ ਇਕੱਲਾ ਇੱਕ ਨਹੀਂ ਹੈ ਜੀ
ਇਹੋ ਜਿਹੇ ਸੈਂਕੜੇ ਹੋਣਗੇ। ਜੇ ਤੁਹਾਨੂੰ ਕਿਸੇ ਬਾਰੇ ਪਤਾ ਹੈ ਕਿ ਅਸੀਂ ਬਿਨਾਂ ਨਾਂ ਲੈਣ ਤੋਂ ਪਲੀਜ਼ ਤੁਸੀਂ ਸਾਡੇ ਨਾਲ ਅਜਿਹੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ। ਤੁਸੀਂ ਕੀ ਕਹਿਣਾ ਚਾਹੋਗੇ ਤਰਨ? ਸਰ, ਇਮੀਗ੍ਰੇਸ਼ਨ ਦੇ ਨਾਮ ਤੇ ਜਦੋਂ ਧੋਖਾਧੜੀ ਦੇ ਮਾਮਲੇ ਆਉਂਦੇ ਨੇ ਤਾਂ ਮਤਲਬ ਜਦੋਂ ਕੋਈ ਇਨਸਾਨ ਆ ਨਾ, ਉਹ ਆਪਣੀ ਕੈਨੇਡਾ ਦੀ ਗੱਲ ਕਰੀਏ, ਖਾਸ ਤੌਰ ਤੇ ਪੰਜਾਬੀਆਂ ਦਾ ਡ੍ਰੀਮ ਡੈਸਟੀਨੇਸ਼ਨ ਹੈ, ਸੋ ਕੋਸ਼ਿਸ਼ ਕਰਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਪਹੁੰਚਿਆ ਜਾਵੇ। ਸਮਟਾਈਮਸ ਉਹ ਜਿਹੜੀ ਜਗ੍ਹਾ ਤੋਂ ਉਹਨਾਂ ਨੂੰ ਕੰਮ ਦੇ ਨਾਮ ਤੇ ਕਈ ਵਾਰੀ ਧੋਖਾ ਮਿਲਦਾ ਹੈ, ਕਈ ਵਾਰੀ ਕਿਸੇ ਨਾਮ ਤੇ ਧੋਖਾ ਹੁੰਦਾ, ਕਈ ਵਾਰੀ ਤਾਂ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ, ਕਈ ਵਾਰੀ ਜਾਣਬੁੱਝ ਕੇ ਇਹੋ ਜਿਹੇ ਕੇਸਿਸ ਜਿਹੜੇ ਆ ਉਹ ਪੈਦਾ ਕੀਤੇ ਜਾਂਦੇ ਨੇ, ਅਜਿਹੇ ਜਾਅਲੀ ਤਰੀਕੇ ਦੇ ਨਾਲ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹੋ ਜਿਹੇ ਤਰੀਕਿਆਂ ਦਾ ਕੋਈ ਅੰਜਾਮ ਵੀ ਛੇਤੀ ਕੋਈ ਚੰਗਾ ਨਹੀਂ ਹੁੰਦਾ ਹੈਗਾ। ਤਰਨ ਜਿਹੜੇ ਫੋਰਟ ਏਰੀਆ ਦੀ ਆਪਾਂ ਗੱਲ ਕਰਦੇ ਹਾਂ ਜੀ, ਇਹ ਇਨਕੋਰਪੋਰੇਟ ਹੋਇਆ ਸੀਗਾ ਜੀ ਨਾਨ ਪ੍ਰੋਫਿਟ ਦੇ ਤੌਰ ਤੇ 2019 ਦੇ ਵਿੱਚ, ਤੇ ਰਿਲੀਜੀਅਸ ਚੈਰਿਟੀ ਸਟੇਟਸ ਇਹਨੂੰ ਫਰਵਰੀ ਦੇ ਵਿੱਚ ਐਸੇ ਸਾਲ ਹੋਏ ਮਿਲਿਆ ਹੈਗਾ ਜੀ। ਔਰ ਜੋ ਗੱਲਾਂ ਸੁਣ ਰਹੇ ਜੀ, ਅਸੀਂ ਉਹਨਾਂ ਦੇ ਨਾਂ ਨਹੀਂ ਲੈਣੇ ਚਾਹਾਂਗੇ। ਇਟਸ ਨੈਸ਼ਨਲ ਪੋਸਟ, ਜੇ ਤੁਸੀਂ ਦੇਖਣਾ ਚਾਹੁੰਦੇ ਦੇਖ ਸਕਦੇ ਹੋ, ਬੜੀ ਇਹ ਆਰਟੀਕਲ ਆਇਆ ਜੀ। ਉਸ ਤੋਂ ਪਹਿਲਾਂ ਹੋਰ ਪੇਪਰਸ ਦੇ ਵਿੱਚ ਵੀ ਇਹ ਮੇਨ ਸਟ੍ਰੀਮ ਦੇ ਵਿੱਚ ਇਹ ਆਰਟੀਕਲ ਛਪਿਆ ਜੀ। ਉਹਦੇ ਵਿੱਚ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਜੀ, ਉਹਨਾਂ ਦੇ ਬਾਰੇ ਇਹ ਗੱਲ ਕਹੀ ਗਈ ਹੈ ਕਿ ਉਹ ਸ਼ਾਇਦ ਰੀਅਲ ਸਟੇਟ ਵਿੱਚ ਵੀ ਸੀਗੇ ਜੀ, ਜਾਂ ਹੈਗੇ ਨੇ ਉਹ, ਔਰ ਉਹਨਾਂ ਨੇ ਉਸ ਗੁਰੂ ਘਰ ਦੇ ਨਾਂ ਦੇ ਉੱਤੇ ਐਟਲੀਸਟ 3 ਬੰਦੇ ਜ਼ਰੂਰ ਮੰਗਾਏ ਨੇ ਜੀ ਉੱਥੋਂ। ਔਰ ਜਿਹੜੇ ਉੱਥੇ ਮੰਗਾਏ ਨੇ ਉੱਥੇ ਹੈ ਵੀ ਕੁਛ ਹੈ ਨਹੀਂਗਾ। ਔਰ ਫੋਰਟ ਏਰੀਆ ਦੇ ਵਿੱਚ ਜਦੋਂ ਇਹ ਆਰਟੀਕਲ ਛਪਿਆ ਜੀ, ਉਸ ਵੇਲੇ 6 ਪੰਜਾਬੀ ਪਰਿਵਾਰ ਸੀਗੇ। 6 ਪੰਜਾਬੀ ਬੋਲਦੇ ਪਰਿਵਾਰ ਸੀ। ਉਹ ਜ਼ਰੂਰੀ ਨਹੀਂ ਹੈ ਕਿ ਸਾਰੇ ਸਿੱਖ ਪਰਿਵਾਰ ਸੀ, ਕਿ ਉਹ 'ਚ ਸਿੱਖ, ਹਿੰਦੂ, ਮੁਸਲਿਮ ਸਾਰੇ ਉਹ 'ਚ ਆਉਂਦੇ ਨੇ ਜੀ। ਉਹਨਾਂ ਦੇ ਪਿੱਛੇ ਗੁਰੂ ਘਰ ਬਣਾਇਆ ਗਿਆ ਜੀ, ਰਜਿਸਟਰ ਕਰਾਇਆ ਗਿਆ ਜੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕਿ ਇੱਥੇ ਤਾਂ ਆਪਣੀ ਇੱਥੇ ਤੁਹਾਡੀ ਕਮਿਊਨਿਟੀ ਹੈ ਨਹੀਂ, ਇੱਥੇ ਕਿਹੜੀ, ਉਹ ਕਹਿੰਦੇ ਜੀ ਸਾਡਾ ਜਿਹੜਾ ਗੁਰੂ ਘਰ, ਜਵਾਬ ਬੜਾ ਵਧੀਆ, ਸਾਡਾ ਗੁਰੂ ਘਰ ਸਾਰਿਆਂ ਵਾਸਤੇ ਖੁੱਲਾ ਜੀ, ਹਿੰਦੂ, ਮੁਸਲਿਮ, ਕ੍ਰਿਸਚੀਅਨ, ਗੋਰੇ, ਕਾਲੇ, ਸਭ ਸਾਰਿਆਂ ਵਾਸਤੇ ਖੁੱਲਾ। ਸੋ ਅਸੀਂ ਇਸ ਵਾਸਤੇ ਇਹ ਗੁਰੂ ਘਰ ਬਣਾਇਆ ਜਾਣੀ ਦੀ। ਮੋਸਟਲੀ ਸਾਡੇ ਗੁਰੂ ਘਰ ਉਸ ਜਗ੍ਹਾ ਤੇ ਨੇ ਜਿੱਥੇ ਸਾਡੀ ਬਹੁਤ ਆਬਾਦੀ ਹੈਗੀ, ਔਰ ਉੱਥੇ ਲੋਕ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਔਰ ਜਿਹੜੇ 3 ਬੰਦੇ ਆਏ ਨੇ ਜੀ, ਉਹ 3 ਬੰਦੇ ਗਏ ਕਿੱਥੇ ਨੇ? ਉਹ 3 ਬੰਦਿਆਂ ਦੇ ਬਾਰੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਉਹ ਇਹ ਕਹੀ ਹੈ ਕਿ ਬਰੈਂਪਟਨ ਦੇ ਇੱਕ ਗੁਰੂ ਘਰ ਦੇ ਵਿੱਚ ਆਏ ਨੇ ਜੀ। ਉਹ ਬਰੈਂਪਟਨ ਗੁਰੂ ਘਰ 'ਚ ਉਹ ਪੁੱਛਿਆ ਗਿਆ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਉਹ ਆਏ ਨਹੀਂ ਹੈ। ਸੋ ਇਟ ਮੀਨਸ ਉਹ ਬੰਦੇ ਇੱਥੇ ਕਿਤੇ ਲਾਪਤਾ ਹੋ ਗਏ ਨੇ, ਕਿਤੇ ਗਾਇਬ ਹੋ ਗਏ ਨੇ। ਸੋ ਧਰਮ ਦੇ ਨਾਂ ਤੇ ਸਾਰੀ ਦੁਨੀਆ ਦੇ ਵਿੱਚ ਸਾਰੇ ਧਰਮ ਹੋਈ, ਮੈਂ ਉਹ ਕਹਾਂਗਾ ਜੀ, ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਹੁੰਦੀਆਂ ਨੇ। ਪਰ ਜਦੋਂ ਸਾਡੀ ਇੱਥੋਂ ਦੀ ਸਰਕਾਰ ਸਾਨੂੰ ਸਾਡੀ ਧਾਰਮਿਕ ਆਜ਼ਾਦੀ ਦੇ ਰਹੀ ਹੈ, ਉਹਦੇ ਪਿੱਛੇ ਜੋ ਕੁਝ ਸਾਡੇ ਕੋਲੇ ਇੱਥੋਂ ਦੇ ਇਨਫ ਹੈ ਨਹੀਂ ਕਿ ਲੋਕ ਜਿਨ੍ਹਾਂ ਨੇ ਪ੍ਰਚਾਰ ਕਰਨਾ, ਰਾਗੀ ਸਿੰਘ ਹੈ ਨਹੀਂਗੇ, ਉਹਨਾਂ ਵਾਸਤੇ ਇੱਥੋਂ ਦੀ ਸਰਕਾਰ ਨੇ ਸਾਨੂੰ ਇਜਾਜ਼ਤ ਦਿੱਤੀ ਹੋਈ ਹੈ ਵੀ ਅਸੀਂ ਪਿੱਛੋਂ ਪ੍ਰਚਾਰਕ ਬੁਲਾ ਸਕਦੇ ਹਾਂ। ਜਿਹੜੇ ਜਾਇਜ਼ ਨੇ ਉਹਨਾਂ ਦੇ ਉੱਤੇ ਵੀ ਹੁਣ ਸ਼ਿਕੰਜਾ ਕੱਸਿਆ ਜਾਏਗਾ। ਅਜਿਹੇ ਲੋਕਾਂ ਨੇ ਆਪਦੇ ਸੌੜੇ ਮੰਤਵ ਪੂਰੇ ਕਰਨ ਵਾਸਤੇ ਜੀ ਅਜਿਹੀਆਂ ਗੱਲਾਂ ਸ਼ੁਰੂ ਹੋ ਰਹੀਆਂ ਨੇ। ਬਿਲਕੁਲ ਸਰ, ਅਸੀਂ ਇਹਨਾਂ ਨੂੰ ਤਰੀਕੇ ਦੱਸ ਰਹੇ ਹਾਂ ਕਿ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਠੱਗੀ ਮਾਰ ਕੇ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਪੈਰ ਰੱਖਿਆ ਜਾ ਸਕਦਾ, ਤੇ ਇਹਨਾਂ ਨੂੰ ਹੋਰ ਜ਼ਿਆਦਾ ਅਸੀਂ ਸਾਵਧਾਨ ਕਰ ਰਹੇ ਹਾਂ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਕੇਸਾਂ ਦੇ ਕਰਕੇ ਜਿਹੜੇ ਜੈਨੂਇਨ ਕੇਸ ਨੇ ਉਹ ਵੀ ਖਰਾਬ ਹੋਣਗੇ। ਕਈ ਵਾਰੀ ਸਮੇਂ-ਸਮੇਂ ਤੇ ਆਪਾਂ ਵੀ ਅਜਿਹੀਆਂ ਖਬਰਾਂ ਪੜ੍ਹੀਆਂ ਨੇ ਕਿ ਰਾਗੀ ਸਿੰਘਾਂ ਨੂੰ ਬੁਲਾਇਆ ਗਿਆ ਸੀ ਕੀਰਤਨ ਕਰਨ ਲਈ, ਪਰ ਉੱਥੋਂ ਦੀ ਗੁਰਦੁਆਰਾ ਸਾਹਿਬ ਤੋਂ ਹੀ ਉਹ ਰਾਤੋਂ ਰਾਤ ਗਾਇਬ ਹੋ ਜਾਂਦੇ ਨੇ, ਜਿਹਦੇ ਵਿੱਚ ਬਾਅਦ ਵਿੱਚ ਗੁਰਦੁਆਰਾ ਸਾਹਿਬ ਭਾਵੇਂ ਕਿ ਸਹੀ ਤਰੀਕੇ ਨਾਲ ਬੁਲਾਉਂਦੇ ਨੇ, ਪਰ ਅਗਲੇ ਬੰਦੇ ਦੀ ਮਨਸ਼ਾ ਦਾ ਨਹੀਂ ਪਤਾ ਹੁੰਦਾ ਕਿ ਕਿਸ ਮਨਸ਼ਾ ਦੇ ਨਾਲ ਉਹ ਕੈਨੇਡਾ ਦੀ ਧਰਤੀ ਉੱਤੇ ਪੈਰ ਰੱਖ ਰਹੇ ਨੇ, ਜਿਹਦੇ ਕਰਕੇ ਬਾਕੀ ਜੱਥੇ ਵੀ ਜਿਹੜੇ ਉਹ ਬਦਨਾਮ ਹੁੰਦੇ ਨੇ। ਤੇ ਜਦੋਂ ਐਵੇਂ ਦੇ ਮੁੜ ਕੇ ਕੇਸਿਸ ਹੋਣੇ ਸ਼ੁਰੂ ਹੋ ਜਾਂਦੇ ਨੇ, ਬਾਕੀਆਂ ਦਾ ਵੀ ਵੀਜ਼ਾ ਲੱਗਣਾ ਔਖਾ ਹੋ ਜਾਂਦਾ। ਲੋਅਰ ਮੇਨਲੈਂਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੀ ਇੱਕ ਜਿਹੜਾ ਉੱਥੋਂ ਬੰਦਾ ਆਇਆ ਜੀ, ਉਹਨੇ ਕਿਹਾ ਵੀ ਮੈਨੂੰ $29,000 ਦੇਣਾ ਪਿਆ। ਉਹ ਨਹੀਂ ਗੁਰੂ ਘਰ ਹੈ ਜੀ, ਗੁਰੂ ਘਰ ਐਗਜ਼ਿਸਟ ਜੀ ਕਰਦਾ। $29,000 ਉਹਨੂੰ ਦੇਣੇ ਪਏ ਜੀ। ਔਰ ਉਹ ਇਸ ਵੇਲੇ ਬਹੁਤ ਹੈਂਡ ਟੂ ਮਾਊਥ ਬੰਦਾ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈਗਾ। ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ, ਅਜਿਹੀਆਂ ਗੱਲਾਂ ਆਉਂਦੀਆਂ ਨੇ, ਤਾਂ ਅਸੀਂ ਜ਼ਰੂਰ, ਕਿਉਂਕਿ ਆਪਣੇ ਜਿਹੜੇ ਇੱਥੇ ਮੇਨ ਜਿਹੜੇ ਗੁਰੂ ਘਰ ਹੈਗੇ ਨੇ ਬੜੀ ਮਿਹਨਤ ਕਰਦੇ ਨੇ, ਉੱਥੇ ਬੜੇ ਆਲੀਸ਼ਾਨ ਗੁਰੂ ਘਰ ਇੱਥੇ ਅਸੀਂ ਐਸਟੈਬਲਿਸ਼ ਨੇ। ਜੇ ਅਸੀਂ ਜਿਹੜੇ ਸਾਡੇ ਤੋਂ ਬਾਹਰ ਇੱਥੋਂ ਦੇ ਬਾਹਰੋਂ ਦੇਖ ਰਹੇ ਆ ਜੀ, ਉਹਨਾਂ ਬਾਰੇ ਦੱਸਦੇ ਹਾਂ। ਸਾਡੇ ਬਰੈਂਪਟਨ, ਸਾਡੇ ਟੋਰਾਂਟੋ ਦੇ ਏਰੀਆ ਦੇ ਵਿੱਚ ਬਹੁਤ ਆਲੀਸ਼ਾਨ ਗੁਰੂ ਘਰ ਬਣੇ ਹੋਏ ਨੇ ਜੀ। ਔਰ ਉਹ ਇੰਨਿਆਂ ਦੀ ਜ਼ਰੂਰ ਅਜੇ ਵੀ ਪੂਰੀ ਨਹੀਂ ਹੋ ਰਹੀ, ਕਿਉਂਕਿ ਸਾਡੇ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਵਿਆਹ ਸ਼ਾਦੀਆਂ ਵੇਲੇ ਕਈ ਵਾਰੀ ਸਾਰੀਆਂ ਥਾਵਾਂ ਇਨਫ ਨਹੀਂ ਹੁੰਦੀਆਂ। ਮੇਨ ਸਟ੍ਰੀਮ ਗੁਰੂ ਘਰ ਬਹੁਤ ਨੇ ਜੀ, ਪਰ ਜਿਹੜੇ ਅਜਿਹੇ ਗੁਰੂ ਘਰ ਨੇ ਜੀ, ਤਰਨ ਸ਼ਾਇਦ ਤੁਸੀਂ ਹੈਰਾਨ ਹੋਵੋਗੇ ਜੋ ਨੰਬਰ ਕਹਿ ਰਹੇ ਨੇ ਜੀ, ਉਹ ਕਈ ਤਾਂ ਹਜ਼ਾਰਾਂ 'ਚ ਕਹਿ ਰਹੇ ਨੇ, ਵੈਸੇ ਸੈਂਕੜਿਆਂ 'ਚ ਜ਼ਰੂਰ ਨੇ ਜੀ ਜਿਹੜੇ ਅਜਿਹੇ ਲੋਕਾਂ ਨੇ ਫੋਨੀ ਰਜਿਸਟਰ ਕਰਵਾਏ ਹੋਏ ਨੇ, ਜਿਨ੍ਹਾਂ ਦਾ ਉਹ ਫਾਇਦਾ ਲੈ ਰਹੇ ਨੇ। ਉਹਨਾਂ ਦਾ ਫਾਇਦਾ ਤੁਸੀਂ ਉਹ ਵੀ ਦੇਖੋ,
ਜੇ ਇੱਕ ਉਦਾਹਰਨ ਆਪਾਂ 29,000 ਦੀ ਦਿੱਤੀ ਹੈ ਤਾਂ ਕਿੰਨੇ ਉੱਥੋਂ ਅਜਿਹਾ ਨੇ ਕੋਈ ਮੰਗਾਏ ਹੋਣਗੇ, ਕਿਹੜੇ ਹਿਸਾਬ 'ਚ ਮੰਗਾਏ ਹੋਣਗੇ। ਔਰ ਇੱਕ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਜੀ ਕਿ ਉਹ ਇਸ ਹਿਸਾਬ ਦੇ ਵਿੱਚ ਆਇਆ ਹੋਇਆ ਬੰਦਾ ਉਹ ਟਰੱਕ ਡਰਾਈਵ ਕਰ ਰਿਹਾ ਜੀ, ਔਰ ਇੱਕ ਨਹੀਂ ਹੋਇਆ ਜੀ ਕਿੰਨੇ ਹੋਣਗੇ। ਬਿਲਕੁਲ ਸਰ, ਇਹੀ ਗੱਲ ਹੈ ਕਿ ਥੋੜਾ ਜਿਹਾ ਸਾਨੂੰ ਵੀ ਇਸ ਚੀਜ਼ ਵੱਲ ਥੋੜਾ ਦੇਖਣਾ ਪਏਗਾ, ਕਿਉਂਕਿ ਸਰਕਾਰ ਨੇ ਜੇ ਥੋੜੇ ਜਿਹੇ ਕਾਨੂੰਨ ਲੀਨੀਅੰਟ ਕੀਤੇ ਹੋਏ ਨੇ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਹੋ। ਇਸ ਨੂੰ ਜੇ ਅਸੀਂ ਗਲਤ ਤਰੀਕੇ ਨਾਲ ਯੂਜ਼ ਕਰਨ ਲੱਗੇ, ਕੱਲ ਨੂੰ ਅਜਿਹੇ ਵੀਜ਼ਿਆਂ ਦੇ ਉੱਤੇ ਵੀ ਜਿਹੜਾ ਆ ਨਕੇਲ ਕਸੀ ਜਾਏਗੀ, ਅਜਿਹੇ ਵੀਜ਼ੇ ਵੀ ਕੱਲ ਨੂੰ ਬੰਦ ਵੀ ਕੀਤੇ ਜਾ ਸਕਦੇ ਨੇ। ਫਿਰ ਮੁੜ ਕੇ ਅਸੀਂ ਇੱਥੇ ਬੈਠੇ ਰਵਾਂਗੇ, ਕਵਾਂਗੇ ਕਿ ਸਾਡੇ ਹੁਣ ਧਾਰਮਿਕ ਆਗੂਆਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਅਸੀਂ ਆਪਣੇ ਧਰਮ ਦਾ ਪ੍ਰਚਾਰ ਕਿੱਦਾਂ ਕਰੀਏ। ਜਿਹੜੇ ਜੀ ਫੋਰਟ ਏਰੀਆ ਵਾਲਾ ਗੁਰੂ ਘਰ ਹੈ ਜੀ, ਉਹਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਜਿਹੜੀ ਕੁਛ ਰੈਨੋਵੇਸ਼ਨ ਕਰ ਰਿਹਾ, ਜੋ ਕੁਛ ਕਰ ਰਿਹਾ, ਅਸੀਂ ਇਹ ਖੋਲ ਦੇਣਾ ਸੀਗਾ, ਅਜੇ ਤੱਕ ਉਹ ਨਹੀਂ ਕਰ ਹੋਇਆ। ਉਹ ਕਹਿੰਦੇ ਵੀ ਸਾਰੇ ਮੈਂ ਆਪਦੇ ਕੋਲੋਂ ਕਰ ਰਿਹਾ ਹਾਂ। ਇਹ ਉਹਨਾਂ ਦੇ ਬਿਆਨ ਨੇ ਜੀ, ਇਹ ਨਹੀਂ ਪਤਾ ਹੁਣ ਉਹ ਕਿਹੜਾ ਕਿੱਥੇ ਤੱਕ ਠੀਕ ਹੈਗਾ, ਪਰ ਜਿਹੜੀ ਜਗ੍ਹਾ ਬਿਲਕੁਲ ਬੰਦ ਪਈ ਹੈ, ਫੋਨੀ ਹੈ, ਉੱਥੇ ਕੁਝ ਹੋ ਨਹੀਂ ਰਿਹਾ ਔਰ ਉੱਥੇ ਸਿੱਖਾਂ ਦੀ ਆਬਾਦੀ ਨਹੀਂ ਹੈਗੀ ਹੈ। ਉਹ ਲੱਗਦਾ ਕਿ ਇਹਦੇ ਵਿੱਚ ਜਾਂ ਤਾਂ ਦਾਲ ਹੀ ਕਾਲੀ ਹੈ ਜਾਂ ਦਾਲ ਦੇ ਵਿੱਚ ਕੁਝ ਜ਼ਰੂਰ ਕਾਲਾ ਹੈ ਜੀ। ਬਿਲਕੁਲ ਜੀ, ਹਾਲਾਂਕਿ ਸਾਰੇ ਗੁਰੂ ਘਰ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਤੇ ਕੁਝ ਦੇ ਕਰਕੇ ਅਸੀਂ ਸਾਰਿਆਂ ਨੂੰ ਵੀ ਨਿੰਦ ਨਹੀਂ ਸਕਦੇ। ਸੋ ਖਬਰ ਜੋ ਸੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ, ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਇਹਦੇ ਤੇ ਰਾਏ ਜ਼ਰੂਰ ਰੱਖ ਸਕਦੇ ਹੋ। ਸਰ, ਅਗਲੀ ਖਬਰ ਵੱਲ ਵੱਧਦੇ ਹਾਂ, ਉਹ ਵੀ ਕੁਝ ਧਾਰਮਿਕ ਮਸਲਿਆਂ ਦੇ ਉੱਤੇ ਹੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ। RCMP ਕੈਨੇਡਾ ਦੀ ਜਿਹੜੀ ਪੁਲਿਸ ਆ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਉਹਨਾਂ ਦੇ ਵੱਲੋਂ ਜਿਹੜੇ ਦਾੜੀ, ਜਿਨ੍ਹਾਂ ਦੇ ਪੁਲਿਸ ਆਫੀਸਰਸ ਤੇ ਦਾੜੀ ਹੈ, ਉਹਨਾਂ ਨਾਲ ਹੁਣ ਥੋੜਾ ਵੱਖਰਾ ਵਤੀਰਾ ਕੀਤਾ ਜਾ ਰਿਹਾ ਜਸਟ ਮਾਸਕ ਨੂੰ ਲੈ ਕੇ, ਕਿ ਉਹਨਾਂ ਦੇ ਮਾਸਕ ਪਾਉਣ ਲਈ ਕੋਈ ਟੁਕਵੇਂ ਮਾਸਕ ਨਹੀਂ ਬਣ ਪਾ ਰਹੇ ਬਿਕੋਜ਼ ਆਫ देयर ਬੀਅਰਡ, ਕਿ ਉਹ ਪ੍ਰੋਪਰ ਕੋਈ ਟੁਕਵੇਂ ਮਾਸਕ ਨਹੀਂ ਬਣ ਪਾ ਰਹੇ। ਸੋ ਉਹਨਾਂ ਦੇ ਲਈ ਵਤੀਰਾ ਇੱਕ ਵੱਖਰਾ ਹੋ ਗਿਆ RCMP ਦਾ। ਤਰਨ, ਇਹ ਇਕੱਲੀ ਸਿੱਖ ਧਰਮ ਦੇ ਨਾਲ ਸੰਬੰਧਿਤ ਨਹੀਂ ਹੈ, ਕਿਉਂਕਿ ਦਾੜੀ ਜਿਹੜੀ ਹੈ ਆਪਣੇ ਮੁਸਲਿਮ ਧਰਮ ਦੇ ਵਿੱਚ ਵੀ ਰੱਖੀ ਜਾਂਦੀ ਹੈ। ਬਾਕੀ ਇੱਥੋਂ ਦੇ ਜਿਹੜੇ ਲੋਕਲ, ਜਿਹਨੂੰ ਆਪਾਂ ਗੋਰੇ ਕਹਿੰਦੇ ਆ, ਉਹ ਵੀ ਬਹੁਤ ਲੋਕ ਦਾੜੀਆਂ ਰੱਖਦੇ ਨੇ ਅੱਜ ਕੱਲ੍ਹ, ਖਾਸ ਕਰਕੇ ਫੈਸ਼ਨ ਚੱਲਿਆ ਹੋਇਆ ਦਾੜੀ ਦਾ। ਉਹ ਇਸ ਗੱਲ ਦਾ ਇਤਰਾਜ਼ ਹੋਇਆ, ਮੈਂ ਇਹਨੂੰ ਧਾਰਮਿਕ ਰੰਗਣ ਨਹੀਂ ਦੇਵਾਂਗਾ, ਉਹ ਇਸ ਗੱਲ ਦਾ ਇਤਰਾਜ਼ ਹੋਇਆ ਕਿ ਜਿਨ੍ਹਾਂ ਲੋਕਾਂ ਦੇ ਵੀ ਦਾੜੀ ਹੈਗੀ ਹੈ ਉਹਨਾਂ ਨੂੰ ਹੁਣ ਜਿਹੜੀ ਫਰੰਟ ਲਾਈਨ ਤੋਂ ਹਟਾ ਕੇ ਉਹਨਾਂ ਨੂੰ ਆਫਿਸ ਵਾਲੇ ਕੰਮਾਂ ਦੇ ਉੱਤੇ ਲੈ ਆਂਦਾ ਗਿਆ। ਰੀਜ਼ਨ ਬੀਕਸ ਜਿਹੜੇ ਮਾਸਕਸ ਨੇ ਉਹ ਉਹਨਾਂ ਦੇ ਫਿੱਟ ਨਹੀਂ ਹੁੰਦੇ ਪ੍ਰੋਪਰਲੀ, ਕਿਉਂਕਿ ਜਿਹੜੇ ਮਾਸਕ ਦੀ ਤਾਂ ਜ਼ਰੂਰਤ ਪੈਂਦੀ ਹੈ। ਹਾਲਾਂਕਿ ਕੱਲ ਆਪਾਂ ਗੱਲ ਕੀਤੀ ਸੀ ਕਿ ਮਾਸਕ ਪੁਲਿਸ ਵਾਲਿਆਂ ਨੂੰ ਲਾਉਣੇ ਜ਼ਰੂਰੀ ਨਹੀਂ ਹੈਗੇ ਆ, ਕਿਉਂਕਿ ਕਿ ਸਕਫਲ ਹੁੰਦੀ ਆ, ਧੱਕਾ ਮੁੱਕਾ ਕਰਨਾ ਹੁੰਦਾ ਤਾਂ ਸਾਹ ਰੁਕਣ ਦੇ ਪ੍ਰੋਬਲਮ ਹੁੰਦੀ ਹੈ। ਪਰ ਫਿਰ ਵੀ ਜਿਹੜੇ ਮਾਸਕ N95 ਹੈਗਾ ਉਹ ਪ੍ਰੋਪਰਲੀ ਕਹਿੰਦੇ ਫਿੱਟ ਨਹੀਂ ਆਉਂਦਾ ਹੈ, ਇਸ ਕਰਕੇ ਉਹਨਾਂ ਨੂੰ ਪਿੱਛੇ ਕੀਤਾ ਗਿਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਦੋਂ ਦਾ COVID-19 ਸ਼ੁਰੂ ਹੋਇਆ, ਇਹਨੂੰ ਤਕਰੀਬਨ 7 ਮਹੀਨੇ ਜ਼ਰੂਰ ਹੋ ਚੁੱਕੇ, ਵੈਸੇ ਮਹੀਨੇ ਤੋਂ ਵੱਧ ਹੋ ਗਏ ਨੇ। ਜਦੋਂ ਦਾ ਬਹੁਤਾ ਜ਼ੋਰ ਫੜਿਆ ਇਸ ਕਰਨੇ, ਇਹਨੂੰ 7 ਮਹੀਨੇ ਜ਼ਰੂਰ ਹੋ ਗਏ ਨੇ। ਤੇ ਹੁਣ ਤੱਕ ਜਿਹੜੀ ਫੋਰਸ ਹੈਗੀ ਹੈ RCMP ਹੈ, ਉਹਨੇ ਹੁਣ ਤੱਕ ਇਹਦਾ ਕੋਈ ਇਲਾਜ ਲੱਭਿਆ ਕਿਉਂ ਨਹੀਂ, ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ। ਪਰ ਹੁਣ ਇਹ ਗੱਲ ਅੱਜ ਆਪਣੇ ਖਬਰਾਂ ਤੇ ਆਉਣ ਤੋਂ ਥੋੜੀ ਦੇਰ ਪਹਿਲਾਂ ਬਿਲ ਬਲੇਅਰ ਸਾਹਿਬ ਦਾ ਬਿਆਨ ਆ ਗਿਆ ਜੀ, ਜਿਹੜੇ ਸਾਡੇ ਮਿਨਿਸਟਰ ਨੇ ਜੀ, ਉਹਨਾਂ ਨੇ ਕਿਹਾ ਵੀ ਮੈਂ ਇਹਦੇ ਵਿੱਚ ਬਹੁਤ ਡੂੰਘੀ ਤਰ੍ਹਾਂ ਦੇਖਣ ਲੱਗਿਆ ਹਾਂ, ਔਰ ਜਿਹੜਾ ਇਸ ਚੀਜ਼ ਦੀ ਹੁਣ ਤੱਕ ਇਹ ਗੱਲ ਕੀਤੀ ਗਈ ਹੈ ਉਹਦਾ ਸ਼ਾਇਦ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹਦਾ ਕੋਈ ਨਾ ਕੋਈ ਇਲਾਜ ਜ਼ਰੂਰ ਲੱਭਿਆ ਜਾਵੇਗਾ ਜੀ। ਤੇ ਜਿਹੜੇ ਆਫਿਸਰਸ ਨੂੰ ਆਫਿਸ ਦੇ ਕੰਮ ਕਰਨ ਵਾਸਤੇ ਪਿੱਛੇ ਲੈ ਆਂਦਾ ਗਿਆ, ਸ਼ਾਇਦ ਉਹ ਮੁੜ ਕੇ ਫਿਰ ਫਰੰਟ ਲਾਈਨ ਵਰਕਰਸ ਬਣ ਜਾਣਗੇ। ਬਿਲਕੁਲ ਜੀ, ਜਿਨ੍ਹਾਂ ਨੂੰ ਵੀ ਇਸ ਮਾਮਲੇ ਦੇ ਬਾਰੇ ਵਿੱਚ ਪਤਾ ਲੱਗਾ, ਚਾਹੇ ਸਾਡੀ ਪੋਲੀਟੀਕਲ ਪਰਸਨੈਲਿਟੀਜ਼ ਹੋਣ, ਸਭ ਨੇ ਇਸ ਮਾਮਲੇ ਦੀ ਥੋੜੀ ਨਿਖੇਧੀ ਜ਼ਰੂਰ ਕੀਤੀ ਹੈ ਕਿ ਇਸ ਤਰੀਕੇ ਨਾਲ RCMP ਦਾ ਵਰਤਾਓ ਜਿਹੜਾ ਹੈ ਉਹ ਸਹੀ ਨਹੀਂ ਹੋ ਸਕਦਾ ਹੈਗਾ। ਜਸਟ ਮਾਸਕ ਦੇ ਬੇਸ ਦੇ ਉੱਤੇ ਤੁਸੀਂ ਕਿਸੇ ਨੂੰ ਉਹਦੀ ਜੌਬ ਤੋਂ ਪਿੱਛੇ ਨਹੀਂ ਕਰ ਸਕਦੇ। ਬਸ ਸਹੀ ਗੱਲ ਹੈ ਤਰਨ, ਕਿਉਂਕਿ RCMP ਨੈਚੁਰਲੀ ਹੈ, RCMP ਚ ਆਉਣਾ ਬੜਾ ਮੁਸ਼ਕਲ ਸੀਗਾ, ਕਿਉਂਕਿ ਇਹ ਇਥੋਂ ਦੀ ਪੁਲਿਸ ਦੀ ਜਿਹੜੀ ਪਹਿਲੀਆਂ ਕੰਡੀਸ਼ਨਸ ਹੁੰਦੀਆਂ ਸੀਗੀਆਂ ਉਹਦੇ ਵਿੱਚ ਇੱਕ ਕੇਸਾਧਾਰੀ, ਦਸਤਾਰਧਾਰੀ ਅਲਾਉਡ ਨਹੀਂ ਸੀਗਾ, ਉਹ ਵਰਦੀ ਦਾ ਹਿੱਸਾ ਨਹੀਂ ਸੀਗਾ। ਪਰ ਅਸੀਂ ਜਿਹੜੇ ਲੋਕ ਇੱਥੇ ਆਏ ਹਾਂ, ਜਦੋਂ ਕਨਵਿੰਸ ਕਰਾਇਆ, ਅਸੀਂ ਆਪਦੀਆਂ ਸਾਰੀਆਂ ਗੱਲਾਂ ਦੱਸੀਆਂ ਨੇ। ਅਸੀਂ ਵਰਲਡ ਵਾਰਾਂ ਦੇ ਵਿੱਚ ਦਸਤਾਰਾਂ ਦੇ ਨਾਲ ਲੜਾਈਆਂ ਲੜੀਆਂ ਨੇ, ਬਿਨਾਂ ਹੈਲਮਟ ਤੋਂ ਲੜਾਈਆਂ ਲੜੀਆਂ ਨੇ। ਜਦੋਂ ਅਜਿਹੀਆਂ ਗੱਲਾਂ ਸਮਝਾਈਆਂ ਜਾਂਦੀਆਂ ਨੇ, ਦੱਸੀਆਂ ਜਾਂਦੀਆਂ ਨੇ, ਤਾਂ ਤੁਸੀਂ ਕਨਵਿੰਸ ਕਰਾ ਸਕਦੇ ਹੋ, ਔਰ ਹੋਇਆ। ਔਰ ਬਹੁਤ ਜਿਹੜੇ ਮਿਸਟਰ ਢਿੱਲੋਂ ਸੀਗੇ ਜੀ, ਸਭ ਤੋਂ ਪਹਿਲੇ RCMP ਅਫਸਰ, ਥੋੜੀ ਦੇਰ ਪਹਿਲਾਂ ਹੋਈ ਰਿਟਾਇਰ ਹੋਣੇ, ਹੁਣ ਤਾਂ ਸੁੱਖ ਨਾਲ ਆਪਣੇ ontario ਦੇ ਵਿੱਚ PC ਦੇ ਵਿੱਚ ਮੇਰੇ ਖਿਆਲ ਸ਼ਾਇਦ ਹੀ ਕੋਈ ਸੂਬਾ ਹੋਵੇਗਾ ਜਿੱਥੇ ਦਸਤਾਰਧਾਰੀ ਪੁਲਿਸ ਅਫਸਰ ਨਹੀਂ ਹੋਏਗਾ। ਔਰ they have very good reputation। ਆਪਣੇ ਜਿਹੜੇ ਬੱਚੇ ਆਪਣੇ ਨਵੇਂ ਹੁਣ ਆਏ ਨੇ ਬਹੁਤ ਵਧੀਆ ਮਿਹਨਤ ਨਾਲ ਕੰਮ ਕਰਦੇ ਨੇ, ਔਰ ਜਿਹੜੀਆਂ ਦਸਤਾਰਾਂ ਇੱਥੋਂ ਦੇ ਜੰਪਲਾਂ ਨੇ ਦਸਤਾਰਾਂ ਸਜਾਈਆਂ ਨੇ, ਉਹ ਜਿਹੜਾ ਸਾਡਾ ਉਹ ਸੁਨੇਹਾ ਹੈ ਉਹ ਅੱਗੇ ਬੜਾ ਵਧੀਆ ਲੈ ਕੇ ਜਾ ਰਹੇ ਨੇ। ਬਿਲਕੁਲ ਜੀ, ਅਗਲੀ ਖਬਰ ਵੱਲ ਅਸੀਂ ਰੁਖ ਕਰਦੇ ਹਾਂ। ਖਬਰ ਹੈ ਜੀ, ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕੱਲ੍ਹ ਸਰ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਕੈਨੇਡਾ ਵਿੱਚ ਕੋਵਿਡ ਦੀ ਸੈਕਿੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਤੋਂ ਬਾਅਦ
ਜਿਵੇਂ ਅਸੀਂ ਦੇਖ ਸਕਦੇ ਹਾਂ ਸਾਡੇ ਹੈਲਥ ਮਿਨਿਸਟਰ ਨੇ ਵੀ ਕਿਹਾ ਸੀ, ਨਾਲ ਦੇ ਨਾਲ ਜਿਹੜੇ ਮੇਨ ਇੱਥੇ ਹੁੰਦੇ ਡਾਕਟਰ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਸੈਕੰਡ ਵੇਵ ਹੋਏਗੀ ਜਿਹੜੀ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੋਣ ਦੀ ਸੰਭਾਵਨਾ ਹੈਗੀ ਹੈ। ਸੋ ਓਨਟਾਰੀਓ ਦੀ ਗੱਲ ਕਰੀਏ, ਇਸ ਵਕਤ ਲਗਾਤਾਰ ਮਾਮਲੇ ਵਧ ਰਹੇ ਨੇ। ਓਨਟਾਰੀਓ ਦੇ ਵਿੱਚ ਪੀਲ ਰੀਜਨ ਵਿੱਚ ਵੀ ਮਾਮਲੇ ਲਗਾਤਾਰ ਵਧ ਰਹੇ ਨੇ। ਓਨਟਾਰੀਓ ਸਰਕਾਰ ਨੇ ਇੱਥੇ ਇੱਕ ਹੋਰ ਸਖਤ ਕਦਮ ਚੁੱਕਿਆ ਹੈ ਬਾਰਸ ਨੂੰ ਲੈ ਕੇ, ਸਟ੍ਰਿਪ ਕਲੱਬਸ ਨੂੰ ਲੈ ਕੇ। ਮੈਂ ਉਸ ਤੋਂ ਪਹਿਲਾਂ ਸੈਕੰਡ ਵੇਵ ਦੀ ਗੱਲ ਕਰਨੀ ਚਾਹੁੰਦਾ। ਮੈਨੂੰ ਤੁਸੀਂ ਖਬਰਦਾਰ ਮੈਨੂੰ ਹੋਰ ਗੱਲ ਯਾਦ ਕਰਵਾਤੀ। ਅੱਜ ਨਿਊਜ਼ ਕਾਨਫਰੰਸ ਦੇ ਵਿੱਚ ਪ੍ਰੀਮੀਅਰ ਸਾਹਿਬ ਨੂੰ ਨਿਊਜ਼ ਕਾਨਫਰੰਸ ਜਿਹੜੇ ਫੋਰਡ ਨੇ ਜੀ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਕੀ ਸੈਕੰਡ ਵੇਵ ਸ਼ੁਰੂ ਹੋ ਗਈ ਆ। ਉਹਨਾਂ ਨੇ ਜਵਾਬ ਪਤਾ ਕੀ ਦਿੱਤਾ, ਕਹਿੰਦੇ ਵੀ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ, ਇਹ ਜਿਹੜੀ ਹੈਲਥ ਮਿਨਿਸਟਰ ਹੈ ਉਹ ਦੇਣਗੇ। ਠੀਕ ਆ, ਉਹਨਾਂ ਨੇ ਗੱਲ ਪੂਰੀ ਕਰਤੀ। ਹੈਲਥ ਮਿਨਿਸਟਰ ਨੂੰ ਪੁੱਛਿਆ ਗਿਆ ਜੀ ਸੈਕੰਡ ਵੇਵ ਸ਼ੁਰੂ ਹੋ ਗਈ ਆ, ਉਹ ਕਹਿੰਦੇ ਜੀ ਇਸ ਗੱਲ ਦਾ ਮੈਂ ਨਹੀਂ ਜਵਾਬ ਦੇ ਸਕਦੀ, ਇਹ ਚੀਫ ਮੈਡੀਕਲ ਅਫਸਰ ਦੇਣਗੇ। ਰੀਅਲੀ? ਅਤੇ ਚੀਫ ਮੈਡੀਕਲ ਅਫਸਰ ਉਸ ਵੇਲੇ ਪ੍ਰੈਸ ਕਾਨਫਰੰਸ ਦੇ ਵਿੱਚ ਹੈ ਨਹੀਂ ਸੀਗਾ। ਸੋ ਗੱਲ ਟਲ ਗਈ, ਹੌਲੀ ਹੌਲੀ ਹੋ ਗਈ। ਹਾਲਾਂਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਹੀ ਇਹ ਬਿਆਨ ਦੇ ਦਿੱਤਾ ਸੀਗਾ ਕਿ ਸੈਕੰਡ ਵੇਵ ਇਜ਼ ਆਲਰੇਡੀ ਹੇਅਰ। ਇਟ ਡਜ਼ਨਟ ਮੈਟਰ ਅਸੀਂ ਇਹਨੂੰ ਵੇਵ ਕਾਲ ਕਰਨਾ, ਸੈਕੰਡ ਥਰਡ ਫਰਸਟ ਨੰਬਰ ਲੈਣਾ, ਡਜ਼ਨਟ ਮੈਟਰ, ਕੇਸਿਸ ਆਰ ਗੋਇੰਗ ਅਪ। ਉਹਦੇ ਪਿੱਛੇ ਜਿਹੜਾ ਫੋਰਡ ਸਾਹਿਬ ਆ ਉਹਨਾਂ ਨੇ ਜੀ ਸਖਤੀ ਅੱਗੇ ਨਾਲੋਂ ਵੱਧ ਕਰਤੀ ਹੈ ਜੀ। ਔਰ ਦੇਖੋ ਜੀ ਜਦ ਤੱਕ ਇਹ ਕੰਟਰੋਲ ਸੀ ਉਹਨਾਂ ਫੋਰਡ ਸਾਹਿਬ ਸਖਤੀ ਇਹ ਤੋਂ ਵੱਧ ਕਰਨਗੇ ਜੀ। ਉਹਨਾਂ ਨੇ ਜੀ ਜਿੰਨੀਆਂ ਬਾਰਸ ਨੇ ਜੀ ਸੈਕੰਡ ਜਿਹੜੀਆਂ ਐਡਲਟ ਐਂਟਰਟੇਨਮੈਂਟ ਪਲੇਸਿਸ ਸੀਗੀਆਂ ਉਹ ਤਾਂ ਬਿਲਕੁਲ ਬੰਦ ਕਰਤੀਆਂ। ਪਹਿਲਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹ ਖੋਲੀਆਂ ਕਿਉਂ ਹੋਈਆਂ ਸੀਗੀਆਂ। ਚਲੋ ਜਿਹੜੀਆਂ ਬਾਕੀ ਬਾਰਸ ਨੇ ਉਹ ਵੀ 11 ਵਜੇ ਅਖੀਰਲੀ ਲਾਸਟ ਕਾਲ ਜਿਹਨੂੰ ਕਹਿੰਦੇ ਆ ਜੀ ਐਲਕੋਹਲ ਦੀ, ਉਹ ਹੋਇਆ ਕਰੇ ਜੀ। 12 ਵਜੇ ਤੋਂ ਬਾਅਦ ਸਭ ਕੁਝ ਬੰਦ ਹੈ ਜੀ। ਜਿਹੜੀਆਂ ਬਾਰ ਓਨਰਸ ਨੇ ਤਰਨ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸਾਡਾ ਮੋਸਟਲੀ ਬਿਜ਼ਨਸ ਹੈਗਾ, ਕਿਉਂਕਿ ਜਿਹੜੇ ਉਦੋਂ ਪਹਿਲਾਂ ਵਾਲੇ ਲੋਕ ਨੇ ਨਾ ਉਹ ਸੋਬਰ ਲੋਕ ਨੇ, ਸਿਆਣੇ ਲੋਕ, ਸੌਰੀ ਸਿਆਣੇ ਨਹੀਂ ਮੈਂ ਕਹਿੰਦਾ, ਉਹ ਲੋਕ ਥੋੜੇ ਜਿਹੇ ਐਸੇ ਨੇ ਵੀ ਅਸੀਂ ਖਾਣਾ ਖਾਣ ਵਾਸਤੇ ਜਾਣਾ, 1-2 ਡਰਿੰਕਸ ਲਈਆਂ, ਭੋਜਨ ਕੀਤਾ, ਉਹਦੇ 8-9-10 ਵਜੇ ਵਾਪਸ ਮੁੜੇ ਆਉਂਦੇ ਨੇ। ਤੇ ਜਿਹੜੇ 10 ਵਜੇ ਤੋਂ ਬਾਅਦ ਚ ਜਾਣ ਵਾਲੇ ਆ ਉਹ ਥੋੜੇ ਉਦੋਂ ਵੱਧ ਵਾਲੇ ਆ ਜੀ। ਤੇ ਜਿਹੜੇ 12 ਵਜੇ ਤੋਂ ਬਾਅਦ ਜਿਹੜੇ ਜਾਂਦੇ ਆ, ਪਾਰਡਨ ਮਾਈ ਲੈਂਗੁਏਜ, ਉਹ ਫਿਰ ਸਿਰੇ ਵਾਲੇ ਆ। ਤੇ ਉਹ 12 ਵਜੇ ਤੋਂ ਬਾਅਦ ਵਾਲਿਆਂ ਨੂੰ ਹੁਣ ਬੰਦ ਹੋ ਗਿਆ ਜੀ ਕੰਮ। ਅੱਗੇ 2 ਵਜੇ ਤੱਕ ਹੁੰਦੀਆਂ ਸੀਗੀਆਂ। ਜਾਂ ਤਾਂ ਉਹ ਬੰਦੇ ਨੂੰ ਹੁਣ 7 ਵਜੇ ਸ਼ੁਰੂ ਕਰਨਾ ਪਏਗਾ ਪ੍ਰੋਗਰਾਮ, ਜਾਂ 5 ਵਜੇ ਸ਼ੁਰੂ ਕਰਨਾ ਪਏਗਾ। ਤੇ ਜਿਹੜਾ 12 ਵਜੇ ਨੂੰ ਬੰਦ ਕਰਨਾ ਜੀ, ਇਹਦੇ ਨਾਲ ਰੈਸਟੋਰੈਂਟਸ ਜਿਹੜੇ ਹੈਗੇ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਸਭ ਤੋਂ ਜ਼ਿਆਦਾ ਬਿਜ਼ਨਸ ਕਰਨ ਦਾ ਸਮਾਂ 12 ਵਜੇ ਤੋਂ ਬਾਅਦ ਹੁੰਦਾ ਸੀਗਾ ਜੀ। ਤੇ 12 ਵਜੇ ਹੁਣ ਸਭ ਕੁਝ ਬੰਦ ਕਰ ਦਿੱਤਾ ਹੈ। ਪਰ ਜੇ ਇਹ ਲੋਕਾਂ ਨੂੰ ਆਪਦੀਆਂ ਆਦਤਾਂ ਬਦਲਣੀਆਂ ਪੈਣਗੀਆਂ ਜੀ। ਪਰ ਰੈਸਟੋਰੈਂਟਸ ਨੂੰ ਮੇਰੇ ਖਿਆਲ ਸਟਿਲ ਦੇ ਸ਼ੁੱਡ ਬੀ ਥੈਂਕਫੁਲ ਕਿ ਦੇ ਆਰ ਅਲਾਉਡ ਟੂ ਆਪਰੇਟ। ਉਹਨਾਂ ਨੂੰ ਇਹ ਸਰਕਾਰ ਨੇ ਇਹ ਗੱਲ ਕੀਤੀ ਕਿ ਅਸੀਂ 12 ਵੀ ਬੰਦ ਕਰ ਦੇਣੀਆਂ ਨੇ, ਅਸੀਂ ਰੈਸਟੋਰੈਂਟਸ ਵੀ ਬੰਦ ਕਰਦੇ ਹਾਂ ਹਰ ਇੱਕ, ਕਿਉਂਕਿ ਰੈਸਟੋਰੈਂਟ ਬਿਜ਼ਨਸ ਤੋਂ ਬਹੁਤ ਵੱਡਾ ਝਟਕਾ ਲੱਗਿਆ ਇਸ ਮਾਮਲੇ ਦੇ ਵਿੱਚ। ਸੋ ਜੀ ਜਿਹੜੇ ਰਾਤ ਨੂੰ ਲੇਟ ਤੱਕ ਪਲਾਨ ਕਰਦੇ ਹੁੰਦੇ ਸੀ ਜੀ, ਫਿਰ ਹੁਣ ਤੁਹਾਨੂੰ ਛੇਤੀ ਜਾਣਾ ਪਿਆ ਕਰੂਗਾ ਤੇ ਆਪਦਾ 12 ਵਜੇ ਤੱਕ ਕੰਮ ਮੁਕਾਉਣਾ ਪਿਆ ਕਰੂਗਾ ਜੀ। ਬਿਲਕੁਲ ਜੀ ਸਰ, ਸਭ ਤੋਂ ਵੱਧ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਵੀ ਜੇ ਅਸੀਂ ਟੂਰਿਜ਼ਮ ਦੀ ਗੱਲ ਕਰਦੇ ਹਾਂ ਤਾਂ ਠੀਕ ਹੈ, ਟੂਰਿਜ਼ਮ ਏਅਰਲਾਈਨਸ ਤਾਂ ਪ੍ਰਭਾਵਿਤ ਹੋਈ ਆ। ਪਰ ਕੈਨੇਡਾ ਦੀ ਗੱਲ ਕਰੀਏ, ਇਸ ਵਕਤ ਫੂਡ ਇੰਡਸਟਰੀ ਜਿਹੜੀ ਆ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਤੇ ਰੈਸਟੋਰੈਂਟਸ ਵਗੈਰਾ ਨੂੰ ਆਪਣੇ ਆਪ ਨੂੰ ਸਰਵਾਈਵ ਕਰਨ ਲਈ ਉਹ ਬਹੁਤ ਮੁਸ਼ਕਿਲ ਹੋ ਰਹੀ ਹੈ ਇਸ ਵਕਤ। ਬਿਲਕੁਲ ਤਰਨ, ਕਿਉਂਕਿ ਦੇਖੋ ਜਿਹੜੇ ਇਹ ਸਾਡੀ ਇੱਥੋਂ ਦੀ ਸੁਸਾਇਟੀ, ਕਦੇ ਹੁਣ ਇੱਥੋਂ ਨਹੀਂ, ਜਦੋਂ ਕਿ ਮੈਂ ਆਇਆ ਨਾ ਇੰਡੀਆ ਤੋਂ, ਉਦੋਂ ਉੱਥੇ ਇੰਨਾ ਰਿਵਾਜ ਨਹੀਂ ਸੀ ਹੁੰਦਾ ਬਾਹਰ ਖਾਣ ਦਾ, ਕਿਤੇ ਖਾਧਾ ਜਾਂਦਾ ਸੀ। ਹੁਣ ਆਪਣੇ ਪਿੱਛੇ ਵੀ ਬਹੁਤ, ਜਦੋਂ ਤੁਸੀਂ ਆਏ ਹੋ ਜੀ, ਤੁਸੀਂ ਉਹ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਅਸੀਂ ਦੇਖੀਆਂ ਨੇ, ਹੁੰਦਾ ਹੀ ਨਹੀਂ ਸੀਗਾ। ਹੁਣ ਤਾਂ ਉੱਥੇ ਵੀ ਬਹੁਤ ਕੁਛ ਆ, ਫਾਸਟ ਫੂਡ ਸਰਵਿਸਿਜ਼ ਇੰਨੀ ਹੈਗੀਆਂ ਨੇ। ਫਾਸਟ ਫੂਡ ਇੱਥੋਂ ਦੀ ਜਿਹੜੀ ਫਾਸਟ ਫੂਡ ਨਹੀਂ, ਰੈਸਟੋਰੈਂਟ ਦਾ ਬਿਜ਼ਨਸ ਹੈ ਜਿਹੜਾ ਇੱਥੋਂ ਦੀ ਸੁਸਾਇਟੀ ਆ, ਇਹ ਬਹੁਤ ਇਸ ਮਾਮਲੇ 'ਚ ਹੈਗੇ ਵੀ ਬਾਹਰ ਜਾ ਕੇ ਖਾਣ ਦੇ ਸ਼ੌਕੀਨ ਹੈਗੇ। ਔਰ ਉਹਦੇ ਤੇ ਬਹੁਤ ਵੱਡੀ ਇੰਡਸਟਰੀ ਹੈ ਜਿਹੜੀ ਕਿ ਪ੍ਰਭਾਵਿਤ ਹੋਈ ਹੈ ਜੀ ਕੋਵਿਡ-19 ਦੇ ਨਾਲ। ਬਿਲਕੁਲ ਸਰ, ਤੇ ਇਹ ਵੀ ਕਿਹਾ ਜਾ ਰਿਹਾ ਕਿ ਐਲਕੋਹਲ ਤੋਂ ਹੀ ਉਹਨਾਂ ਦਾ ਥੋੜਾ ਬਿਜ਼ਨਸ ਜਿਹੜਾ ਆ ਉਹ ਚੱਲਦਾ ਸੀ ਤੇ ਉਹ ਵੀ ਬੰਦ ਕਰ ਦਿੱਤੀ ਜਾਊਗੀ ਤਾਂ ਉਹਨਾਂ ਦਾ ਬਿਜ਼ਨਸ ਸਰਵਾਈਵ ਕਰਨ ਦਾ ਤਰੀਕਾ ਬਿਲਕੁਲ ਹੀ ਉਹਨਾਂ ਦਾ ਬੰਦ ਹੋ ਜਾਏਗਾ। ਸਰ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਇਸ ਵਕਤ ਪੋਲੀਟੀਕਲ ਖਬਰ ਜੋ ਸਾਹਮਣੇ ਆ ਰਹੀ ਹੈ ਬਿੱਲ ਨੂੰ ਲੈ ਕੇ, ਬਿੱਲ C2 ਪਾਸ ਹੋਏਗਾ ਜਾਂ ਨਹੀਂ ਹੋਏਗਾ ਤਾਂ ਡਿਬੇਟ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਉਸ ਦੇ ਲਈ ਇੱਕ ਸਪੈਸ਼ਲ ਡਿਬੇਟ ਜਿਹੜੀ ਆ ਉਹ ਸੰਡੇ ਨੂੰ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਗਈ ਸੀ ਜੋ ਕਿ ਨਾਮਨਜ਼ੂਰ ਹੋ ਗਈ ਹੈ। ਹਾਂਜੀ, ਟਿਮ ਉਪਲ ਸਾਹਿਬ ਨੇ ਜਿਹੜੇ ਕੰਜ਼ਰਵੇਟਿਵ ਦੇ ਹਾਊਸ ਦੇ ਵਿੱਚ ਜਿਹੜੀ ਇਹ ਤਾਲਮੇਲ ਰੱਖਦੇ ਨੇ ਜੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਦੂਸਰੀਆਂ ਪਾਰਟੀਆਂ ਦੇ ਨਾਲ ਰਲ ਕੇ ਕਿ ਕਿਉਂ ਨਾ ਜਿਹੜੀ ਇਸ ਮਾਮਲੇ ਤੇ ਜਿਹੜੀ ਸਪੈਸ਼ਲ ਕਮੇਟੀ ਹੈਗੀ ਹੈ ਆਫ ਦ ਮੈਂਬਰ ਪਾਰਲੀਮੈਂਟਸ, ਨਾਟ ਆਲ ਮੈਂਬਰ ਪਾਰਲੀਮੈਂਟਸ, ਜਸਟ ਦ ਕਮੇਟੀ, ਵੀ ਉਹਦੀ ਮੀਟਿੰਗ ਕਿਉਂ ਨਾ ਆਪਾਂ ਸੰਡੇ ਨੂੰ ਕਰ ਲਈ ਜਾਵੇ, ਕਿਉਂਕਿ ਸਮਾਂ ਥੋੜਾ ਹੈਗਾ। 27 ਤਾਰੀਖ ਤੋਂ ਸਾਰਿਆਂ ਦੇ ਬੈਨੀਫਿਟਸ ਮੁੱਕ ਜਾਣੇ ਨੇ ਜਿਹੜੇ CERB ਹੈਗਾ, ਉਹ ਤੇ ਬਹਿਸ ਵਾਸਤੇ ਉਹਨਾਂ ਨੇ ਰੱਖੀ ਸੀਗੀ ਮੀਟਿੰਗ। ਪਰ ਜਿਹੜੀ ਉਹ ਅਜਿਹੀ
ਜਿਹੜਾ ਤਰਨ ਪ੍ਰਪੋਜ਼ਲ ਹੁੰਦੀ ਆ ਨਾ, ਉਹ ਜਿੰਨੇ ਮੈਂਬਰ ਪਾਰਲੀਮੈਂਟ ਸਾ ਉਸ ਵੇਲੇ ਹਾਜ਼ਰ ਨੇ, ਸਾਰਿਆਂ ਦੀ ਯੂਨੈਨਿਮਸ ਕੰਸੈਂਟ ਹੋਣੀ ਚਾਹੀਦੀ ਆ। ਜੇ ਇੱਕ ਵੀ ਉਹ ਚ ਜਵਾਬ ਦੇ ਜਾਂਦਾ, ਅਗੇਂਸਟ ਹੋ ਜਾਂਦਾ, ਤਾਂ ਉਹ ਜਿਹੜੀ ਚੀਜ਼ ਆ ਪ੍ਰਪੋਜ਼ਲ ਆ ਉਹ ਪਾਸ ਨਹੀਂ ਹੁੰਦੀ। ਬਲਾਕ ਕਬੈਕੋ ਨੇ ਇਹਦਾ ਬਿਲਕੁਲ ਹੀ ਜਵਾਬ ਦਿੱਤਾ ਜੀ, ਕਹਿੰਦੇ ਅਸੀਂ ਨਹੀਂ ਕਰਨਾ, ਸੰਡੇ ਨੂੰ ਅਸੀਂ ਨਹੀਂ ਆਉਣਾ। ਹੋ ਸਕਦਾ ਬਾਕੀ ਨਾ ਵੀ ਰਾਜ਼ੀ ਹੋਣ, ਪਰ ਮੇਨ ਜਿਹੜਾ ਬਲਾਕ ਕਬੈਕੋ ਉਹਨੇ ਸੋ ਇਸ ਕਰਕੇ ਜਿਹੜੀ ਸੰਡੇ ਨੂੰ ਇਹਨਾਂ ਦੀ ਮੀਟਿੰਗ ਕਰਨੀ ਚਾਹੁੰਦੇ ਸੀਗੇ, ਉਸੇ ਸੰਡੇ ਨੂੰ ਬੰਦ ਹੁੰਦਾ ਜੀ ਸਾਰਾ ਕੁਝ, ਤੇ ਇਹ ਐਕਸਟਰਾ ਟਾਈਮ 'ਚ ਕਰਨੀ ਚਾਹੁੰਦੇ ਸੀ, ਉਹ ਕੈਂਸਲ ਹੋ ਗਈ ਹੈ ਜੀ, ਉਹ ਪ੍ਰਪੋਜ਼ਲ ਕੈਂਸਲ ਹੋ ਗਈ ਹੈ। ਹੁਣ ਅਗਲੇ ਹਫਤੇ ਜਿਹੜੀ ਬਹਿਸ ਹੋਣੀ ਹੈ ਪਾਰਲੀਮੈਂਟ ਦੇ ਵਿੱਚ, ਇਹ ਬਲਾਕ ਕਬੈਕੋ ਦਾ ਰੀਜ਼ਨ ਹੈ ਜੋ ਕਹਿੰਦੇ ਬਹਿਸ ਤਾਂ ਹੋਣੀ ਹੋਈ ਹੈ, ਅਗਲੇ ਹਫਤੇ ਕਰਾਂਗੇ ਜੀ, ਇਹ ਮੀਟਿੰਗ ਦੀ ਕੋਈ ਲੋੜ ਨਹੀਂ ਹੈ ਜੀ। BC ਇਲੈਕਸ਼ਨਸ ਦੀ ਗੱਲ ਕਰੀਏ ਸਰ, BC ਦੇ ਵਿੱਚ ਇਸ ਵਕਤ ਇਲੈਕਸ਼ਨਸ ਦੀ ਭਾਵੇਂ ਕਾਲ ਆ ਚੁੱਕੀ ਹੈ, ਤੇ ਆਪਾਂ ਪਹਿਲਾਂ ਜਿਵੇਂ ਗੱਲ ਕਰ ਰਹੇ ਸੀ ਕਿ ਵੱਖ-ਵੱਖ ਪ੍ਰੀਮੀਅਰਸ ਪੈਂਡੈਮਿਕ ਤੋਂ ਬਾਅਦ ਜਿਵੇਂ ਦੀ ਉਹਨਾਂ ਦੀ ਪਰਫਾਰਮੈਂਸ ਦੀ ਗੱਲ ਕਰੀ, ਉਹਨਾਂ ਦੀ ਫੈਨ ਫੋਲੋਇੰਗ 'ਚ ਕਮੀ ਆਈ ਆ, ਪਰ ਕਹਿੰਦੇ ਮਿਸਟਰ ਹੌਰਗਨ ਦੀ ਜਿਹੜੀ ਆ ਪਪੂਲੈਰਿਟੀ ਉਹ ਅਜੇ ਵੀ ਸਿਖਰਾਂ ਦੇ ਉੱਤੇ ਆ। ਹਾਂ ਤਰਨ, ਮਿਸਟਰ ਹੌਰਗਨ ਦੇ NDP ਦੇ ਪ੍ਰੀਮੀਅਰ ਨੇ ਜੀ ਤੁਹਾਡੇ, ਇਹ ਉਹਨਾਂ ਦੀ ਪਪੂਲੈਰਿਟੀ ਹਜੇ ਵੀ ਜ਼ਿਆਦਾ ਆ, ਔਰ ਕਿਤੇ ਵੱਧ ਹੈਗੀ ਜੀ ਉਹਨਾਂ ਦੀ। ਜਿਹੜੇ ਲਿਬਰਲਸ ਹੈਗੇ ਨੇ ਉਹਨਾਂ ਤੋਂ ਕਿਤੇ ਉੱਪਰ ਫਿਰਦੇ, ਗ੍ਰੀਨ ਪਾਰਟੀ ਤੋਂ ਕਿਤੇ ਉੱਪਰ ਫਿਰਦੇ ਨੇ ਜੀ। ਔਰ ਜਿਹੜੇ ਹਿਸਾਬ 'ਚ ਜਿਹੜੀਆਂ ਆਹ ਪੋਲਸ ਹੈਗੀਆਂ ਨੇ ਤਰਨ, ਉਹਨਾਂ ਦੀ 40 BC ਵਾਲੇ ਜਿਹੜੇ 48% ਦੇ ਸੀਗੇ ਜੀ, ਐਂਡਰੂ ਵਿਲਕਨਸਨ 49% ਤੇ ਆ ਗਏ ਨੇ ਜੀ। ਸੋ ਗ੍ਰੀਨ ਪਾਰਟੀ 37% ਤੇ ਆ ਗਈ ਹੈ। ਇਹਦੇ ਨਾਲ ਜਿਹੜੀ ਓਵਰਆਲ ਸਪੋਰਟ ਹੈ NDP ਨੂੰ ਸਾਰੇ BC ਵਾਲਿਆਂ ਦੇ ਵਿੱਚ 44% ਹੈ ਜੀ। 44% ਜਿਹੜਾ ਨੰਬਰ ਆ ਤਰਨ, ਉਹ ਮੈਜੋਰਿਟੀ ਵਾਲਾ ਪਾਸਾ ਹੁੰਦਾ। 40 ਤੋਂ ਉੱਪਰ ਜਦੋਂ ਆਮ ਚਲਾ ਜਾਂਦਾ ਤਾਂ ਚਾਂਸ ਹੁੰਦਾ ਕਿ ਮੈਜੋਰਿਟੀ ਗਵਰਨਮੈਂਟ ਬਣੇਗੀ। ਜਿਹੜੀ ਇਸ ਵੇਲੇ BC ਦੀ ਮਿਨੋਰਟੀ ਗਵਰਨਮੈਂਟ ਹੈ ਜੀ, ਮੈਨੂੰ ਲੱਗਦਾ ਜੌਨ ਹੌਰਗਨ ਸਾਹਿਬ ਦੇ ਇਹ ਹੱਕ ਦੇ ਵਿੱਚ ਜਾਏਗੀ ਜੀ। ਜਿਵੇਂ ਆਪਣੇ ਐਟਲਾਂਟਿਕ ਗਾਰਡਨ ਦੇ ਵਿੱਚ, ਨਿਊ ਬ੍ਰੰਸਵਿਕ ਵਿੱਚ ਇਹ ਗੱਲ ਹੋਈ ਹੈ, ਕੰਜ਼ਰਵੇਟਿਵ ਦੀ ਮੈਜੋਰਿਟੀ ਬਣ ਗਈ ਹੈ। ਹੁਣ ਇੱਥੇ ਵੀ ਇਹ ਹੋ ਰਹੀ ਆ, ਔਰ ਇਹਦੇ ਸਿਰ ਤੇ ਇੱਕ ਹੋਰ ਚੀਜ਼ ਸ਼ੁਰੂ ਹੋ ਗਈ ਤਰਨ, ਆਪਣੇ ਅੰਟੈਰੀਓ ਦੇ ਵਿੱਚ। ਅੰਟੈਰੀਓ ਦੇ ਵਿੱਚ ਜਿਹੜੀ ਸਾਡੀ ਸਰਕਾਰ ਹੈ ਫੋਰਡ ਸਾਹਿਬ ਦੀ, ਬਹੁਤ ਨਿਗਾਹ ਰੱਖ ਰਹੀ ਹੈ BC ਦੇ ਉੱਤੇ, ਵੀ ਜੇ ਕਿਤੇ ਉੱਥੇ ਮੈਜੋਰਿਟੀ ਆ ਜਾਂਦੀ ਹੈ ਤਾਂ ਸ਼ਾਇਦ, ਮੈਂ ਸ਼ਾਇਦ ਕਹਿ ਰਿਹਾ ਜੀ, ਪਰ ਇਹ ਗੱਲ ਖੁਸਰ ਫੁਸਰ ਪਿੱਛੇ ਸ਼ੁਰੂ ਹੋ ਗਈ ਆ। ਇਸ ਵੇਲੇ ਜਿਹੜੀ ਸਾਡੀ ਇੱਥੋਂ ਦੀ ਕੰਜ਼ਰਵੇਟਿਵ ਪਾਰਟੀ ਹੈ ਜੀ, ਉਹਦਾ ਹੁਣ ਪੂਰਾ ਜ਼ੋਰ ਲੱਗਿਆ ਹੈ ਕਿ ਜਿਹੜੀਆਂ ਇਹਨਾਂ ਦੀਆਂ 52 ਸੀਟਾਂ ਰਹਿ ਗਈਆਂ ਸੀ ਜਿਹੜੀਆਂ ਹਰੇ ਆ ਪਿਛਲੀ ਵਾਰੀ, ਉੱਥੇ ਨੋਮੀਨੇਸ਼ਨ ਦਾ ਹੁਣ ਬਹੁਤ ਜ਼ੋਰ ਲੱਗਿਆ। ਔਰ ਹੋ ਸਕਦਾ ਜੀ ਸ਼ਾਇਦ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ, ਹਲੇ 600 ਤੋਂ ਉੱਪਰ ਦਿਨ ਰਹਿੰਦੇ ਆ ਜੀ ਸਾਡੀ ਇੱਥੋਂ ਦੀ ਸਰਕਾਰ ਦੇ, ਸ਼ਾਇਦ ਅਗਲੇ ਸਾਲ ਦੇ ਸ਼ੁਰੂ ਵਿੱਚ ਜੇ ਹਾਲਾਤ ਇਹਨਾਂ ਦੇ ਫੇਵਰੇਬਲ ਹੋਏ ਤਾਂ ਸ਼ਾਇਦ ਸਾਡੇ ਵਿਚਾਲੇ ਇਲੈਕਸ਼ਨ ਆ ਜਾਏਗੀ। ਤੁਸੀਂ ਇਹ ਮੈਨੂੰ ਸਵਾਲ ਜ਼ਰੂਰ ਕਰ ਸਕਦੇ ਹੋ ਵੀ ਇਲੈਕਸ਼ਨ ਦਾ ਇੱਥੋਂ ਦਾ ਸਾਡਾ ਕਾਨੂੰਨ ਆ, ਹਰ 4 ਸਾਲ ਹੀ ਹੋਈ ਇਲੈਕਸ਼ਨ ਹੋਣੀ ਆ, ਉਦੋਂ ਅੱਗੇ ਪਿੱਛੇ ਨਹੀਂ ਹੋ ਸਕਦੀ। ਬਿਲਕੁਲ ਸਹੀ ਗੱਲ ਹੈ ਜੀ, ਪਰ ਉਹਦੇ ਵਿੱਚ ਸਪੈਸ਼ਲ ਆਪਣੀ ਉਹਦੇ ਵਿੱਚ ਲੈਜਿਸਲੇਚਰ ਦੇ ਵਿੱਚ ਇੱਕ ਨਵਾਂ ਬਿੱਲ ਲਿਆ ਕੇ ਪਾਸ ਕੀਤਾ ਜਾ ਸਕਦਾ, ਜਿਹਦੇ ਨਾਲ ਕਿ ਸਰਕਾਰ ਵਿਚਾਲੇ ਤੋੜੀ ਵੀ ਜਾ ਸਕਦੀ ਹੈ ਜੀ। ਬਿਲਕੁਲ। ਤੇ ਸਰ BC ਦੀ ਇਲੈਕਸ਼ਨਸ ਦੀ ਗੱਲ ਕਰੀਏ, ਕਹਿੰਦੇ ਇੱਕ ਹੁਣ ਵੇਲੇ ਤੱਕ ਅਜੇ ਤੱਕ 1,60,000 ਦੇ ਕਰੀਬ ਲੋਕਾਂ ਨੇ ਜਿਹੜੀਆਂ ਮੇਲ ਵੋਟਸ ਦੇ ਲਈ ਆਲਰੇਡੀ ਅਪਲਾਈ ਕਰ ਦਿੱਤਾ ਕਿ ਉਹਨਾਂ ਦੇ ਪੈਕੇजेस ਜਿਹੜੇ ਪਹੁੰਚ ਜਾਣ। ਤੁਸੀਂ ਦੇਖੋ ਜਿਹੜੀ ਪੈਂਡੈਮਿਕ ਹੈਗੀ ਹੈ ਇਹਦੇ ਕਿੰਨਾ ਅਸਰ ਪਾਇਆ ਹੈ, ਪਰ ਜਿਹੜੀ ਸਾਡੀ ਇਹ ਹਲੇ ਵੋਟਾਂ ਦੇਰ ਨੂੰ ਪੈਣੀਆਂ ਨੇ ਜੀ, ਹਜੇ ਕਈ ਹਫ਼ਤੇ ਰਹਿੰਦੇ ਨੇ। ਪਰ ਜਿਹੜੀ 1,60,000 ਦੀ ਰਿਕੁਐਸਟ ਹੁਣੇ ਆ ਗਈ ਹੈ, ਮੈਨੂੰ ਲੱਗਦਾ ਇਹ ਰਿਕੁਐਸਟ ਕਿਤੇ ਇਦੋਂ ਵੱਧ ਹੋਵੇਗੀ ਜੀ। ਇਸ ਵਾਰੀ ਇਹ ਰਿਕਾਰਡ ਤੋੜ ਮੈਨੂੰ ਲੱਗਦਾ ਮੇਲ ਇਨ ਬੈਲਟਸ ਆਉਣਗੇ, ਤਾਂ ਔਰ ਲੋਕੀ ਚਾਹੁੰਦੇ ਨਹੀਂ ਹੈ ਕਿ ਘਰਾਂ ਤੋਂ ਬਾਹਰ ਨਿਕਲਿਆ ਜਾਵੇ। ਔਰ ਜੇ ਜਿੰਨੇ ਵੱਧ ਵੋਟਾਂ ਮੇਰੇ ਖਿਆਲ ਘਰੇ ਆਰਡਰ ਕੀਤੀਆਂ ਜਾਂਦੀਆਂ, ਚਾਂਸਸ ਇਹ ਹੁੰਦੇ ਆ ਕਿ ਜਿਹੜੀ ਸਿਟਿੰਗ ਹੈਗੀ ਆ ਸਰਕਾਰ ਹੈਗੀ ਆ, ਬਹੁਤੀਆਂ ਉਹਦੇ ਹੱਕ ਵਾਲੀਆਂ ਹੁੰਦੀਆਂ ਨੇ ਜੀ। ਜੀ ਬਿਲਕੁਲ। ਤੇ ਸਰ ਇੱਕ ਖਬਰ ਹੋਰ ਸਾਂਝੀ ਕਰਾਂਗੇ, ਲੰਡਨ ਤੋਂ ਖਬਰ ਆ ਰਹੀ ਹੈ, ਕੁਝ ਮਿਲਦਾ ਜੁਲਦਾ ਮਾਮਲਾ ਆ, ਅਸੀਂ ਕਹਿ ਸਕਦੇ ਹਾਂ ਸੰਦੀਪ ਧਾਲੀਵਾਲ ਦੇ ਨਾਲ। ਜਦੋਂ ਉਹਨਾਂ ਨੇ ਸਰ ਇੱਕ ਸ਼ਖਸ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਲਾਈਟਸ ਦੇ ਉੱਤੇ ਰੋਕਿਆ ਸੀ ਜਸਟ ਉਹਦਾ ਲਾਇਸੈਂਸ ਚੈੱਕ ਕਰਨ ਲਈ, ਤਾਂ ਉਹਨੇ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਸੀ, ਜਿਨ੍ਹਾਂ ਨਾਲ ਉਹ ਸ਼ਹੀਦ ਹੋ ਗਏ ਸੀ ਔਨ ਡਿਊਟੀ। ਅਜਿਹੀ ਖਬਰ ਸਾਹਮਣੇ ਆਈ ਆ ਹੁਣ ਲੰਡਨ ਤੋਂ, ਜਿੱਥੇ ਇੱਕ ਪੁਲਿਸ ਅਫਸਰ ਨੂੰ ਜਦੋਂ ਉਹ ਇੱਕ ਸਸਪੈਕਟ ਨੂੰ ਡਿਟੇਨ ਕਰ ਰਿਹਾ ਸੀ, ਉਸ ਦੌਰਾਨ ਸਸਪੈਕਟ ਨੇ ਉਹਨਾਂ ਉੱਤੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਉਹ ਵੀ ਸ਼ਹੀਦ ਹੋ ਗਏ ਔਨ ਡਿਊਟੀ। ਗੋਲੀ ਚਲਾਉਣ ਤੋਂ ਬਾਅਦ ਉਹਨੇ ਖੁਦ ਨੂੰ ਵੀ ਗੋਲੀ ਮਾਰ ਲਈ। ਹਾਂ ਤਰਨ, ਇਹ ਕ੍ਰੇਡਨ ਕਸਟਡੀ ਸੈਂਟਰ ਹੈ ਜਿਹੜੇ ਤੁਹਾਡੇ ਲੰਡਨ 'ਚ ਰਹਿੰਦੇ ਨੇ, ਤੁਹਾਨੂੰ ਪਤਾ ਹੋਵੇਗਾ ਕਿਹੜੀ ਜਗ੍ਹਾ ਤੇ ਉੱਥੇ ਘਟਨਾ ਵਾਪਰੀ ਹੈ ਜੀ, ਦੁਰਘਟਨਾ ਵਾਪਰੀ ਹੈ ਜੀ। ਉੱਥੇ ਪੁਲਿਸ ਅਫਸਰ ਕਿਸੇ ਨੂੰ ਓਵਰਪਾਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਔਰ ਜਿਹੜਾ ਬੰਦਾ ਸੀਗਾ ਉਹਦੇ ਕੋਲੇ ਗਨ ਸੀਗੀ ਜੀ, ਉਹਨੇ ਗਨ ਚਲਾਈ ਹੈ ਜੀ। ਪੁਲਿਸ ਅਫਸਰ ਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਉਹਦੇ, ਤੇ ਮਗਰੋਂ ਉਹਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਉਹ ਜਿਹੜਾ ਬੰਦਾ ਸੀਗਾ, ਸਸਪੈਕਟ ਸੀਗਾ,
ਉਹ ਇਸ ਵੇਲੇ ਜੀ ਆਪਦੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹਸਪੀਟਲ ਦੇ ਵਿੱਚ। ਤੁਸੀਂ ਦੇਖੋ ਤਾਂ ਨਾ ਕੈਸੇ ਮੁਲਕ ਨੇ ਇਹ, ਹਾਲਾਂਕਿ ਉਹ ਦਿਸਦਾ ਵੀ ਉਹਨੇ ਕੌਪ ਦਾ ਕਤਲ ਕੀਤਾ, ਪਰ ਉਹਨੂੰ ਜ਼ਿੰਦਾ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਦੀ ਜ਼ਿੰਦਗੀ ਫਿਰ ਵੀ ਅਹਿਮੀਅਤ ਸਮਝੀ ਜਾ ਰਹੀ ਹੈ। ਹਾਂ ਠੀਕ ਹੈ, ਬਾਅਦ 'ਚ ਕੇਸ ਚੱਲਣਗੇ, ਗੱਲ ਵੱਖਰੀ ਹੈ, ਪਰ ਕਈ ਵਾਰੀ ਮੈਨੂੰ ਇਸ ਗੱਲ 'ਤੇ ਬੜੀ ਹੈਰਾਨੀ ਹੁੰਦੀ ਹੈ ਕਿ ਅਗਲੇ ਨੂੰ ਜ਼ਿੰਦਾ ਰੱਖਿਆ ਜਾਂਦਾ ਹੈ ਵੀ ਕੋਈ ਜਿਹੜਾ ਕਿ ਕਾਨੂੰਨ ਦੀ ਪਕੜ ਦੇ ਵਿੱਚ, ਗ੍ਰਿਫਤ ਵਿੱਚ ਲਿਆਂਦਾ ਜਾ ਸਕੇ, ਵੈਸੇ ਨਾ ਬੰਦੇ ਨੂੰ ਜਾਣਾ ਚਾਹੇ। ਬਿਲਕੁਲ ਸਰ, ਪਰ ਤੁਸੀਂ ਇੱਥੇ ਦੇਖੋ ਕਿ ਪੁਲਿਸ ਆਫੀਸਰਸ ਕਿੰਨੇ ਰਿਸਕ ਦੇ ਉੱਤੇ ਆਪਣੀ ਜਾਨ ਪਾ ਕੇ ਜਿਹੜਾ ਸਮਾਜ ਨੂੰ ਸੁਰੱਖਿਅਤ ਰੱਖਦੇ ਨੇ, ਤੇ ਅਜਿਹੇ ਵਿੱਚ ਪੁਲਿਸ ਵਾਲਿਆਂ ਦੇ ਲਈ ਵੀ ਰਿਸਪੈਕਟ ਜ਼ਰੂਰ ਬਣਦੀ ਹੈ। ਹਾਂਜੀ, ਮੇਅਰ ਸਾਦਿਕ ਖਾਨ ਸਾਹਿਬ ਨੇ ਵੀ ਇਸ ਗੱਲ ਦਾ ਜੀ ਅਫਸੋਸ ਜ਼ਾਹਰ ਕੀਤਾ ਵੀ ਇਹ ਜਿਹੜੀ ਬਹੁਤ ਵੱਡੀ ਦੁਰਘਟਨਾ ਵਾਪਰੀ ਆ। ਠੀਕ ਹੈ, ਸਾਡਾ ਫਰਜ਼ ਬਣਦਾ ਜੀ, ਪੁਲਿਸ ਵਾਲੇ ਫਰੰਟ ਲਾਈਨ ਤੇ ਜਾਂਦੇ ਨਹੀਂ ਜੀ, ਹਰ ਥਾਂ ਦੇ ਉੱਤੇ। ਪਤਾ ਨਹੀਂ ਜਦੋਂ ਐਕਚੁਅਲੀ ਤਰਨ ਕਿਸੇ ਨੂੰ ਜੇ ਕਿਸੇ ਨੂੰ ਸੜਕ ਦੇ ਉੱਤੇ ਰੋਕਿਆ ਵੀ ਜਾਂਦਾ ਨਾ, ਤਾਂ ਉਹ ਵੀ ਪਤਾ ਨਹੀਂ ਕੈਸੀ ਘਟਨਾ ਵਾਪਰਨੀ ਹੈ, ਅੰਦਰੋਂ ਪਤਾ ਨਹੀਂ ਕੈਸਾ ਬੰਦਾ ਨਿਕਲਣਾ। ਇਸੇ ਕਰਕੇ ਸਭ ਨੂੰ ਇਹ ਕਿਹਾ ਜਾਂਦਾ ਜੀ ਕਿ ਤੁਸੀਂ ਜਦੋਂ ਪੁਲਿਸ ਅਫਸਰ ਰੋਕਦਾ ਜੀ, ਤੁਸੀਂ ਗੱਡੀ ਦੇ ਵਿੱਚ ਬੈਠੇ ਰਹਿਣਾ, ਡੋਰ ਨਹੀਂ ਜੀ ਖੋਲਣਾ, ਆਦਾ ਵਿੰਡੋ ਖੋਲ ਸਕਦੇ ਹੋ, ਔਰ ਤੁਹਾਡੇ ਦੋਨੇ ਹੱਥ ਵਿਜ਼ੀਬਲ ਹੋਣੇ ਚਾਹੀਦੇ ਆ ਕਾਪ ਨੂੰ। ਜੇ ਤੁਹਾਡੇ ਹੱਥ ਵਿਜ਼ੀਬਲ ਨਹੀਂ ਹੈਗੇ ਤਾਂ ਖਤਰੇ ਦੀ ਘੰਟੀ ਹੈ। ਸੋ ਪਲੀਜ਼ ਇਹ ਸ਼ੋਅ ਕਰਿਆ ਕਰੋ ਕਿ ਤੁਹਾਡੇ ਕੋਲੇ ਕੁਝ ਨਹੀਂ ਹੈ ਜੀ। ਬਿਲਕੁਲ ਜੀ, ਅਗਲੀ ਖਬਰ ਸਾਹਮਣੇ ਆ ਰਹੀ ਹੈ ਸਰ, ਬਰੈਂਪਟਨ ਤੋਂ ਕਹਿੰਦੇ ਗੋਲੀਬਾਰੀ ਦੀ ਘਟਨਾ ਹੋਈ ਹੈ, ਟਰਕਿੰਗ ਯਾਰਡ ਦੇ ਵਿੱਚ ਇੱਕ ਲਾਸ਼ ਬਰਾਮਦ ਹੋਈ ਹੈ। ਰਦਰਫੋਰਡ ਐਂਡ ਕੁਈਨ ਦਾ ਏਰੀਆ ਜੀ, ਜਿਹੜੇ ਬਰੈਂਪਟਨ ਵਾਸੀ ਜੀ ਉਹਨੂੰ ਦੱਸਣੀ ਚਾਹੁੰਦਾ ਜੀ, ਸਵੇਰੇ ਦੀ ਗੱਲ ਹੈ ਕਿ ਉੱਥੇ ਇੱਕ ਹੋਰ ਉਸ ਯਾਰਡ ਦੇ ਵਿੱਚ, ਟਰੱਕ ਯਾਰਡ ਹੈ ਜੀ, ਉੱਥੇ ਇੱਕ ਹੋਰ ਉੱਥੋਂ ਦਾ ਬੰਦਾ ਉੱਥੇ ਗਿਆ ਜੀ। ਜੋ ਉੱਥੇ ਗਿਆ ਤਾਂ ਉਹਨੇ ਦੇਖਿਆ ਇੱਕ ਬੰਦਾ ਦੇ ਗੋਲੀ ਵੱਜੀ ਹੋਈ ਹੈ, ਔਰ ਉਹਨੇ ਜਦ ਹੀ ਜਿਹੜੀ ਹੈਗੀ ਆ ਕਾਪ ਨੂੰ ਸੱਦਿਆ। ਉਹਦੇ ਐਂਬੂਲੈਂਸ ਸਟੇਸ਼ਨ ਉਹਦੇ ਬਿਲਕੁਲ ਨੇੜੇ ਹੀ ਆ ਤਰਨ, ਉੱਥੋਂ ਐਂਬੂਲੈਂਸ ਪਹੁੰਚੀ ਹੈ ਜੀ, ਉਹਨਾਂ ਨੇ ਟਰਾਈ ਕੀਤਾ ਉਹਨੂੰ ਰਿਵਾਈਵ ਕਰਨ ਦੀ। ਅਖੀਰ ਉਸ ਜਿਹੜਾ ਬੰਦਾ ਸੀ ਜਿਹਦੇ ਗੋਲੀ ਵੱਜੀ ਹੈ ਜੀ, ਉਹਦੀ ਮੌਤ ਹੋ ਗਈ ਹੈ। ਤੇ ਇਹਦੇ ਬਾਰੇ ਹੁਣ ਪਤਾ ਨਹੀਂ ਇਹ ਕੀ ਕਾਰਨ ਹੈ। ਘਟਨਾ ਜਿਹੜੀ ਟਰੱਕ ਯਾਰਡ ਦੇ ਵਿੱਚ ਹੈ ਵਾਪਰੀ ਹੈ, ਔਰ ਜਿਹੜੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਜਿੱਥੋਂ ਬੋਡੀ ਜਾਂ ਉਹ ਬੰਦੇ ਨੂੰ ਰਿਕਵਰ ਕੀਤਾ, ਜਦੋਂ ਉਹਦੇ ਨੇੜੇ ਤੇ ਕੋਈ ਵੀ ਸ਼ੈਲਿੰਗ ਹੈ ਨਹੀਂ, ਕੋਈ ਸ਼ੈਲ ਨਹੀਂ ਸੀ ਪਏ, ਖਾਲੀ ਖੋਖੇ ਨਹੀਂ ਸੀ ਪਏ, ਕੋਈ ਲੱਗਦਾ ਨਹੀਂ ਹੈ ਵੀ ਕਿ ਉਹ ਗੋਲੀ ਉੱਥੇ ਚੱਲੀ ਆ। ਹੋ ਸਕਦਾ ਗੋਲੀ ਕਿਸੇ ਹੋਰ ਜਗ੍ਹਾ ਚੱਲੀ ਹੋਵੇ ਤੇ ਉਸ ਬੰਦਾ ਜ਼ਖਮੀ ਹੋ ਕੇ ਉੱਥੇ ਆ ਡਿੱਗਿਆ ਹੋਵੇ। ਇਹ ਤਫਤੀਸ਼ ਜਾਰੀ ਹੈ ਜੀ। 9 ਵਜੇ ਤੱਕ ਕੋਈ ਨਹੀਂ ਦੱਸਿਆਗਾ, ਜੇ ਕਿਤੇ 9 ਆ ਗਿਆ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਬਿਲਕੁਲ ਸਰ, ਪਰ ਜਿਵੇਂ ਦੇਖ ਰਹੇ ਹਾਂ ਅਸੀਂ ਕ੍ਰਾਈਮ ਬਹੁਤ ਵੱਧ ਰਿਹਾ। ਪੁਲਿਸ ਵਾਲਿਆਂ ਦੀ ਵੀ ਅਸੀਂ ਗੱਲ ਕਰੀਏ, ਭਾਵੇਂ ਕਿ ਪੈਟਰੋਲਿੰਗ ਪੂਰੀ ਕਰ ਰਹੇ ਆ, ਰੋਡਸ ਦੇ ਉੱਤੇ ਵੀ ਦੇਖਦੇ ਹਾਂ ਅਸੀਂ, ਜਦੋਂ ਐਵੇਂ ਦੀਆਂ ਘਟਨਾਵਾਂ ਹੁੰਦੀਆਂ ਨੇ ਪੁਲਿਸ ਵਾਲੇ ਵੀ ਪੂਰਾ ਟਾਈਮ ਦੇ ਉੱਤੇ ਪਹੁੰਚਦੇ ਨੇ, ਪਰ ਫਿਰ ਵੀ ਸ਼ਾਇਦ ਅਪਰਾਧੀ ਜਿਹੜੇ ਆ ਲਗਾਤਾਰ ਬੇਖੌਫ ਨਜ਼ਰ ਆ ਰਹੇ ਨੇ। ਜਿਹੜਾ ਸਾਡੇ ਇਹ ਤਰਨ ਕਿਸੇ ਨਾ ਕਿਸੇ ਵੇਲੇ ਆਉਣ ਵਾਲੇ ਕੁਝ ਸਾਲਾਂ 'ਚ ਇਹ ਕਾਨੂੰਨ ਜ਼ਰੂਰ ਬਣੇਗਾ ਜੀ, ਜਿਹੜਾ ਗਨਸ ਜਿਹੜੀ ਕੈਰੀ ਕਰਦੇ ਆ ਵੀ ਉਹਨਾਂ ਦੇ ਉੱਤੇ ਸਖਤੀ ਆਏਗੀ ਜ਼ਰੂਰ। ਜਿਹਦੇ ਕੋਲ ਜਿਹੜੇ ਕ੍ਰਾਈਮ 'ਚ ਗਨ ਵਰਤੀ ਗਈ ਹੈ ਉਹਨਾਂ ਨੂੰ ਸਜ਼ਾਵਾਂ ਸਖਤ ਕਰਨੀਆਂ ਹੋਈ ਪੈਣਗੀਆਂ, ਕਿਉਂਕਿ ਇਸ ਵੇਲੇ ਇੰਨੀਆਂ ਸਜ਼ਾਵਾਂ ਸਖਤ ਹੈ ਨਹੀਂ ਕਿ। ਖਾਸ ਕਰਕੇ ਇੱਕ ਹੋਰ ਗੱਲ ਤਰਨ, ਜਿਹੜੇ ਮਾਈਨਰਸ ਨੇ ਉਹ ਬਹੁਤ ਹਥਿਆਰ ਵਰਤ ਰਹੇ ਨੇ। ਉਹ ਕਿਵੇਂ ਵਰਤ ਰਹੇ ਨੇ? ਜਿਹੜੇ ਵੱਡੇ ਆ ਉਹ ਉਹਨਾਂ ਨੂੰ ਵਰਤਦੇ ਆ, ਉਹਨਾਂ ਤੋਂ ਉਹ ਕ੍ਰਾਈਮ ਕਰਵਾਉਂਦੇ ਆ ਕਿ ਉਹ 2 ਸਾਲਾਂ ਦੇ ਵਿੱਚ ਬਾਹਰ ਆ ਜਾਂਦੇ ਨੇ, ਚਾਹੇ ਕਤਲ ਵੀ ਕੀਤਾ ਹੈ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ। ਔਰ ਇਹ ਮੈਨੂੰ ਲੱਗਦਾ ਇਸ ਕਾਨੂੰਨ ਦੇ ਉੱਤੇ ਜਿਹੜੇ ਜਿਸ ਹਿਸਾਬ 'ਚ ਗਨਸ ਅੱਜ ਕੱਲ੍ਹ ਵਰਤੀਆਂ ਜਾ ਰਹੀਆਂ ਨੇ, ਇਸ ਕਾਨੂੰਨ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਜ਼ਰੂਰ ਆਵੇਗੀ। ਸਰ ਜੁਵੇਨਾਈਲ ਦਾ ਤਾਂ ਹੈ ਹੀ, ਪਰ ਨਾਲ ਦੇ ਨਾਲ ਬੇਲ ਸਿਸਟਮ ਵੀ ਬਹੁਤ ਸੌਖਾ ਹੋ ਰਿਹਾ। ਬਿਲਕੁਲ ਹਾਂਜੀ, ਉਹੀ ਗੱਲਾਂ ਵੀ ਜਿਹੜੇ ਕਾਨੂੰਨ ਹੈਗਾ ਇਹਦੇ ਤੇ ਬਹੁਤ ਵੱਡੀਆਂ ਚੇਂਜਸ ਆਉਣੀਆਂ ਪੈਣੀਆਂ ਨੇ, ਲਿਆਉਣੀਆਂ ਪੈਣੀਆਂ ਨੇ। ਪਰ ਕਈ ਵਾਰੀ ਹਰ ਥਾਂ ਤੇ ਇੱਥੇ ਵੀ ਲਾਬੀ ਹੈਗੀ ਹੈ ਜੀ ਸਾਡੇ, ਜਿਹੜੇ ਚਾਹੁੰਦੇ ਨੇ ਵੀ ਗਨਸ ਹੋਣੀਆਂ ਚਾਹੀਦੀਆਂ ਨੇ। ਜਿਹੜੇ ਲੋਕ ਬਾਹਰ ਰਹਿੰਦੇ ਨੇ ਨਾ ਤਰਨ, ਸ਼ਹਿਰ ਦਾ ਤੇ ਸ਼ਹਿਰੋਂ ਬਾਹਰ ਰਹਿਣ ਵਾਲੇ ਲੋਕਾਂ ਦਾ ਫਰਕ ਹੈਗਾ। ਜਿਹੜਾ ਹੁਣ ਸੋਨੂੰ ਸਰਾਂ, ਹੁਣ ਮੈਂ ਅਲਬਰਟਾ ਜੋ ਮੈਂ ਡਰਾਈਵ ਕਰਕੇ ਆਇਆ, ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ, ਸੋਨੂੰ ਸਰਾਂ ਪਈ ਆ ਮੀਲਾਂ, ਸੈਂਕੜੇ ਮੀਲਾਂ 'ਚ ਕੋਈ ਤੁਹਾਨੂੰ ਦਿਸਦਾ ਕਿਤੇ ਕਿਤੇ ਹੈਗਾ। ਅਜਿਹੇ ਘਰ ਵਾਲਿਆਂ ਨੂੰ ਤਾਂ ਜ਼ਰੂਰਤ ਹੈਗੀ ਆ ਆਪਦੀ ਰਾਖੀ ਵਾਸਤੇ, ਪਰ ਜਿਹੜਾ ਸ਼ਹਿਰ ਦੇ ਵਿੱਚ ਹੈਗਾ ਇੱਥੇ ਪੁਲਿਸ ਤੁਹਾਡੇ 5 ਮਿੰਟ ਦੇ ਵਿੱਚ ਆ ਜਾਂਦੀ ਹੈ, ਉੱਥੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਬਿਲਕੁਲ ਜੀ, ਤੇ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਸਰ, ਨਿਊਜ਼ੀਲੈਂਡ ਵੱਲ ਥੋੜਾ ਜਿਹਾ ਰੁਕ ਕਰ ਲਈਏ। ਕੁਆਰੰਟਾਈਨ ਦੇ ਅਸੀਂ ਸਭ ਜਾਣਦੇ ਹਾਂ ਕਿ ਰੂਲਸ ਜਿਵੇਂ ਦੇ ਇਹਨਾਂ ਮੁਲਕਾਂ ਵਿੱਚ ਹੈਗੇ ਕਿ ਘੱਟੋ ਘੱਟ 14 ਦਿਨ ਲਈ ਤੁਹਾਨੂੰ ਜੇਕਰ ਐਂਟਰ ਕਰਦੇ ਹੋ ਕਿਸੇ ਵੀ ਕੰਟਰੀ ਵਿੱਚ, 14 ਦਿਨ ਲਈ ਆਪਣੇ ਆਪ ਨੂੰ ਕੁਆਰੰਟਾਈਨ ਕਰਨਾ ਬਹੁਤ ਜ਼ਰੂਰੀ ਹੈ। ਪਰ ਨਿਊਜ਼ੀਲੈਂਡ ਵਿੱਚ ਕੁਝ ਵੱਖਰੇ ਹੀ ਨਿਯਮ ਸਾਹਮਣੇ ਆਇਆ, ਕਹਿੰਦੇ ਕਿ ਤੁਸੀਂ ਸਮੁੰਦਰ ਕੰਢੇ ਕਰ ਸਕਦੇ ਹੋ, ਤੁਹਾਨੂੰ 14 ਦਿਨ ਵੀ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੈ। ਡਿਪੈਂਡ ਕਰਦਾ ਤਰਨ ਤੁਹਾਡੇ ਕੋਲ ਪੈਸੇ ਹੈਗੇ। ਉਹ ਕਹਿੰਦੇ ਜੀ $1 ਖਰਚੋ ਤਾਂ ਅਸੀਂ ਤੁਹਾਨੂੰ ਕੁਆਰੰਟਾਈਨ ਦੇ ਥੋੜੀ ਜੀ ਅਸੀਂ ਰਾਹਤ ਦੇ ਸਕਦੇ ਹਾਂ। ਹਾਂਜੀ, ਰਾਹਤ ਸੋਹਣਾ ਸ਼ਬਦ ਹੈ। ਉਹ ਇਉਂ ਹੈ ਜੀ, ਜਿਹੜੀ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਇੱਕ ਬੋਟਸ ਰਿਪੇਅਰ ਹੁੰਦੀ ਨੇ ਇੱਕ ਥਾਂ ਦੇ ਉੱਤੇ, ਖਾਸ ਜਿਹੜੀਆਂ ਯਾਟਸ ਨੇ, ਜਿਹੜੀਆਂ ਆਪਣੀਆਂ ਪਰਸਨਲ ਲੋਕਾਂ ਦੇ ਵੱਡੀਆਂ ਬੋਟਸ ਰੱਖੀਆਂ ਹੁੰਦੀਆਂ ਨੇ, ਉਹਨਾਂ ਦੀ ਰਿਪੇਅਰ ਹੈਗੀ ਜੀ। ਮਿਲੀਅਨਰਸ ਨੇ ਜਿਹੜੇ ਉਹਨਾਂ, ਉਹ ਉੱਥੇ ਜਿਹੜਾ ਰਿਪੇਅਰ ਕਰਾਉਂਦਾ ਤੇ ਉਹਦਾ ਤਕਰੀਬਨ $1 ਮਿਲੀਅਨ ਦੇ ਨੇੜੇ ਤੱਕ ਬਿੱਲ ਬਣਦਾ ਜੀ, ਉਹ ਅਲਾਉਡ ਨੇ। ਉਹ ਜਿਹੜੀ ਲਾਸਟ ਜਰਨੀ ਆ ਉਹ ਸ਼ੁਰੂ ਕਰਨੀ ਹੈ ਟਹੀਟੀ ਤੋਂ,
ਟਹੀਟੀ ਇੱਕ ਛੋਟਾ ਜਿਹਾ ਆਈਲੈਂਡ ਹੈ ਜੀ, ਉੱਥੇ ਲੋਕ ਛੁੱਟੀਆਂ ਵਾਸਤੇ ਜਾਂਦੇ ਨੇ। ਟਹੀਟੀ ਦੀ ਡਰਿੰਕ ਵੀ ਹੈਗੀ ਐਕਚੁਅਲੀ। ਉੱਥੋਂ ਬੋਟ ਜਦੋਂ ਸ਼ੁਰੂ ਹੁੰਦੀ ਆ, ਉਹਨਾਂ ਦਾ ਕੁਆਰੰਟੀਨ ਟਾਈਮ ਉਦੋਂ ਗਿਣਨ ਲੱਗ ਜਾਂਦੇ ਨੇ। ਟਹੀਟੀ ਤੋਂ ਨਿਊਜ਼ੀਲੈਂਡ ਆਉਣ ਵਾਸਤੇ 8 ਦਿਨ ਲੱਗਦੇ ਨੇ। ਸੋ ਉਹਨਾਂ ਨੂੰ 8 ਦਿਨ ਦੀ ਰਾਹਤ ਹੈਗੀ ਆ। ਪਰ ਉਹ 'ਚ ਇੱਕ ਥੋੜਾ ਹੋਰ ਗੱਲ ਹੈਗੀ ਆ, ਕਿਉਂਕਿ ਜੇ ਰਿਪੇਅਰ ਵਾਸਤੇ ਬੋਟ ਆਉਣੀ ਆ ਤਾਂ ਉਹਦੇ ਨਾਲ ਓਨਰ ਨਹੀਂ ਆ ਸਕਦਾ, ਉਹ ਇਕੱਲਾ ਕਰੂ ਹੀ ਆਉਂਦਾ। ਸੋ ਕਰੂ ਤਾਂ ਆ ਕੇ ਉੱਥੇ ਮੌਜ ਮੇਲਾ ਕਰ ਸਕਦਾ, ਜਿਹੜਾ ਐਕਚੁਅਲ ਬਿਲੀਅਨਰ ਓਨਰ ਹੈਗਾ ਉਹ ਨਹੀਂ ਜਾ ਸਕਦਾ। ਫਿਰ ਵੀ ਜਿਹੜਾ ਕਰੂ ਹੈ ਜਾਣੀ ਉਹਨਾਂ ਨੂੰ 8 ਦਿਨ ਦੀ ਛੋਟ ਮਿਲ ਜਾਂਦੀ ਹੈ। ਕਿਆ ਬਾਤ ਹੈ ਸਰ, ਮੈਨੂੰ ਲੱਗਦਾ ਹੈ ਕਿ ਜੇਬ 'ਚ ਪੈਸੇ ਹੋਣ ਤਾਂ ਕਾਫੀ ਚੀਜ਼ਾਂ ਵਿੱਚ ਤੁਹਾਨੂੰ ਰਾਹਤ ਮਿਲ ਸਕਦੀ ਹੈ। ਤਾਂ ਦੇਖੋ ਜੀ, ਦਾਮ ਬਣਾਏ ਕਾਮ, ਤੁਸੀਂ ਪੈਸੇ ਲਾਉਣੇ, ਰੁਪਈਏ ਵੀ ਬਣ ਜਾਂਦੇ ਆ ਜੀ, ਉਹਦੇ ਬਹੁਤ ਕੁਝ ਹੋ ਜਾਂਦਾ। ਰੁਪਈਏ ਜੇ ਥੱਲੇ ਲਾਏ ਜਾਣ, ਡਾਲਰ ਲਾਏ ਜਾਣ ਤਾਂ ਬੜਾ ਕੰਮ ਕਰਦੇ ਆ ਜੀ। ਬਾਪ ਬੜਾ ਨਾ ਭਈਆ, ਸਭ ਤੋਂ ਬੜਾ ਰੁਪਈਆ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਆਪਾਂ ਦੇਖ ਰਹੇ ਹਾਂ ਕਿ ਮਾਸਕ ਪਾਉਣ ਵਾਲੇ ਤਾਂ ਪਾਈ ਜਾ ਰਹੇ ਨੇ, ਪਰ ਜਿਨ੍ਹਾਂ ਨੇ ਮਾਸਕ ਨਹੀਂ ਪਾਉਣਾ, ਜਿੰਨਾ ਮਰਜ਼ੀ ਧੱਕਾ ਕਰ ਲਓ, ਉਹਨਾਂ ਨੇ ਪਾਉਣਾ ਹੀ ਨਹੀਂ ਹੈ। ਸੋ ਖਬਰ ਆਈ ਹੈ ਜਿਸ ਵਕਤ ਉਹ ਤੋਂ ਸਾਹਮਣੇ ਆਈ ਹੈ, ਇੱਕ ਮਦਰ ਆਪਣੇ ਬੇਟੇ ਦਾ ਫੁੱਟਬਾਲ ਮੈਚ ਦੇਖਣ ਗਈ ਹੈ, ਮਾਸਕ ਨਹੀਂ ਪਾਇਆ ਹੋਇਆ ਸੀ। ਪੁਲਿਸ ਨੇ ਉਹਨੂੰ ਬੇਨਤੀ ਕੀਤੀ ਕਿ ਮਾਸਕ ਪਾ, ਉਹਨਾਂ ਨੇ ਨਹੀਂ ਪਾਇਆ, ਫਿਰ ਉਸ ਤੋਂ ਬਾਅਦ ਧੱਕਾ ਕੀਤਾ ਗਿਆ। ਦੇਖੋ ਜੀ, ਉਹਨੇ ਆਪਦੇ ਬੇਟੇ ਦੀ ਫੁੱਟਬਾਲ ਦੀ ਗੇਮ ਦੇ ਵਿੱਚ ਕੰਜੀ ਘੋਲੀ ਆ। ਉਹਨੂੰ ਕਿਹਾ ਗਿਆ ਕਿ ਸਟੈਂਡਸ ਦੇ ਵਿੱਚ ਬੈਠੀ ਸੀ, ਬਾਕੀ ਸਾਰੇ ਲੋਕ ਵੀ ਜਿੰਨੀ ਸੋਸ਼ਲ ਡਿਸਟੈਂਸਿੰਗ ਚਾਹੀਦੀ ਆ ਉਹਦੇ ਮੁਤਾਬਕ ਬੈਠੇ ਸੀ, ਤੇ ਇਹ ਸ਼੍ਰੀਮਤੀ ਜੀ ਨੇ ਮਾਸਕ ਨਹੀਂ ਸੀ ਪਾਇਆ ਹੈ। ਉਹਨਾਂ ਨੂੰ ਪਹਿਲਾਂ ਕਿਹਾ ਗਿਆ ਪਰ ਨਹੀਂ ਜੀ। ਅਖੀਰ ਫਿਰ ਪੁਲਿਸ ਆਈ ਹੈ ਤੇ ਉਹ ਪੁਲਿਸ ਨੂੰ ਵੀ ਕਹਿੰਦੀ ਤੁਸੀਂ ਮੈਨੂੰ ਹੱਥ ਨਹੀਂ ਲਾ ਸਕਦੇ। ਅਖੀਰ ਜੀ ਫਿਰ ਪੁਲਿਸ ਵਾਲੇ ਜਿਵੇਂ ਲੈ ਕੇ ਜਾਂਦੇ ਹੁੰਦੇ ਆ ਜੀ, ਉਵੇਂ ਫਿਰ ਉਹਨੂੰ ਲੈ ਕੇ ਗਏ ਜੀ। ਉਹਨੂੰ ਹੱਥਕੜੀਆਂ ਵੀ ਲਾਈਆਂ ਨੇ। ਔਰ ਹੈਰਾਨੀ ਦੀ ਗੱਲ ਇਹ ਹੁਣ ਦੇਖੋ ਤਰਨ, ਉਹਦੀ ਜੇਬ ਦੇ ਵਿੱਚ ਮਾਸਕ ਵੀ ਪਾਇਆ ਹੈ, ਜਿਹੜਾ ਦਿਸਦਾ ਉਹਦੀ ਜੇਬ 'ਚ ਪਾਇਆ ਹੈ, ਪਰ ਉਹਨੂੰ ਮਾਸਕ ਕੱਢ ਕੇ ਮੂੰਹ ਤੇ ਲਾਉਣ ਦੀ ਥਾਂ ਤੇ ਜਿਹੜਾ ਕੁਛ ਉਹਨੇ ਆਪਦੇ ਨਾਲ ਆਹ ਕੁਛ ਕਰਾਇਆ, ਜੇ ਸੋਚਿਆ ਜਾਵੇ, ਜੇ ਘਰੇ ਜਾਵੇਗੀ ਸ਼ੀਸ਼ੇ 'ਚ ਮੂੰਹ ਦੇਖ ਕੇ ਆਪਦੇ ਨਾਲ ਗੱਲ ਕਰੇਗੀ ਤਾਂ ਕਹੇਗੀ, ਜਿਹੜਾ ਸ਼ੀਸ਼ੇ 'ਚ ਜਿਹੜਾ ਇਹਨੂੰ ਦੇਖਿਆ ਫਿਟੇ ਮੂੰਹ ਹੀ ਕਹੇਗਾ ਤਾਂ ਹੋਰ ਕੀ ਨਹੀਂ ਕਹੇਗਾ। ਆਪਦੇ ਬੱਚੇ ਦੀ ਗੇਮ ਵੀ ਖਰਾਬ ਕੀਤੀ, ਆਪਦੇ ਹੱਥਕੜੀਆਂ ਵੀ ਲਵਾਈਆਂ। ਹੁਣ ਜਿਹੜੀ ਖੇ ਖਰਾਬੀ ਹੋਣੀ ਆ ਵੱਖਰੀ ਹੈ ਜੀ, ਕਾਨੂੰਨ ਦੇ ਵਿੱਚ ਜਿਕੜੇ 'ਚ ਵੱਖਰਾ, ਪੈਸੇ ਵੱਖਰੇ, ਵਕੀਲਾਂ ਨੂੰ ਇੱਥੇ ਤੱਕ ਜਾਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਪਹਿਲਾਂ ਹੀ ਗੱਲ ਨਿਬੜ ਜਾਂਦੀ ਹੁੰਦੀ ਹੈ। ਪਰ ਸਰ ਤੁਸੀਂ ਇਹ ਦੇਖੋ ਕਿ ਪੁਲਿਸ ਵਾਲਿਆਂ ਨੇ ਬੜੇ ਹੀ ਆਰਾਮ ਨਾਲ ਉਸ ਨੂੰ ਆ ਕੇ ਕਿਹਾ। ਜਦੋਂ ਮੈਂ ਪੂਰੀ ਵੀਡੀਓ ਵੇਖੀ, ਇੰਨਾ ਉਹ ਔਰਤ ਚਿੱਲਾ ਰਹੀ ਹੈ, ਇੰਨਾ ਬੋਲ ਰਹੀ ਹੈ, ਇੰਨਾ ਸਭ ਕੁਝ ਕਰਨ ਦੀ ਬਜਾਏ ਤੁਸੀਂ ਆਪਣੇ ਬੇਟੇ ਦਾ ਮੈਚ ਦੇਖਣ ਆਏ ਹੋ, ਉਹਨੂੰ ਚੀਅਰ ਅਪ ਕਰਨ ਲਈ ਆਏ ਹੋ। ਤੁਸੀਂ ਉੱਥੇ ਰੂਲਸ ਨੂੰ ਫੋਲੋ ਕਰ ਲਓ। ਬਾਕੀ ਲੋਕ ਵੀ ਤਾਂ ਬੈਠੇ ਨੇ ਜਿਹੜੇ ਦੇਖ ਰਹੇ ਨੇ, ਆਪਣੇ ਬੱਚਿਆਂ ਦਾ ਮੈਚ ਦੇਖਣ ਲਈ ਆਏ ਨੇ। ਇੰਨਾ ਹੁੜਦੰਗ ਮਚਾਉਣ ਦੀ ਕੀ ਲੋੜ ਪਈ ਸੀ? ਉਹਨੇ ਐਕਸਕਿਊਜ਼ ਪਤਾ ਕੀ ਦਿੱਤਾ ਵੀ ਮੈਨੂੰ ਐਸਮਾ ਵਾਲਾ ਤਾਂ ਇੰਨਾ ਰੌਲਾ ਪਾ ਹੀ ਨਹੀਂ ਸਕਦਾ, ਉਹ ਦਮੋਂ ਨਿਕਲ ਜਾਂਦਾ ਜਿਹੜਾ ਐਸਮੇ ਵਾਲਾ ਹੈਗਾ। ਤੇ ਇਹ ਤਾਂ ਬਸ ਜੀ ਮੈਨੂੰ ਲੱਗਦਾ ਜਿਹੜਾ ਟਰੰਪ ਸਾਹਿਬ ਵਾਲਾ ਹੈਗਾ ਜੀ, ਉਹ ਇਹਨਾਂ ਦੇ ਸਿਰ ਤੇ ਫਿਰਿਆ ਲੱਗਦਾ ਜੀ, ਉਹ ਜਿਹੜੀ ਸਵਾਹ ਪਾਈ ਹੋਈ ਇਹਨਾਂ ਦੇ ਸਿਰ 'ਚ, ਔਰ ਇਹ ਉਸ ਗੱਲ ਨੂੰ ਮੰਨ ਰਹੀ ਸੀ ਜੀ। ਪਰ ਤੁਸੀਂ ਇਹ ਦੇਖੋ ਸਰ ਕਿ ਐਵੇਂ ਦੀਆਂ ਐਗਜ਼ਾਮਪਲਸ ਸਭ ਪਾਸੇ ਦਿਖ ਰਹੀਆਂ ਨੇ, ਚਾਹੇ ਉਹ ਕੈਨੇਡਾ ਹੋਵੇ, ਚਾਹੇ ਯੂਐਸ ਹੋਵੇ, ਚਾਹੇ ਆਸਟ੍ਰੇਲੀਆ ਹੋਵੇ, ਗਰੋਸਰੀ ਸਟੋਰਸ ਤੋਂ ਲੈ ਕੇ ਰੈਸਟੋਰੈਂਟਸ ਤੱਕ ਸਭ ਪਾਸੇ ਐਵੇਂ ਦੀਆਂ ਐਗਜ਼ਾਮਪਲਸ ਦੇਖਣ ਨੂੰ ਮਿਲ ਰਹੀਆਂ ਨੇ, ਜਿਨ੍ਹਾਂ ਨੇ ਮਾਸਕ ਪਾਉਣਾ ਹੀ ਨਹੀਂ ਹੈਗੇ। ਜਿਹਨੇ ਮਥੇ ਆ ਵੀ ਨਹੀਂ ਪਾਉਣਾ, ਉਹਨੂੰ ਕੋਈ ਕੁਛ ਨਹੀਂ ਜੀ ਕਰ ਸਕਦਾ, ਉਹਨੂੰ ਕਾਨੂੰਨ ਹੀ ਠੀਕ ਕਰ ਸਕਦਾ ਜੀ। ਔਰ ਇਸੇ ਕਰਕੇ ਕਾਨੂੰਨ ਅੱਜ ਕੱਲ੍ਹ, ਹਾਲਾਂਕਿ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਆ, ਮਾਸਕ ਜੀ ਕੁਛ ਵੀ ਹੈ, ਇਟਸ ਅ ਪ੍ਰੂਵਨ ਫੈਕਟਰ। ਜਿਹੜੇ ਲੋਕ ਮਾਸਕ ਪਾਉਂਦੇ ਆ ਉਹਨਾਂ ਨੂੰ ਕੋਵਿਡ-19 ਦੇ ਚਾਂਸਸ ਬਹੁਤ ਘੱਟ ਹੈ ਜੀ। ਪਰ ਜੋ ਇਹ ਹੈ ਕਿ ਤੁਸੀਂ ਆਪਣੇ ਜਦ ਤੱਕ ਘਰ 'ਚ ਬੈਠੇ ਹੋ, ਤੁਹਾਡੀ ਮਰਜ਼ੀ ਚੱਲੇਗੀ, ਜੋ ਮਰਜ਼ੀ ਕਰੋ। ਜਦੋਂ ਤੁਸੀਂ ਕਿਸੇ ਹੋਰ ਦੇ ਅਦਾਰੇ ਵਿੱਚ ਜਾਂਦੇ ਹੋ ਤਾਂ ਉਸ ਅਦਾਰੇ ਵਾਲੇ ਦੀ ਮਰਜ਼ੀ ਚੱਲੇਗੀ। ਤੁਸੀਂ ਨਹੀਂ ਪਾਉਣਾ, ਤੁਸੀਂ ਉੱਥੇ ਨਾ ਜਾਓ। ਬਿਲਕੁਲ ਸਹੀ ਗੱਲ ਹੈ। ਪਾਉਣਾ ਪੈਣਾ ਆ ਜੇ ਤੁਸੀਂ ਕਿਸੇ ਅਗਲੇ ਦੀ ਟੈਰੀਟਰੀ ਦੇ ਵਿੱਚ ਜਾ ਰਹੇ ਹੋ। ਜਿਵੇਂ ਅਸੀਂ ਕਹਿੰਦੇ ਹਾਂ ਜੈਸਾ ਦੇਸ ਵੈਸਾ ਭੇਸ, ਜੇ ਅਸੀਂ ਕੈਨੇਡਾ ਆ, ਕੈਨੇਡਾ ਦੇ ਰੂਲਸ ਰੈਗੂਲੇਸ਼ਨਸ ਫੋਲੋ ਕਰ ਰਹੇ ਹਾਂ। ਜੇ ਤੁਸੀਂ ਆਪਣੇ ਘਰ 'ਚੋਂ ਨਿਕਲ ਕੇ ਵਾਲਮਾਰਟ ਜਾ ਰਹੇ ਹੋ ਤਾਂ ਤੁਹਾਨੂੰ ਉੱਥੋਂ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਪੈਣਾ ਆ, ਨਹੀਂ ਤਾਂ ਤੁਸੀਂ ਜਾਓ ਨਾ। ਇਹ ਕਈਆਂ ਦੇ ਇਹ ਗੱਲ ਖਾਨੇ ਨਹੀਂ ਪੈਂਦੀ, ਜਾਂ ਇਉਂ ਲਾ ਲੈਂਦੇ ਉਹਨਾਂ ਦੇ ਉਹ ਖਾਨਾ ਹੀ ਹੁੰਦਾ ਜਿਹੇ ਜਿਹੀ ਗੱਲ ਪੈਣੀ ਹੁੰਦੀ ਹੈ। ਤਰਨ ਕਿਹੜਾ ਕਹਿੰਦਾ ਵੀ ਸਮਝਾਵੇ ਕਿਹੜਾ। ਬਿਲਕੁਲ ਜੀ ਸਰ, ਆਪਾਂ ਪਹਿਲਾਂ ਪਿਛਲੀ ਵਾਰੀ ਇੱਕ ਡਿਸਕਸ਼ਨ ਕੀਤੀ ਸੀ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ, ਤੇ ਇੱਕ ਡੈਥ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ। ਸੁਣਨ ਦੇ ਵਿੱਚ ਆਇਆ ਕਿ ਨਾਰਥ ਕੋਰੀਆ ਤੋਂ ਕਿਮ ਜੋਂਗ ਉਨ ਨੇ ਉਸ ਮਾਮਲੇ ਦੇ ਵਿੱਚ ਮੁਆਫੀ ਮੰਗੀ ਹੈ। ਇਹ ਬੜੀ ਵੱਡੀ ਗੱਲ ਹੈ ਤਰਨ। ਇਹ ਜਿਹੜੀ ਮਾਫੀ ਮੰਗੀ ਹੈ, ਅੱਗੇ ਉੱਥੋਂ ਉਸ ਲੀਡਰ ਨੇ ਕਦੇ ਵੀ ਮਾਫੀ ਨਹੀਂ ਜੀ ਮੰਗੀ ਕਿਸੇ ਗੱਲ ਦੀ। ਔਰ ਇਹ ਹਾਲਾਂਕਿ ਕੱਲ ਜਿਹੜੀ ਆਪਾਂ ਗੱਲ ਕੀਤੀ ਸੀਗੀ ਉਹ 'ਚ ਕੁਝ ਸ਼ੱਕੀ ਲੱਗਦਾ ਸੀਗਾ ਵੀ ਸ਼ਾਇਦ ਇਹ ਘਟਨਾ ਕਿਹੜੇ ਹਿਸਾਬ 'ਚ ਵਾਪਰੀ ਹੋਵੇਗੀ, ਪਰ ਉਹਨੇ ਐਕਸੈਪਟ ਕੀਤਾ ਜੀ ਵੀ ਇਹ ਜਿਹੜੀ ਗੱਲ ਘਟਨਾ ਵਾਪਰੀ ਹੈ ਇਹ ਹੋਣੀ ਨਹੀਂ ਸੀ ਚਾਹੀਦੀ। ਇਸ ਗੱਲ ਦੀ ਕਹਿੰਦਾ ਮੈਂ ਮਾਫੀ ਮੰਗਦਾ। ਇਹਦੇ ਨਾਲ ਹੋਰ ਗੱਲਾਂ ਬਹੁਤ ਬੁਰੇ ਆਈਆਂ ਨੇ ਤਰਨ। ਆਪਾਂ ਕੁਝ ਹਫ਼ਤੇ ਪਹਿਲਾਂ ਗੱਲਾਂ ਕੀਤੀਆਂ ਸੀਗੇ ਜੀ, ਇਹ ਕਿਮ ਜੋਂਗ ਉਨ ਬਿਮਾਰ ਹੈ, ਢਿੱਲਾ। ਕਈਆਂ ਨੇ ਇਹ ਵੀ ਖਬਰ ਕਿਸੇ ਨਿਊਜ਼ਪੇਪਰ ਨੇ ਲਾਤੀ ਸੀਗੀ ਕਿ ਉਹਦੀ ਡੈਥ ਹੋ ਗਈ ਹੈ, ਔਰ ਜਿਹੜੀ ਉਹਦੀ ਸਿਸਟਰ ਆ ਉਹ ਹੁਣ ਇਸ ਵੇਲੇ ਫੁੱਲ ਕੰਟਰੋਲ 'ਚ ਹੈਗੀ ਹੈ ਜੀ। ਇਹ ਉਹ ਜਿਹੜੀਆਂ ਧਾਰਨਾਵਾਂ ਚੱਲੀਆਂ ਸੀ
ਉਹ ਜਿਹੜੀਆਂ ਖਬਰਾਂ ਆਈਆਂ ਸੀ ਜਾਂ ਆ ਰਹੀਆਂ ਸੀਗੀਆਂ ਇਸ ਨੂੰ ਉਸਨੇ ਨਕਾਰਿਆ। ਹੋ ਸਕਦਾ ਉਹਨੇ ਇਸ ਵਾਸਤੇ ਹੀ ਆਪ ਮਾਫੀ ਮੰਗੀ ਹੋਈ, ਲੋਕਾਂ ਨੂੰ ਮੇਰੇ ਬਾਰੇ ਪਤਾ ਲੱਗੇ ਕਿ ਮੈਂ ਅਜੇ ਜਿਉਂਦਾ, ਅਜੇ ਕੰਟਰੋਲ 'ਚ ਹਾਂ। ਔਰ ਜਿਹੜੀਆਂ ਅਜਿਹੀਆਂ ਗੱਲਾਂ ਲਾਪਤਾ ਹੋਣਾ, ਇਹਦੇ ਜਿਹੜਾ ਫਾਦਰ ਸੀ, ਇਹਦਾ ਗ੍ਰੈਂਡਫਾਦਰ ਸੀ, ਉਹ ਵੀ ਇਸ ਤਰ੍ਹਾਂ ਹੀ ਲਾਪਤਾ ਹੁੰਦੇ ਸੀਗੇ ਤੇ ਮੁੜ ਕੇ ਫੇਰ ਆ ਜਾਂਦੇ ਸੀਗੇ। ਔਰ ਹੁਣ ਇਹ ਵੀ ਉਹੀ ਗੱਲ ਹੋਈ ਹੈ ਕਿ ਜਿਹੜਾ ਇਹਨਾਂ ਦੇ ਪਰਿਵਾਰ ਦਾ ਪੈਟਰਨ ਹੈਗਾ ਜੀ, ਉਹਦੇ ਹਿਸਾਬ ਜੀ ਥੋੜੀ ਦੇਰ ਵਾਸਤੇ ਲਾਪਤਾ ਸੀਗਾ। ਔਰ ਲੋਕ ਕਿਆਸ ਰਾਈਆਂ ਲਾ ਰਹੇ ਸੀਗੇ, US ਵਾਲੇ ਵੀ ਲਾ ਰਹੇ ਸੀਗੇ, ਇੰਟੈਲੀਜੈਂਸਾਂ ਖੋਨੀ ਕਿੱਥੇ ਕਿੱਥੇ ਕੰਮ ਕਰਦੀਆਂ ਫਿਰਦੀਆਂ ਸੀਗੀਆਂ। ਸੋਲ ਦੀ ਇੰਟੈਲੀਜੈਂਸ ਨੇ ਇਹ ਗੱਲ ਕਹੀ ਸੀਗੀ ਉਹ ਬਹੁਤ ਜ਼ਿਆਦਾ ਬਿਮਾਰ ਹੈਗਾ, ਪਰ ਜੋ ਜਾਂ ਤਾਂ ਬਿਮਾਰੀ ਤੋਂ ਠੀਕ ਹੋ ਗਿਆ ਜੀ, ਪਰ ਇਸ ਵੇਲੇ ਜੀ ਉਹ ਜਿਉਂਦਾ ਜਾਗਦਾ ਸਾਬਤਾ ਹੈ। ਪਰ ਜੇ ਬਿਮਾਰੀ ਤੋਂ ਠੀਕ ਹੋਏ ਨੇ, ਪਰ ਸਰ ਥੋੜੇ ਚਿਰ ਤੇਵਰ ਵੀ ਢਿੱਲੇ ਨਜ਼ਰ ਆਏ ਨੇ, ਕਿਉਂਕਿ ਅਦਰਵਾਈਜ਼ ਤਾਨਾਸ਼ਾਹ ਕਿਮ ਜੋਂਗ ਉਨ ਮੁਆਫੀ ਮੰਗਦੇ ਹੋਏ ਨਜ਼ਰ ਆ ਰਿਹਾ ਹੈ, ਪਹਿਲਾਂ ਕਦੇ ਹੋਇਆ ਨਹੀਂ ਤਾਂ। ਹਾਂ, ਇਹ ਚੰਗੀ ਗੱਲ ਆ ਕਿਉਂਕਿ ਪਿਛਲੇ 2 ਮਹੀਨੇ ਤੋਂ ਨਾ ਨਾਰਥ ਤੇ ਸਾਊਥ ਕੋਰੀਆ ਦੇ ਵਿੱਚ ਜਿਹੜੇ ਹਾਲਾਤ ਨੇ ਨਾਸਾਜ਼ ਸੀਗੇ, ਇਹ ਨਾ ਬਹੁਤੇ ਖਰਾਬ ਸੀਗੇ। ਔਰ ਮੈਨੂੰ ਲੱਗਦਾ ਜੇ ਇਹ ਮਾਫੀ ਜਿਹੜੀ ਮੰਗ ਲਈ ਗਈ ਹੈ, ਇਹ ਦੋਨੇ ਪਾਸੇ ਹੁਣ ਕੁਝ ਲੱਗੇਗਾ ਕਿ ਠੀਕ ਹਾਲਾਤ ਹੋ ਰਹੇ ਨੇ। ਔਰ ਚੰਗੀ ਗੱਲ ਆ, ਉਹ ਪੈਨਸੂਲੇ ਦੇ ਵਿੱਚ ਹਾਲਾਤ ਚੰਗੇ ਹੀ ਚਾਹੀਦੇ ਆ ਕਿਉਂਕਿ ਹਾਲਾਤ ਵਿਗੜੇ ਮਾੜੇ ਹੀ ਉਸ ਜਗ੍ਹਾ ਦੇ ਉੱਤੇ। ਬਿਲਕੁਲ ਜੀ, ਅਗਲੀ ਖਬਰ ਸਾਂਝੀ ਕਰਦੇ ਹਾਂ ਜੀ। ਬੜੀ ਵਧੀਆ ਖਬਰ ਹੈ ਇਹ, ਜਾਨਵਰਾਂ ਨਾਲ ਸੰਬੰਧਿਤ ਖਬਰ ਹੈ। ਕਹਿੰਦੇ ਜਦੋਂ ਕੋਈ ਇਨਸਾਨ ਕਿਸੇ ਦੀ ਜਾਨ ਬਚਾਉਂਦਾ ਹੈ ਆਪਣੀ ਜਾਨ ਤੇ ਖੇਡ ਕੇ, ਤਾਂ ਉਹਨੂੰ ਬਹਾਦਰੀ ਪੁਰਸਕਾਰ ਨਾਲ ਨਵਾਜ਼ਿਆ ਜਾਂਦਾ ਹੈ। ਪਰ ਜਦੋਂ ਕੋਈ ਜਾਨਵਰ ਆਪਣੀ ਜਾਨ ਤੇ ਖੇਡ ਕੇ ਬਾਕੀਆਂ ਦੀ ਜਾਨ ਬਚਾਉਂਦਾ, ਖਾਸ ਤੌਰ ਤੇ ਇਨਸਾਨਾਂ ਦੀ ਜਾਨ ਬਚਾਉਂਦਾ ਆ, ਤਾਂ ਉਹਨੂੰ ਵੀ ਕੋਈ ਨਾ ਕੋਈ ਪੁਰਸਕਾਰ ਮਿਲਣਾ ਲਾਜ਼ਮੀ ਹੋਣਾ ਚਾਹੀਦਾ ਹੈ। ਇੱਕ ਅਜਿਹਾ ਹੀ ਚੂਹਾ ਆ ਜੀ ਜਿਹਨੂੰ ਐਨੀਮਲਸ ਬਰੇਵਰੀ ਅਵਾਰਡ ਮਿਲਿਆ। ਸਰ ਕੀ ਉਹਨੇ ਅਜਿਹਾ ਕਾਰਨਾਮਾ ਕੀਤਾ ਹੈ? ਇਹ ਬ੍ਰਿਟਿਸ਼ ਚੈਰਿਟੀ ਹੈ ਜੀ, ਇੱਕ ਉਹਦਾ ਟਾਪ ਸਿਵਿਲੀਅਨ ਅਵਾਰਡ ਹੈ ਜੀ, ਉਹ ਇਸ ਵਾਰੀ ਇੱਕ ਚੂਹੇ ਨੂੰ ਮਿਲਿਆ ਜੀ। ਮਗਾਵਾ ਇਹਦਾ ਨਾਮ ਆ ਜੀ, ਅਫਰੀਕਾ ਦਾ ਇਹ ਚੂਹਾ ਜੀ, ਵੱਡਾ ਸਾਰਾ, ਜਿਹਨੂੰ ਰੈਟ ਕਹਿੰਦੇ ਆ, ਮਾਊਸ ਨਹੀਂ ਹੈ ਜੀ, ਇਹ ਰੈਟ ਹੈ, ਰੈਟ ਵੱਡਾ ਹੁੰਦਾ ਇਹ ਉਹ ਹੈ ਜੀ। ਔਰ ਜਿਨ੍ਹਾਂ ਨੇ ਟ੍ਰੇਨ ਕੀਤਾ ਉਹਨਾਂ ਦੇ ਸ਼ਾਬਾਸ਼ੇ ਹੈ ਜੀ। ਉਸ ਨੇ ਕੰਮ ਕੀ ਕੀਤਾ, ਉਹਨੇ ਕੰਬੋਡੀਆ ਦੇ ਵਿੱਚ ਕੰਮ ਕੀਤਾ। ਕੰਬੋਡੀਆ 'ਚ ਕਰਨ ਪਹਿਲਾਂ ਨਾ, ਹੁਣ ਤੋਂ ਬਹੁਤ ਸਾਲ ਪਹਿਲਾਂ ਹਾਲਾਤ ਬਹੁਤ ਮਾੜੇ ਸੀ, ਆਪਸ ਵਿੱਚ ਲੜਾਈ ਝਗੜਾ ਬਹੁਤ ਰਿਹਾ ਉੱਥੇ, ਲੈਂਡ ਮਾਈਨਸ ਬਹੁਤ ਨੇ ਬੜੇ। 59 ਕੰਟਰੀਜ਼ ਦੇ ਵਿੱਚ ਐਕਚੁਅਲੀ ਲੈਂਡ ਮਾਈਨਸ ਇਸ ਵੇਲੇ ਵੀ ਹੈਗੇ ਨੇ, ਜਿੱਥੋਂ ਕਿ ਇਹ ਕੱਢਣੀਆਂ ਪੈਂਦੀਆਂ ਨੇ, ਕਿਤੇ ਨਾ ਕਿਤੇ ਐਕਸੀਡੈਂਟ ਹੁੰਦੇ ਰਹਿੰਦੇ ਨੇ। ਇਹ ਉਹਨੇ ਬਹੁਤ ਚੂਹੇ ਟ੍ਰੇਨ ਕੀਤੇ ਹੋਏ ਆ। ਇਹ ਚੂਹੇ ਨੇ ਸਭ ਤੋਂ ਵੱਧ ਕੰਮ ਕੀਤਾ। ਇਹਨੇ ਜੀ ਹੁਣ ਮੈਂ ਤੁਹਾਨੂੰ ਕਈ ਏਕੜ 20 ਸੌਕਰ ਫੀਲਡ ਜਿਹੜੇ ਹੁੰਦੇ ਨੇ, ਉਹਨਾਂ ਵੱਡਾ ਏਰੀਆ ਇਸ ਕੱਲੇ ਨੇ ਮਾਈਨਸ ਤੋਂ ਸਾਫ਼ ਕੀਤਾ ਜੀ। ਇਹਨੇ ਲੀਡ ਦਿੱਤੀ ਹੈ, ਕੋਈ ਮਾਈਨ ਥੱਲੇ ਦੱਬੀ ਹੋਈ ਹੈ ਕਿਉਂਕਿ ਚੂਹਾ ਇਹਦਾ ਭਾਰ ਦੇ ਨਾਲ ਮਾਈਨ ਫਟਦੀ ਨਹੀਂ ਹੈ। ਉਹਨੇ ਇੰਨੀਆਂ ਜ਼ਿਆਦਾ ਮਾਈਨਸ ਇੰਨੇ ਵੱਡੇ ਏਰੀਆ ਦੇ ਵਿੱਚੋਂ ਕੀਤੀਆਂ ਜੀ। ਉਹਨੇ ਸਭ ਤੋਂ ਵੱਡਾ ਜਿਹੜਾ ਪ੍ਰਾਈਜ਼ ਹੈਗਾ ਇਹ ਐਨੀਮਲਸ ਦਾ, ਇਹ ਐਤਕੀ ਚੂਹੇ ਨੂੰ ਤੱਕ ਹੈ ਜੀ। ਹੁਣ ਤੱਕ ਇਹ ਪਹਿਲੀ ਵਾਰੀ ਹੋਇਆ ਜੀ, ਹੁਣ ਤੱਕ ਇਹ ਪ੍ਰਾਈਜ਼ ਮੋਸਟਲੀ ਡੌਗਸ ਨੂੰ ਜਾਂਦਾ ਰਿਹਾ ਜੀ। ਬਿਲਕੁਲ ਸਰ, ਡੌਗਸ ਦੀ ਗੱਲ ਕਰੀਏ, ਉਹਨਾਂ ਨੂੰ ਟ੍ਰੇਨ ਕਰਨਾ ਸੌਖਾ ਹੁੰਦਾ ਹੈ। ਇੱਕ ਤਰ੍ਹਾਂ ਦੇ ਨਾਲ ਸਨਿਫਰ ਡੌਗਸ ਜਿਹੜੇ ਆ ਕਿੰਨੀ ਹੈਲਪ ਕਰਦੇ ਆ, ਰਿਪੋਰਟਸ ਤੇ ਹੋ ਗਏ, ਵੱਖ-ਵੱਖ ਥਾਵਾਂ ਦੇ ਉੱਤੇ ਹੋ ਗਏ, ਡੌਗ ਸਕੁਐਡਸ ਯੂਜ਼ ਕੀਤੇ ਜਾਂਦੇ ਨੇ। ਪਰ ਰੈਟਸ ਦਾ ਇਸ ਤਰੀਕੇ ਨਾਲ ਇਸਤੇਮਾਲ ਕਰਨਾ, ਜ਼ਿਆਦਾਤਰ ਤਾਂ ਰੈਟਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਪ੍ਰਯੋਗਸ਼ਾਲਾ ਵਿੱਚ ਹੀ ਇਹ ਨਜ਼ਰ ਆਏ ਨੇ। ਨਵਾਂ ਇੱਕ ਵੱਖਰੇ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀਆਂ ਇੱਕ ਵੱਖਰਾ ਕਾਰਨਾਮਾ ਬਰੇਵਰੀ ਵਾਲਾ ਕੀਤਾ ਆ। ਦੇਖੋ ਜੀ, 39 ਲੈਂਡ ਮਾਈਨਸ ਲੱਭੀਆਂ ਨੇ ਤੇ 28 ਹੋਰ ਅਜਿਹੀਆਂ ਲੈਂਡ ਮਾਈਨਸ ਵਰਗੀਆਂ ਚੀਜ਼ਾਂ ਲੱਭੀਆਂ ਨੇ ਜਿਹੜੀਆਂ ਕਿ ਐਕਸਪਲੋਰ ਹੋ ਸਕਦੀਆਂ ਸੀ। ਬੜੇ ਵੱਡਾ ਨੰਬਰ ਹੈ ਜੀ। ਤੁਸੀਂ ਹੁਣ ਦੇਖੋ ਅਬਾਊਟ 70 ਚੀਜ਼ਾਂ ਲੱਭੀਆਂ ਨੇ ਜਿਹਨਾਂ 70 ਥਾਂ ਐਕਸਪਲੋਰ ਹੋ ਸਕਦੇ ਸੀਗੇ। ਔਰ ਜਿਨ੍ਹਾਂ ਨੇ ਟ੍ਰੇਨ ਕੀਤਾ ਜੀ, ਤੁਸੀਂ ਉਹ ਦੇਖੋ ਚੂਹਿਆਂ ਤੋਂ ਕੰਮ ਲੈਣਾ ਸ਼ੁਰੂ ਕੀਤਾ। ਔਰ ਇਹ ਉਹਦਾ weight ਵੀ ਘੱਟ ਹੈ ਔਰ ਮਾਈਨ ਫਟਦੀ ਵੀ ਹੈ ਨਹੀਂ, ਤੇ ਉਹ ਮਾਈਨ ਨੂੰ ਲੱਭ ਵੀ ਲਿਆਉਂਦਾ ਤੇ ਉਹਨੂੰ ਪੱਟ ਵੀ ਲੈਂਦੇ ਆ ਜੀ। ਡਾਇਨਾ ਪ੍ਰਿੰਸੈਸ ਨੇ ਮਾਈਨਸ ਦੇ ਮਾਮਲੇ 'ਚ ਪ੍ਰਿੰਸੈਸ ਆਫ ਡਾਇਨਾ ਨੇ ਬਹੁਤ ਕੰਮ ਕੀਤਾ ਸੀਗਾ ਜੀ, ਬੜੀ ਲੀਡ ਸੀਗੀ। ਉਸ ਤੋਂ ਮਗਰੋਂ, ਉਹਦੀ ਡੈਥ ਤੋਂ ਮਗਰੋਂ ਇਸ ਪਾਸੇ ਨੂੰ ਥੋੜਾ ਜਿਹਾ, ਕਿਉਂਕਿ ਚੈਰਿਟੀਜ਼ ਦੇ ਇੱਧਰ ਨੂੰ ਪੈਸੇ ਮਿਲਣੋਂ ਹਟ ਗਏ, ਡਾਇਨਾ ਕਰਕੇ ਪੈਸਾ ਬਹੁਤ ਮਿਲਦਾ ਸੀਗਾ। ਹੁਣ ਅੱਗੇ ਉਹੋ ਜਿਹੀ ਗੱਲ ਨਹੀਂ ਰਹੀ ਹੈ ਜੀ। ਬਿਲਕੁਲ ਜੀ, ਅਗਲੀ ਖਬਰ ਵੱਲ ਰੁਖ ਕਰਦੇ ਹਾਂ ਸਰ। ਯੂਕੇ ਤੋਂ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਕਿ ਯੂਨੀਸੈਫ ਯੂਕੇ ਦੇ ਜਿਹੜੇ ਭਾਰਤੀ ਮੂਲ ਦੇ ਚੀਫ ਸਨ, ਉਹਨਾਂ ਨੇ ਬੁਲਿੰਗ ਕੰਸਰਨ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਆ। ਸਰ, ਅਜਿਹੀਆਂ ਸੰਸਥਾਵਾਂ ਵਿੱਚ ਅਜਿਹੇ ਮਾਮਲੇ ਹੋਣਾ ਸਵਾਲੀਆ ਨਿਸ਼ਾਨ ਲਗਾਉਂਦੇ ਨੇ। ਸਾਸ਼ਾ ਦੇਸ਼ਮੁਖ ਹੈ ਜੀ ਇਹਨਾਂ ਦਾ ਨਾਮ, ਔਰ ਇਹਨਾਂ ਤੇ ਜਿਹੜੇ ਸਵਾਲੀਆ ਨਿਸ਼ਾਨ ਆਏ ਨੇ ਉਹ ਇਸ ਕਰਕੇ ਨੇ ਜੀ, ਉੱਥੇ ਤਕਰੀਬਨ 10 EMPLOYEES ਨੇ। ਬਿਲਕੁਲ ਅਜਿਹੀ ਲੱਗਦਾ ਜਿਵੇਂ ਜਿਹੜੀ ਸਾਡੀ ਇੱਥੋਂ ਦੀ ਗਵਰਨਰ ਜਨਰਲ ਹੈਗੀ ਆ, ਉਹਦੇ ਤੇ ਵੀ ਇਹੋ ਜਿਹੇ ਦੋਸ਼ ਲੱਗੇ ਨੇ ਜੀ। ਔਰ ਇਹਨਾਂ ਤੇ ਵੀ ਅਜਿਹੇ ਦੋਸ਼ ਲੱਗੇ ਨੇ ਕਿ EMPLOYEES ਨੂੰ ਬੁਲੀ ਕਰਦੇ ਆ ਜੀ। ਔਰ ਬੁਲੀ ਕਰਨ ਪਿੱਛੇ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਜੀ। ਹਾਲਾਂਕਿ ਇਹਨਾਂ ਦੇ ਨਾਲ ਦਿਆਂ ਨੇ ਕਿਹਾ ਕਿ ਵੀ ਹੀ ਇਜ਼ ਵੈਰੀ ਗੁੱਡ ਐਟ ਵਰਕ, ਜੋ ਕੁਝ ਵੀ ਕੀਤਾ ਹੈਗਾ ਜੀ। ਪਰ ਜਦੋਂ ਅਜਿਹੇ ਦੋਸ਼ ਲੱਗਣ ਲੱਗ ਜਾਣ, ਜਦੋਂ ਇੱਕ ਤੋਂ ਵੱਧ ਦੇ ਲੱਗਣ, ਤਾਂ ਜ਼ਰੂਰ ਸ਼ੱਕ ਹੋਣ ਲੱਗ ਜਾਂਦਾ। ਇਹ 10 ਤੋਂ ਵੱਧ EMPLOYEES ਨੇ, ਯੂਨੀਸੈਫ ਦੇ ਚੀਫ ਸੀਗੇ ਜੀ, ਇਹਨਾਂ ਨੂੰ ਆਪਦੀ ਉਸ ਗੱਲ ਤੋਂ ਅਸਤੀਫਾ ਦੇਣਾ ਪੈ ਗਿਆ ਜੀ। ਔਰ ਜਦ ਤੱਕ ਇਹਨਾਂ ਦੀ ਰਿਪਲੇਸਮੈਂਟ ਨਹੀਂ ਆਉਂਦੀ, ਉਨੀ ਦੇਰ ਤੱਕ ਤਾਂ ਇਹ ਰਹਿਣਗੇ ਜੀ ਚੀਫ।
और प्लेसमेंट आ गई तो इन्होंने छड़ना पेगा जी। ਕੰਮਕਾਰ ਦੇ ਅਦਾਰਿਆਂ ਦੇ ਵਿੱਚ ਸਰ ਅਜਿਹੇ ਮਾਮਲੇ ਅੱਜਕੱਲ ਬਹੁਤ ਸਾਹਮਣੇ ਆ ਰਹੇ ਨੇ। ਪਹਿਲਾਂ ਹੁੰਦਾ ਸੀਗਾ ਕਿ ਇੱਕਾ ਦੁੱਕਾ ਮਾਮਲਾ ਆਉਂਦੇ ਸੀ, ਔਰਤਾਂ ਜਾਂ ਮਰਦਾਂ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਸੀ। ਅੱਜਕੱਲ ਆਪਣੀ ਕੰਪੀਟੀਟਰ ਨੂੰ ਦੇਖ ਕੇ ਕੋਈ ਰਾਜ਼ੀ ਨਹੀਂ ਹੈਗਾ ਤੇ ਅਜਿਹੇ ਮਾਮਲੇ ਦਰਜ ਕਰਾ ਕੇ ਜ਼ਿਆਦਾ ਛੇਤੀ ਤਰੀਕੇ ਨਾਲ ਉਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਿਲਕੁਲ ਅੱਜ ਕੱਲ ਸੁਣਵਾਈ ਹੈਗੀ ਹੈ, ਤੁਹਾਡੀ ਸ਼ਿਕਾਇਤ ਹੈ ਉਹਨੂੰ ਸੁਣਨ ਵਾਸਤੇ ਥਾਵਾਂ ਵੀ ਹੈਗੀਆਂ ਨੇ ਔਰ ਤੁਹਾਨੂੰ ਅੱਜ ਕੱਲ ਹੋਰ ਗੱਲ ਵੀ ਤਾਂ ਮੈਨੂੰ ਲੱਗਦਾ ਕਿ ਜਿਹੜੇ ਪ੍ਰੂਫਸ ਆ ਇਕੱਠੇ ਕਰਨੇ ਵੀ ਸੌਖੇ ਹੈਗੇ ਆ ਅੱਜ ਕੱਲ। ਜਿਹੜੇ ਸਭ ਤੁਹਾਡੇ ਕੋਲ ਟੈਕਨੋਲੋਜੀ ਹੈਗੀ ਆ, ਕੋਈ ਨਾ ਕੋਈ ਰਿਕਾਰਡਿੰਗ ਕਰ ਲੈਂਦਾ, ਕੁਛ ਹੋਰ ਕਰ ਲੈਂਦਾ, ਫਿਰ ਜਿਹਦੇ ਕਰਕੇ ਅਗਰ ਜਦ ਕੋਈ ਐਸਾ ਪ੍ਰੂਫ ਨਾ ਹੋਵੇ ਦੈਨ ਯੂਰ ਵਰਡਸ ਅਗੇਂਸਟ ਮਾਈ ਵਰਡਸ, ਕਿਹਨੇ ਯਕੀਨ ਕਰਨਾ ਉਹਦੇ ਤੇ ਗੱਲ ਹੁੰਦੀ ਸੀ। ਪਰ ਅੱਜ ਕੱਲ ਕਿਉਂਕਿ ਥਿੰਗਸ ਆਰ ਚੇਂਜਿੰਗ, ਟੈਕਨੀਕਸ ਆਰ ਚੇਂਜਿੰਗ, ਇਹਦੇ ਕਰਕੇ ਤਾਂ ਹੀ ਬਹੁਤੇ ਲੋਕਾਂ ਨੂੰ ਇਸ ਆਪਣੇ ਕੰਮਾਂ ਤੋਂ ਛੁੱਟੀ ਲੈਣੀ ਪੈ ਰਹੀ ਹੈ ਜੀ। ਜਦੋਂ ਆਪਣੇ ਮੁਲਕ 'ਚ ਬੈਠੇ ਪੱਛਮੀ ਮੁਲਕਾਂ ਦੀ ਗੱਲ ਆਉਂਦੀ ਸੀ ਨਾ, ਸਭ ਤੋਂ ਪਹਿਲਾਂ ਚੈਪਟਰਸ ਵਿੱਚ ਇਹੀ ਪੜ੍ਹਾਇਆ ਜਾਂਦਾ ਸੀ ਕਿ ਉਹਨਾਂ ਮੁਲਕਾਂ ਵਿੱਚ ਇਕੁਐਲਿਟੀ ਨਾਮ ਦੀ ਚੀਜ਼ ਹੈ ਜਿੱਥੇ ਕਿ ਸਭ ਨੂੰ ਬਰਾਬਰ ਦੇ ਮੌਕੇ ਮਿਲਦੇ ਆ। ਪਰ ਰਿਐਲਿਟੀ ਜਿਹੜੀ ਹੈ ਸਰ ਇੱਥੋਂ ਥੋੜੀ ਵੱਖਰੀ ਹੈ। ਦੇਖੋ ਜਿਹੜਾ ਇਨਸਾਨ ਹੈ ਨਾ ਤਰਨ, ਹਰ ਥਾਂ ਤੇ ਸਾਡਾ ਸੁਭਾਅ ਤਾਂ ਚਾਹੇ ਅਸੀਂ ਕਿੱਥੇ ਵੀ ਪੈਦਾ ਹੋਏ ਹਾਂ, ਕਿੱਥੇ ਵੀ ਨੇ, ਉਹ ਚੀਜ਼ਾਂ ਦਾ ਰਹੇਗਾ। ਜਿਹੜੀ ਆਪਣਤ ਹੈਗੀ ਆ, ਕਿਸੇ ਨਾਲ ਦਿਹਾਜ ਹੈ, ਦੋਸਤੀ ਹੈਗੀ ਆ, ਇਟ ਡਜ਼ ਵਰਕ। ਐਸੀ ਗੱਲ ਨਹੀਂ ਹੈ ਕੁਦਰਤੀ ਉਹ ਕਿਵੇਂ ਵਰਕ ਕਰਦੀ ਆ। ਚਲੋ ਆਪਾਂ ਕਹਿੰਦੇ ਇੱਥੇ ਅਜਿਹੀ ਗੱਲ ਨਹੀਂ ਹੁੰਦੀ। ਹੁਣ ਦੋ ਕੈਂਡੀਡੇਟਸ ਨੇ, ਇੱਕ ਕੈਂਡੀਡੇਟ ਤਾਂ ਤਰਨ ਨੂੰ ਜਾਣਦਾ ਹੈ ਤੇ ਇੱਕ ਕੈਂਡੀਡੇਟ ਦੂਸਰਾ, ਤੇ ਦੋਨਾਂ ਦੀ ਕੁਆਲੀਫਿਕੇਸ਼ਨ ਇੱਕ ਆ ਤੇ ਚਾਂਸਸ ਕਿਹਦੇ ਆ? ਜਿਹੜਾ ਤਰਨ ਨੂੰ ਜਾਣਦਾ ਉਹਨੂੰ ਰੱਖੇ ਜਾਣਦੇ। ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ, ਪਰ ਇਉਂ ਨਹੀਂ ਹੋ ਸਕਦਾ ਕਿ ਜਿਹੜਾ ਅਨਡਿਜ਼ਰਵਿੰਗ ਕੈਂਡੀਡੇਟ ਆ, ਜਿਹੜਾ ਬਹੁਤਾ ਥੱਲੇ ਸੀਗਾ ਤੇ ਉਹਨੂੰ ਚੱਕ ਕੇ ਉੱਥੇ ਲਾਉਂਦਾ। ਇਹਦੇ ਚਾਂਸਸ ਇੱਥੇ ਘੱਟ ਹੈਗੇ ਨੇ ਜੀ, ਕਿਉਂਕਿ ਇੱਥੇ ਕੁਐਸਚਨ ਕੀਤਾ ਜਾਂਦਾ, ਜਿਨ੍ਹਾਂ ਨੇ ਹਾਇਰ ਕੀਤਾ ਉਹਨਾਂ ਨੂੰ ਵੀ ਕੁਐਸਚਨ ਕੀਤਾ ਜਾਂਦਾ, ਉਹਨਾਂ ਦੀ ਜੌਬ ਵੀ ਖਤਰੇ 'ਚ ਜਾਂਦੀ ਹੈ। ਇਸੇ ਕਰਕੇ ਜਿਹੜੇ ਸਾਡੇ ਇੱਥੋਂ ਦੇ ਮੈਂਬਰ ਪਾਰਲੀਮੈਂਟਸ ਨੇ ਜੀ, ਸਾਡੇ ਇੱਥੋਂ ਦੇ ਪੋਲੀਟੀਸ਼ੀਅਨਸ ਨੇ, ਜਿਵੇਂ ਪੋਲੀਟੀਸ਼ੀਅਨ ਇੰਡੀਆ 'ਚ ਕੰਮ ਕਰਦੇ ਨੇ, ਪਾਕਿਸਤਾਨ 'ਚ ਕੰਮ ਕਰਦੇ ਨੇ, ਉਵੇਂ ਨਹੀਂ ਜੀ ਕੰਮ ਕਰ ਸਕਦੇ। ਨਾ ਕਰਦੀ ਹੈ ਜਿਹੜਾ ਉਵੇਂ ਕਰਦਾ ਉਹਨੂੰ ਜੀ ਆਪਦੀ ਫਿਰ ਅਖੀਰ ਸੀਟ ਛੱਡਣੀ ਪੈਂਦੀ ਹੈ। ਸਰ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਉੱਥੇ ਰਿਜ਼ਰਵੇਸ਼ਨ ਨੇ ਥੋੜਾ ਜਿਹਾ ਕੰਮ ਖਰਾਬ ਕੀਤਾ ਹੋਇਆ। ਇੱਥੋਂ ਦੀ ਗੱਲ ਕਰੀਏ ਤਾਂ ਇੱਥੇ ਕੋਈ ਵੀ ਜੌਬ ਰੈਫਰੈਂਸ ਤੋਂ ਬਿਨਾਂ ਨਹੀਂ ਮਿਲਦੀ। ਤੁਹਾਡੀ ਕੋਈ ਰੈਫਰੈਂਸ ਪਾਏਗਾ, ਕੋਈ ਨਾਮ ਦੱਸੇਗਾ, ਤੁਹਾਡਾ ਅੱਗੇ ਸੁਜੈਸਟ ਕਰੇਗਾ ਤਾਂ ਤੁਹਾਨੂੰ ਜੌਬ ਥੋੜੀ ਈਜ਼ੀਲੀ ਮਿਲ ਜਾਂਦੀ ਹੈ। ਬਿਲਕੁਲ, ਇਹ ਗੱਲ ਜਿਹੜੀ ਹੈਗੀ ਆ ਇਹ ਕਈ ਵਾਰੀ ਕੰਮ ਵੀ ਕਰਦੀ ਹੈ, ਕਈ ਵਾਰੀ ਇਹ ਗਲਤ ਗੱਲ ਵੀ ਹੈਗੀ ਆ। ਰੈਫਰੈਂਸ ਦਾ ਮਤਲਬ ਇਹ ਹੋ ਜਾਂਦਾ ਹੈ ਕਿ ਜਿਹੜਾ ਰੈਫਰੈਂਸ ਦੇ ਰਿਹਾ ਹੈਗਾ ਉਹ ਬੰਦਾ, ਅੱਛਾ ਰੈਫਰੈਂਸ ਦੇ ਨਾਲ ਇਹ ਨਹੀਂ ਬਣਦਾ ਕਿ ਤੁਹਾਡਾ ਥੱਲੇ ਵਾਲਾ ਨੰਬਰ ਚੱਕ ਕੇ ਉੱਪਰ ਲੈ ਆਉਣਾ। ਨੋ, ਇਉਂ ਨਹੀਂ ਹੋਏਗਾ, ਬਹੁਤ ਘੱਟ ਹੋਏਗਾ। ਜੇ ਹੋਏਗਾ ਤਾਂ ਮੈਨੂੰ ਨਹੀਂ ਇਸ ਗੱਲ ਦਾ ਪਤਾ। ਰੈਫਰੈਂਸ ਦਾ ਸਿਰਫ ਮਤਲਬ ਇਹ ਹੈ ਕਿ ਤੁਸੀਂ ਉਸ ਨੂੰ ਜਾਣਦੇ ਹੋ, ਤੁਸੀਂ ਉਹਦਾ ਕਾਈਂਡ ਆਫ ਕਰੈਕਟਰ ਦੇ ਬਾਰੇ ਉਹਦੇ ਬਾਰੇ ਜਾਣਦੇ ਹੋ, ਤੇ ਜੇ ਉਹ ਡਿਜ਼ਰਵਿੰਗ ਕੈਂਡੀਡੇਟ ਹੋਏਗਾ, ਜੇ 2 ਜਾਂ 3 ਹੋਣਗੇ ਤਾਂ ਉਹਦੇ ਚਾਂਸ ਹੈ ਜਿਹਦਾ ਰੈਫਰੈਂਸ ਦਿੱਤਾ ਜਾਂਦਾ। ਦੈਟਸ ਰੈਫਰੈਂਸ ਇੱਥੇ ਤੱਕ ਕੰਮ ਕਰਦਾ, ਇਸ ਤੋਂ ਅੱਗੇ ਨਹੀਂ ਜੀ ਕੰਮ ਕਰਦਾ। ਇੱਥੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਮੋਸਟਲੀ ਜੇ ਕੋਈ ਗੱਲ ਕਰਦੇ ਆ ਤੇ ਜੌਬਸ ਦੀ ਜਦੋਂ ਗੱਲ ਹੁੰਦੀ ਹੈ ਤਾਂ ਅਗਲਾ ਹਰ ਕੋਈ ਇਹੀ ਕਹਿੰਦਾ ਕਿ ਜਿਨ੍ਹਾਂ ਦੀ ਤਾਂ ਰੈਫਰੈਂਸ ਹੈਗੀ ਉਹਨਾਂ ਨੂੰ ਤਾਂ ਈਜ਼ੀਲੀ ਜੌਬ ਮਿਲ ਜਾਂਦੀ ਆ। ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਕੁਆਲੀਫਿਕੇਸ਼ਨ ਲਈ ਬੈਠਿਆ, ਪਰ ਰੈਫਰੈਂਸ ਨਾ ਹੋਣ ਦੇ ਕਰਕੇ ਜੌਬ ਤੋਂ ਉਹਨਾਂ ਨੂੰ ਹੱਥ ਧੋਣਾ ਪੈ ਜਾਂਦਾ ਹੈ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਹੈ ਜੀ, ਪਰ ਇਹਦੇ ਵਿੱਚ ਹੁਣ ਗੱਲ ਫਿਰ ਉਹੀ ਮਨੁੱਖੀ ਸੁਭਾਅ ਆ ਜਾਂਦਾ। ਇਹ ਇਹਨਾਂ ਚੀਜ਼ਾਂ ਦਾ ਫਰਕ ਹੈਗਾ। ਉਸੇ ਸਿਸਟਮ 'ਚ ਜਦੋਂ ਮੈਂ ਆ ਜਾਣਾ ਤਾਂ ਮੈਂ ਵੀ ਉਸੇ ਨੂੰ ਵਰਤਣ ਲੱਗ ਜਾਂਦਾ। ਇਹ ਕਈ ਵਾਰੀ ਤਰਾਸਦੀ ਹੈ ਜੀ ਇਸ ਮਾਮਲੇ 'ਚ। ਨਵੇਂ ਬੰਦੇ ਨੂੰ ਇੱਥੇ ਜਦੋਂ ਆਉਣਾ, ਪਹਿਲੀ ਗੱਲ ਤਾਂ ਉਹਨੂੰ ਕੁਐਸਚਨ ਇਹ ਕੀਤਾ ਜਾਂਦਾ ਤਰਨ ਕਿ ਤੁਹਾਡਾ ਇੱਥੋਂ ਦਾ ਐਕਸਪੀਰੀਅੰਸ ਕੀ ਹੈ। ਉਹਨੂੰ ਪੁੱਛਣ ਵਾਲਾ ਹੋਵੇ ਮੈਂ ਆਇਆ ਕੱਲ ਹਾਂ ਜਾਂ ਮੈਂ ਸਾਲ ਪਹਿਲਾਂ ਆਇਆ, ਮੇਰੇ ਕੋਲ ਤਾਂ 50 ਸਾਲ ਦਾ ਐਕਸਪੀਰੀਅੰਸ ਕਿੱਥੋਂ ਹੋ ਸਕਦਾ। ਇਹ ਰਿਡਿਕੂਲਸ ਕੁਐਸਚਨ ਆ, ਇਹ ਹੋਣਾ ਨਹੀਂ ਚਾਹੀਦਾ। ਪਰ ਹਰ ਥਾਂ ਤੇ ਪਹਿਲਾ ਕੁਐਸਚਨ ਇਹ ਪੁੱਛਿਆ ਜਾਂਦਾ ਜੀ ਤੁਹਾਨੂੰ ਤਜਰਬਾ ਕਿੰਨਾ ਇੱਥੋਂ ਦਾ? ਤਜਰਬਾ ਮੈਂ ਕਿੱਥੋਂ, ਜਦੋਂ ਆਏ ਸਾਲ ਹੋਇਆ ਤਾਂ ਮੈਂ ਪਿੱਛੇ ਸਾਲਾਂ ਦਾ ਦੱਸਣਾ ਤਜਰਬਾ ਕਿੱਥੋਂ ਲੈ ਕੇ ਆਵਾਂ ਜੀ। ਬਿਲਕੁਲ ਜੀ। ਤੇ ਸਰ ਇਸ ਮੁੱਦੇ ਨੂੰ ਇੱਥੇ ਹੀ ਦਬਾਉਂਦੇ ਹੋਏ ਆਪਾਂ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਜੀ, ਟਾਈਮਸ ਦੀ ਟੌਪ 100 ਦੀ ਸੂਚੀ ਦੇ ਵਿੱਚ 6 ਭਾਰਤੀ ਜਾਂ ਭਾਰਤੀ ਮੂਲ ਦੇ ਲੋਕਾਂ ਦੇ ਨਾਮ ਦਰਜ ਹੋਏ ਨੇ, ਜੋ ਕਿ ਆਪਣੇ ਆਪ ਵਿੱਚ ਇੱਕ ਕਾਬਿਲੇ ਤਾਰੀਫ ਹੈ। ਕਿਉਂਕਿ ਟਾਈਮਸ ਦੀ ਸੂਚੀ ਵਿੱਚ ਨਾਮ ਆਉਣਾ ਸਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਟੌਪ ਵਰਲਡ ਦੇ ਜਿਹੜੇ 100 ਹੁੰਦੇ ਆ ਸ਼ਖਸੀਅਤਾਂ, ਉਹ ਗਿਣੀਆਂ ਜਾਂਦੀਆਂ ਨੇ, ਹਰ ਪੱਖ ਤੋਂ ਉਹਨਾਂ ਨੂੰ ਦੇਖਿਆ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਦਾ ਨਾਮ ਸ਼ਾਮਿਲ ਕੀਤਾ ਜਾਂਦਾ, ਜਿਹ 'ਚ 6 ਭਾਰਤੀ ਮੂਲ ਦੀਆਂ ਸ਼ਖਸੀਅਤਾਂ ਸ਼ਾਮਿਲ ਨੇ। ਚੰਗੀ ਗੱਲ ਹੈ ਤਰਨ। ਦੇਖੋ ਪਹਿਲਾਂ ਤਾਂ ਰਵਿੰਦਰ ਗੁਪਤਾ ਨੇ ਜੀ, ਜਿਹੜੇ ਪ੍ਰੋਫੈਸਰ ਆਫ ਕਲੀਨਿਕਲ ਮਾਈਕਰੋਬਾਇਓਲੋਜੀ ਹੈ ਕੈਂਬਰਿਜ ਇੰਸਟੀਚਿਊਟ ਯੂਨੀਵਰਸਿਟੀ ਵਿੱਚ ਹੈਗੇ ਨੇ ਜੀ। ਆਯੁਸ਼ਮਨ ਖੁਰਾਨਾ ਜੀ, ਇਹ ਐਕਟਰ ਉਹਦੇ ਵਿੱਚ ਆਇਆ ਜੀ। ਕਮਲਾ ਹੈਰਿਸ ਆਈ ਹੈ ਜੀ ਉਹਦੇ ਵਿੱਚ। ਈਵਨ ਜਿਹੜੀ ਉਹ ਲੇਡੀ ਸੀਗੀ ਜੀ, ਜਿਹੜਾ ਜਦੋਂ ਦਿੱਲੀ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਸੀਗੇ,
ਉਹ ਕਿਹੜੀ ਦਾਦੀ ਸੀਗੀ ਜੀ ਸ਼ਾਲੀਮਾਰ ਬਾਗ ਦੇ ਵਿੱਚ ਸਰ ਉੱਥੇ ਸ਼ਾਲੀ- ਦਾਦੀ ਦਾ ਨਾਮ ਸੀ ਜੀ, ਉਹਨਾਂ ਦਾ ਨਾਮ ਨਹੀਂ ਮੈਨੂੰ ਯਾਦ ਸਰ। 84 ਇਅਰਸ ਤੇ ਉਹ ਲੇਡੀ ਸੀ ਏਸ਼, ਤੇ ਉਸ ਟਾਈਮ ਜਿਹੜਾ ਉੱਥੇ ਪ੍ਰੋਟੈਸਟ ਹੋਏ ਸੀ ਉਹਦੇ ਵਿੱਚ ਉਹ ਕਾਫੀ ਵੱਧ ਚੜ ਕੇ ਉਹ ਵਾਪਸ ਉਹਨਾਂ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ। ਹਾਂਜੀ ਉਹ ਬਿਲਕਿਸ ਜੀ, ਉਹਦਾ ਸ਼ਾਹੀਨ ਬਾਗ ਦੇ ਵਿੱਚ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਹੈਗਾ ਜੀ। ਜਿਹੜੇ ਆਪਣੇ ਹੈਗੇ ਨੇ ਜੋ ਬਾਈਡਨ ਸਾਹਿਬ, ਉਹਦਾ ਨਾਮ ਵੀ ਹੈਗਾ, ਮਿਸਟਰ ਟਰੰਪ ਦਾ ਨਾਮ ਵੀ ਹੈਗਾ, ਮਿਸਟਰ ਮੋਦੀ ਦਾ ਨਾਮ ਵੀ ਹੈਗਾ। ਔਰ ਇਹਦੇ ਚ ਇਹ ਮੋਸਟ ਇਨਫਲੂਐਂਸ਼ੀਅਲ ਪੀਪਲ ਹੈ ਜੀ ਜਿਹੜੇ ਇਹਨਾਂ ਦੇ ਨਾਮ ਆਉਂਦੇ ਨੇ ਜੀ। ਉਹ ਚੰਗੀ ਐਂਗਲਾ ਮਰਕਲ ਹੈ ਜਿਹੜੀ ਜਰਮਨੀ ਦੀ, ਉਹਦਾ ਨਾਮ ਜੀਪਿੰਗ ਦਾ ਨਾਮ ਵੀ ਹੈਗਾ ਜੀ। ਨੈਂਸੀ ਪੈਲੋਸੀ, ਵਿਲੀਅਮ ਬਾਰ ਜਿਹੜੇ ਕਿ ਲਾਇਰ ਨੇ ਜੀ, ਉੱਧਰ ਬੜੀ ਦੇਰ ਰਹੇ ਨੇ, ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਹੇ ਨੇ, ਉਹਨਾਂ ਦਾ ਨਾਮ ਵੀ ਹੈਗਾ। ਇਸ ਤਰ੍ਹਾਂ ਜਾਣੀ ਸੁੰਦਰ ਪਿਚਾਈ ਦਾ ਵੀ ਨਾਮ ਹੈ ਜੀ, ਗੂਗਲ ਦੇ ਜਿਹੜੇ ਸਾਡੇ ਭਾਰਤੀ ਮੂਲ ਦੇ। ਹਾਂਜੀ ਹਾਂ, ਉਹਨਾਂ ਦਾ ਨਾਮ ਵੀ ਹੈਗਾ ਜੀ। ਚੰਗੀ ਗੱਲ ਆ ਇਹ। ਤੁਸੀਂ ਦੇਖੋ ਵੀ ਇੰਨੀ ਕਰੀਮ ਦੇ ਵਿੱਚ ਜੇ ਸਾਡੇ ਭਾਰਤੀ ਮੂਲ ਦੇ ਬੰਦੇ ਆਉਂਦੇ ਤਾਂ ਆਪਦੇ ਆਪ ਨੂੰ ਫਖਰ ਮਹਿਸੂਸ ਹੁੰਦਾ। ਔਰ ਜਿਹੜੀ ਉਹ ਦਾਦੀ ਹੈ ਜੀ, ਉਹਦਾ ਮੈਂ ਬਿਆਨ ਪੜ੍ਹ ਰਿਹਾ ਸੀਗਾ, ਉਹਨੇ ਮੋਦੀ ਨੂੰ ਵੀ ਵਧਾਈ ਦਿੱਤੀ ਹੈ ਜੀ। ਉਹ ਕਹਿੰਦੀ ਮੋਦੀ ਮੇਰਾ ਬੇਟਾ ਹੈ, ਤੇ ਚਾਹੇ ਆਈਡੀਓਲੋਜੀ ਵੱਖਰੀ ਆ, ਉਹ ਕਹਿੰਦੀ ਮੈਂ ਇਸ ਨੂੰ ਵਧਾਈ ਦਿੰਦੀ ਹਾਂ ਵੀ ਜਿਹੜੀ ਇਸ ਗੱਲ ਤੇ ਉਹਨੂੰ ਮਿਲੀ ਹੈ ਜੀ। ਚੰਗੀ ਗੱਲ ਹੈ, ਦੈਟਸ ਗੁੱਡ। ਬਿਲਕੁਲ ਜੀ। ਤੇ ਸਰ ਇੱਥੇ ਪਰ ਇੱਕ ਗੱਲ ਜ਼ਰੂਰ ਹੈ ਕਿ ਚਾਹੇ ਵਿਦੇਸ਼ਾਂ ਵਿੱਚ ਚਾਹੇ ਜਿੱਥੇ ਵੀ ਹੈ, ਮਿਹਨਤਕਸ਼ ਲੋਕ ਨੇ ਭਾਰਤੀ, ਤੇ ਮਿਹਨਤ ਤੋਂ ਪਿੱਛੇ ਨਹੀਂ ਹਟਦੇ ਹੈਗੇ। ਇਹੀ ਮਿਹਨਤ ਜੇ ਸਰਕਾਰ ਦੀਆਂ ਨੀਤੀਆਂ ਸਹੀ ਹੁੰਦੀਆਂ, ਆਪਣੇ ਮੁਲਕ ਲਈ ਕੀਤੀ ਹੁੰਦੀ, ਤਾਂ ਆਪਣਾ ਮੁਲਕ ਵੀ ਤਰੱਕੀ ਕਰਦਾ। ਪਰ ਵਿਦੇਸ਼ਾਂ ਨੇ ਵੀ ਬਹੁਤ ਵਧੀਆ ਅਪਰਚੂਨਿਟੀਜ਼ ਦਿੱਤੀਆਂ ਨੇ, ਤੇ ਉਹਨਾਂ ਮੁਲਕਾਂ ਦੀਆਂ ਤਰੱਕੀਆਂ ਦੇ ਵਿੱਚ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ। ਦੇਖੋ ਇਹ ਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜੀ, ਜਿਹੜਾ US ਹੈ, ਇਹਨਾਂ ਦੀ ਜਿਹੜੇ ਵੀ ਪਾਲਿਸੀ ਮੇਕਰਸ ਸੀਗੇ, ਉਹ ਦੇ ਆਰ ਵੇ ਸਮਾਰਟਰ ਦੈਨ ਕੈਨੇਡੀਅਨ। ਸੌਰੀ ਮੈਂ ਇਹ ਗੱਲ ਕਹਿਣ ਲੱਗਿਆ, ਆਪਣੇ ਕੰਟਰੀ ਬਾਰੇ ਗੱਲ ਕਰ ਰਹੇ। ਤੁਸੀਂ US ਦੇ ਵਿੱਚ ਆ ਕੇ ਕਿਸੇ ਨੂੰ ਵੀ ਇੰਜੀਨੀਅਰ ਨੂੰ, ਡਾਕਟਰ ਨੂੰ, ਬਾਹਰਲੇ ਐਜੂਕੇਟਰ ਨੂੰ ਆ ਕੇ ਇੱਥੇ ਆਪਣੀ ਕੁਆਲੀਫਿਕੇਸ਼ਨ ਇੰਪਰੂਵ ਕਰਕੇ ਸੇਮ ਕੁਆਲੀਫਿਕੇਸ਼ਨ ਲੈਵਲ ਤੇ ਆਉਣਾ ਸੌਖਾ ਸੀਗਾ। ਇਸੇ ਕਰਕੇ ਇਸ ਵੇਲੇ 30% ਮੇਰੇ ਕੋਲ ਡਾਕਟਰਸ ਦੇ ਵਿੱਚੋਂ ਇੰਡੀਅਨ origin ਦੇ ਡਾਕਟਰ ਹੋਣਗੇ। ਮੋਰ ਦੈਨ 30% ਆਫ ਸਾਇੰਟਿਸਟ ਦੇ ਆਰ ਬੋਰਨ ਇਨ ਇੰਡੀਆ ਹੂ ਆਰ ਵਰਕਿੰਗ ਫॉर ਨਾਸਾ। ਇਹ ਐਡੀ ਵੱਡੀ ਗੱਲ ਹੈਗੀ ਹੈ। ਤੇ ਕੈਨੇਡਾ ਦੇ ਵਿੱਚ ਇੱਥੇ ਆ ਕੇ ਕਈ ਵਾਰੀ ਡੈਂਟਿਸਟ ਆ ਕੇ ਵੀ ਕੈਬ ਚਲਾਉਂਦਾ ਜੀ, ਇੰਜੀਨੀਅਰ ਵੀ ਕੈਬ ਚਲਾਉਂਦਾ, ਡਾਕਟਰ ਆ ਕੇ ਵੀ ਕੈਬ ਚਲਾਉਂਦਾ। ਇਸ ਕੰਟਰੀ ਨੇ ਐਸੀ ਹਾਲਤ ਕਰਕੇ ਰੱਖੀ ਸੀਗੀ, ਇੰਨੀ ਜਕੜ ਬਣਾ ਕੇ ਰੱਖੀ ਥੋੜੇ ਜਿਹੇ ਲੋਕਾਂ ਨੇ। ਹੁਣ ਉਹ ਥੋੜੀ ਜਿਹੀ ਜਕੜ ਲੈ ਹੋਣ ਲੱਗੀ ਹੈ। ਹੁਣ ਇੱਥੇ ਆ ਕੇ ਜਿਹੜੇ ਆਪਣੇ ਫੋਰਨ ਸਟੂਡੈਂਟਸ ਹੈਗੇ ਨੇ, ਕਿਤੋਂ ਵੀ ਆਉਂਦੇ ਨੇ, ਉਹਨਾਂ ਨੂੰ ਇੱਥੇ ਆ ਕੇ ਅੱਗੇ ਨਾਲੋਂ ਸੌਖਾ, ਉਹਨਾਂ ਸੌਖਾ ਨਹੀਂ ਹੈਗਾ, ਪਰ ਅੱਗੇ ਨਾਲੋਂ ਕਿਤੇ ਸੌਖਾ ਹੋ ਗਿਆ ਕਿ ਉਹ ਆ ਕੇ ਇੱਥੇ ਆਪਣੇ ਐਕਚੁਅਲ ਕੈਰੀਅਰ ਪਰਸਿਊ ਕਰ ਸਕਦੇ ਨੇ। ਜਿਹੜੇ ਹੁਣ ਤੋਂ 50 ਸਾਲ ਪਹਿਲਾਂ ਆਏ ਸੀ ਜੀ, ਉਹ ਬਹੁਤਿਆਂ ਨੇ ਆ ਕੇ ਇੱਥੇ ਲੇਬਰ ਹੀ ਕੀਤੀ ਆ, ਉਹਨਾਂ ਦੀਆਂ ਡਿਗਰੀਆਂ ਦਾ ਕੋਈ ਮੁੱਲ ਨਹੀਂ ਪਿਆ। ਪਰ ਫਿਰ ਵੀ ਇਟਸ ਅ ਬਿਊਟੀਫੁਲ ਕੰਟਰੀ। ਇਸ ਕੰਟਰੀ ਨੇ ਰਹਿਣ ਦਾ ਮੌਕਾ ਦਿੱਤਾ। ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਜ਼ਰੂਰ ਪ੍ਰੋਫੈਸ਼ਨਲ ਬਣੀਆਂ ਨੇ ਜੀ। ਅਗਲੇ ਇਸ ਇੱਕ ਜਨਰੇਸ਼ਨ ਦੀ ਕੁਰਬਾਨੀ ਹੋਈ ਹੈ, ਪਰ ਹੁਣ now things are different in Canada. ਹੁਣ it's easy to get into the system here. ਮੈਨੂੰ ਵਧੀਆ ਲੱਗਿਆ ਕਿਉਂਕਿ ਮੈਨੂੰ ਪਤਾ ਸੀ ਜਦੋਂ ਕੈਨੇਡਾ ਦਾ ਨਾਮ ਆਉਣਾ ਸਰ ਥੋੜਾ ਜਿਆਦਾ ਜ਼ਰੂਰ ਤੁਸੀਂ ਬੋਲੋਗੇ। ਬਟ ਗੁੱਡ ਹੈ ਸਰ, ਵਧੀਆ ਕੰਟਰੀ ਹੈ, ਲੈਂਡ ਆਫ ਅਪਰਚੂਨਿਟੀਜ਼ ਹੈ, ਹਰ ਕਿਸੇ ਨੇ ਚੁਣਿਆ। ਇਹ ਕਹਿੰਦੇ ਕਿ ਅਸੀਂ ਆਪਣੀ ਮਦਰਲੈਂਡ ਤਾਂ ਨਹੀਂ ਚੁਣ ਸਕੇ, ਬਟ ਆਪਣੀ ਜਿਹੜੀ ਵਰਕ ਲੈਂਡ ਆ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਚੁਣ ਕੇ ਇੱਥੇ ਪਹੁੰਚੇ ਹਾਂ। ਇਹ ਸਾਡੀ ਮਰਜ਼ੀ ਸੀ, ਅਸੀਂ ਇਸ ਧਰਤੀ ਤੇ ਆਏ ਹਾਂ। ਸੋ ਵਧੀਆ ਜੀ, ਇਸ ਧਰਤੀ ਨੇ ਵੀ ਅਪਰਚੂਨਿਟੀਜ਼ ਦਿੱਤੀਆਂ ਨੇ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਸਰ। ਕਹਿੰਦੇ ਇੱਕ ਪਾਸੇ ਟੈਕਸੀ ਇੰਡਸਟਰੀ ਡੁੱਬ ਰਹੀ ਹੈ, ਪੈਂਡੈਮਿਕ ਦੇ ਕਰਕੇ ਬੁਰਾ ਹਾਲ ਹੋਇਆ। ਦੂਜੇ ਪਾਸੇ ਵੈਨਕੂਵਰ ਦੇ ਵਿੱਚ ਟੈਸਲਾ ਦੀਆਂ ਟੈਕਸੀ ਆ ਰਹੀਆਂ ਨੇ। ਹਾਂਜੀ, ਸ਼ਮਿੰਦਰ ਰਤਨ ਸਾਹਿਬ ਨੇ ਜੀ, ਇਹ ਤਕਰੀਬਨ 34 ਸਾਲ ਤੋਂ ਟੈਕਸੀ ਚਲਾ ਰਹੇ ਨੇ ਜੀ। ਇਹਨਾਂ ਦੇ ਮੁਤਾਬਕ ਸ਼ਾਇਦ ਪਹਿਲੀ ਟੈਸਲਾ ਵੈਨਕੂਵਰ ਦੇ ਏਰੀਆ ਦੇ ਵਿੱਚ ਇਹਨਾਂ ਨੇ ਐਜ਼ ਅ ਟੈਕਸੀ ਯੈਲੋ ਕੈਬ ਦੇ ਵਿੱਚ ਪਾਈ ਹੈ ਜੀ। ਔਰ ਜਿਹੜੇ ਹਿਸਾਬ 'ਚ ਉਹਨਾਂ ਨੇ ਕੈਲਕੂਲੇਸ਼ਨਸ ਕੀਤੀਆਂ ਨੇ ਜੀ, ਉਹ ਕਹਿੰਦੇ ਮੈਨੂੰ ਤਕਰੀਬਨ $500 ਤੋਂ ਉੱਪਰ ਹਰ ਮਹੀਨੇ ਦਾ ਗੈਸ ਦੇ ਵਿੱਚ ਹੀ ਬਚਤ ਹੋਵੇਗੀ। ਪਲੱਸ ਜਿਹੜੀਆਂ ਰਿਪੇਅਰਸ ਨੇ, ਜਿਹੜੀਆਂ ਇਲੈਕਟ੍ਰਿਕ ਕਾਰਾਂ, ਇਹਨਾਂ ਦੀ ਰਿਪੇਅਰਸ ਵੀ ਘੱਟ ਹੈਗੀ ਨੇ ਉਹਨਾਂ ਦੇ ਮੁਤਾਬਕ। ਸੋ ਉਹਨਾਂ ਨੂੰ ਫਾਇਦਾ ਹੋਵੇਗਾ। ਪਰ ਮੈਨੂੰ ਇੱਕ ਗੱਲ ਦੀ ਜ਼ਰੂਰ ਟੈਕਸੀ ਮਾਈਂਡ ਨਾ ਕਰਿਓ ਬਈ, ਮੈਨੂੰ ਲੱਗਦਾ ਵੀ ਹਜੇ ਟੈਕਸੀ ਜਿਹੜੀ ਇੰਡਸਟਰੀ ਹੈ BC ਦੇ ਵਿੱਚ ਅਜੇ ਚੰਗੀ ਚੱਲ ਰਹੀ ਹੈਗੀ ਹੈ, ਇਸੇ ਕਰਕੇ ਕਿ ਅਗਲਾ ਨਵੀਂ ਕਾਰ ਜੀ ਟੈਸਲਾ ਪਾਈ ਹੈਗੀ ਵਿਚ ਇਜ਼ ਓਵਰ $50,000 ਕਾਰ ਹੈਗੀ ਹੈ। ਆਈ ਹੋਪ ਕਿ ਉੱਥੋਂ ਦੀ ਇੰਡਸਟਰੀ ਜਿਹੜੀਆਂ ਦੂਸਰੀਆਂ ਇੰਡਸਟਰੀਜ਼ ਨੇ ਆ ਕੇ ਵਿੱਚ ਪਾਇਆ। ਊਬਰ ਦੀ ਗੱਲ ਕਰਦਾ ਜੀ ਮੈਂ, ਲਿਫਟ ਦੀ ਗੱਲ ਕਰਦਾ, ਜਿਹੜੀਆਂ ਕੰਪਨੀਜ਼ ਆਈਆਂ ਨੇ, ਪਰ ਫਿਰ ਵੀ ਜੇ ਟੈਕਸੀ ਇੰਡਸਟਰੀ ਸਰਵਾਈਵ ਕਰ ਰਹੀ ਹੈ ਜੀ, ਇਟਸ ਅ ਵੈਰੀ ਗੁੱਡ ਥਿੰਗ। ਬਟ ਮੈਂ ਟੋਰਾਂਟੋ ਦੀ ਗੱਲ ਕਰਾਂਗੀ। ਟੋਰਾਂਟੋ ਦੇ 에ਅਰਪੋਰਟ ਦੀ ਇੰਡਸਟਰੀ ਇਸ ਵੇਲੇ ਬਹੁਤ ਜ਼ਿਆਦਾ ਸਫਰ ਕਰ ਰਹੀ ਹੈ ਜੀ। ਔਰ ਐਕਚੁਅਲੀ ਸਫਰ ਕੀ ਕਰ ਰਹੀ ਹੈ ਜੀ, ਦੇ ਆਰ ਜਿਹੜਾ ਕੋਈ ਕੰਮ ਤੇ ਵੀ ਜਾਂਦਾ ਉਹ ਲਾਸ ਤੇ ਕੰਮ ਕਰਨ ਜਾ ਰਿਹਾ, ਆਪਦਾ ਲਾਸ ਘਟਾਉਣ ਜਾ ਰਿਹਾ, ਉਹ ਆਪਦੇ ਘਰੇ ਕੁਝ ਵੀ ਨਹੀਂ ਲੈ ਕੇ ਆਇਆ। ਜਿਹਦੇ ਵਿੱਚ ਮੇਰਾ ਖਿਆਲ ਹੈ ਸਾਡੇ ਇੱਥੋਂ ਦੇ ਲੋਕਲ ਪੋਲੀਟੀਸ਼ੀਅਨ ਨੂੰ ਜ਼ਰੂਰ ਕੁਝ ਸੋਚਣਾ ਚਾਹੀਦਾ ਜੀ। ਔਰ ਉੱਥੋਂ ਦੇ 10 ਤੋਂ ਅਬਾਊਟ 10 ਬੰਦਿਆਂ ਦੀ ਉੱਥੇ ਡਰਾਈਵਰਸ ਦੀ ਡੈਥ ਹੋ ਚੁੱਕੀ ਹੈ ਜੀ।
ਔਰ ਉਹਨਾਂ ਨੂੰ ਵੀ ਅਜੇ ਤੱਕ ਕੋਈ ਕੰਪਨਸੇਸ਼ਨ ਨਹੀਂ ਹੈ ਜੀ। ਸਰ ਪੈਂਡੈਮਿਕ ਇਸ ਵਕਤ ਛਾਇਆ ਹੋਇਆ ਵਾ, ਸੈਕਿੰਡ ਵੇਵ ਕਈ ਕੰਟਰੀਜ਼ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, ਜਿਹੇ ਵਿੱਚ ਵੈਕਸੀਨ ਦਾ ਇੰਤਜ਼ਾਰ ਹਰ ਦੇਸ਼ ਕਰ ਰਿਹਾ ਹੈ। ਪਰ ਇਹ ਹੈ ਕਿ ਜੇਕਰ ਸਾਰੇ ਅਮੀਰ ਦੇਸ਼ ਜਿਹੜੇ ਆ ਉਹ ਤਾਂ ਵੈਕਸੀਨ ਅਫੋਰਡ ਕਰ ਲੈਣਗੇ, ਪਰ ਜਿਹੜੇ ਗਰੀਬ ਦੇਸ਼ ਨੇ ਉਹਨਾਂ ਦਾ ਕੀ ਬਣੂਗਾ? ਉਹਨਾਂ ਨੂੰ ਵੈਕਸੀਨ ਕਿੱਥੋਂ ਮਿਲੂਗੀ? ਉਹਨਾਂ ਦੇ ਲੋਕਾਂ ਨੂੰ ਕਿੱਥੋਂ ਰਾਹਤ ਮਿਲੂਗੀ? ਇਹ ਇਸ ਦੇ ਵਿੱਚ ਜਿਹੜੇ 64 ਕੰਟਰੀਜ਼ ਇਕੱਠੇ ਹੋਏ ਨੇ ਤਾਂ ਨਾ, ਉਹਨਾਂ ਚੋਂ ਕੈਨੇਡਾ ਵੀ ਇੱਕ ਆ। ਕੈਨੇਡਾ ਨੇ ਆਪਦਾ $440 ਮਿਲੀਅਨ ਉਹਦੇ 'ਚ ਆਪਦੇ ਪਾਉਣੇ ਆ। ਕੈਨੇਡਾ ਹਮੇਸ਼ਾ ਜਿਹੜੀਆਂ ਅਜਿਹੀਆਂ ਕੰਮ ਹੁੰਦੇ ਨੇ ਤਾਂ ਮੂਹਰੇ ਹੋ ਕੇ ਕੰਮ ਕਰਦਾ, ਐਸੀ ਕੋਈ ਗੱਲ ਨਹੀਂ ਹੈਗੀ ਆ। ਚਾਹੇ ਅਸੀਂ ਸਾਡੀ ਆਬਾਦੀ ਥੋੜ੍ਹੀ ਹੈ ਜੀ, ਸਾਡਾ ਕੰਟਰੀ ਫੇਰ ਵੀ ਅਜਿਹੇ ਕੰਟਰੀਬਿਊਸ਼ਨ ਦੇ ਵਿੱਚ ਜਾਂਦਾ। ਉਹ ਰੀਜ਼ਨ ਇਹ ਹੈ ਤਰਨ ਕਿ ਜਦੋਂ ਨਵਾਂ ਵੈਕਸੀਨ ਆਉਣਾ, ਕਿਤੇ ਇਹ ਨਾ ਹੋਵੇ ਕਿ ਜਿਹੜੇ ਸਾਰੇ ਅਮੀਰ ਕੰਟਰੀ ਆ ਉਹੀ ਕਬਜ਼ਾ ਕਰਕੇ ਨਾ ਬੈਠ ਜਾਣ। ਗਰੀਬ ਕੰਟਰੀਜ਼ ਕੋਲੇ ਜਿਹੜੀਆਂ ਡੋਜ਼ਸ ਕਿਵੇਂ ਜਾਣਗੀਆਂ, ਉਸ ਨੂੰ ਪ੍ਰੋਪਰਲੀ ਡਿਸਟ੍ਰੀਬਿਊਟ ਕਰਨ ਵਾਸਤੇ 64 ਕੰਟਰੀਆਂ ਦੇ ਜਿਹੜਾ ਇਕੱਠ ਹੋਇਆ ਉਹਦੇ ਚ ਕੈਨੇਡਾ ਨੇ ਵੀ ਆਪਦਾ ਹਿੱਸਾ ਪਾਇਆ ਜੀ। ਬਿਲਕੁਲ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਬਹੁਤ ਵਧੀਆ ਨਾ ਸਾਹਿਬ, ਬਹੁਤ ਚੰਗੀਆਂ ਗੱਲਾਂ ਲੱਗ ਰਹੀਆਂ ਨੇ, ਬਹੁਤ ਹੀ ਵਧੀਆ ਪ੍ਰੋਗਰਾਮ ਜਾ ਰਿਹਾ ਜੀ। ਰੱਬ ਕਰੇ ਬਹੁਤ ਤਰੱਕੀ ਹੋਵੇ ਜੀ। ਥੈਂਕ ਯੂ ਜੀ, ਤੁਹਾਡੀਆਂ ਦੁਆਵਾਂ ਜੀ। ਥੈਂਕ ਯੂ। ਸ਼ੁਕਰੀਆ ਸਰ। ਤੇ ਨਾ ਮੈਂ ਗੱਲ ਇਹ ਕਰਨੀ ਸੀ ਵੀ ਜਿਹੜੀ ਹੁਣ ਤੁਸੀਂ ਟੈਕਸੀ ਦੀ ਗੱਲ ਕਰੀਏ ਵੀ ਟੈਸਲਾ ਆ ਗਈ ਟੈਕਸੀ ਦੇ ਵਿੱਚ ਜੀ। ਹਾਂਜੀ, ਤੁਸੀਂ ਇਹ ਲਗਾ ਲਓ ਜੀ, ਮੈਂ ਬਹੁਤ ਟੈਕਸੀ ਯੂਜ਼ ਕਰੀ ਹੈ ਜੀ ਉਰੇ BC ਦੇ ਵਿੱਚ। ਹੁਣ ਤੁਸੀਂ ਇਹ ਲਗਾ ਲਓ ਪਿਛਲੇ ਸਾਲ ਤੋਂ ਜਦੋਂ ਤੋਂ ਉਬਰ ਆਈ ਹੈ ਜੀ, ਇੱਕ ਵਾਰੀ ਵੀ ਟੈਕਸੀ ਨਹੀਂ ਯੂਜ਼ ਕਰੀ, ਹਮੇਸ਼ਾ ਉਬਰ ਹੀ ਯੂਜ਼ ਕਰੀਏ। ਠੀਕ ਹੈ ਜੀ। ਤੇ ਉਬਰ ਦੇ ਵਿੱਚ ਨਾ ਸਾਹਿਬ ਮੈਂ ਵੀ ਉਬਰ ਨੂੰ ਪ੍ਰਮੋਟ ਨਹੀਂ ਕਰ ਰਿਹਾ ਤੁਹਾਡੇ ਪ੍ਰੋਗਰਾਮ 'ਚ। ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਉਬਰ ਪਹਿਲਾਂ ਤਾਂ ਜੀ ਲੋਕਾਂ ਨੂੰ ਵੈਸੇ ਪ੍ਰਾਈਸ ਘੱਟ ਲੱਗਦੇ ਸੀ ਜੀ ਉਬਰ ਦੇ। ਜੀ ਹਾਂ। ਹੁਣ ਉਬਰ ਸੋਨੂੰ ਜੀ ਥੋੜੇ ਟਾਈਮ ਬਾਅਦ ਜੀ ਦਿੰਦੀ ਹੈ ਸਕੀਮ 50% ਡਿਸਕਾਊਂਟ ਦੀ ਜੀ। ਜੀ ਹਾਂ। ਜੇ ਤੁਸੀਂ ਕੰਟੀਨਿਊ ਉਹਨੂੰ ਰਨ ਕਰਦੇ ਹੋ ਜੀ ਤਾਂ ਤੁਹਾਨੂੰ ਆ ਜਾਂਦੀ ਹੈ ਜੀ 50% ਡਿਸਕਾਊਂਟ ਔਨ ਐਵਰੀ ਰਾਈਡ। ਠੀਕ ਹੈ ਜੀ। ਤੇ ਤੁਸੀਂ ਇਹ ਦੇਖ ਲਓ ਰਾਜ ਸਾਹਿਬ, ਮੈਂ ਬਹੁਤ ਉਬਰ ਯੂਜ਼ ਕਰਦਾ। ਐਸੀਆਂ ਵੱਡੀਆਂ ਮਰਸੀਡੀਜ਼ ਗੱਡੀ, ਰੇਂਜ ਰੋਵਰ, ਹਾਂਜੀ, ਤੇ ਚੰਗੇ ਬੰਦੇ ਜੀ ਜਿਹੜੇ ਕਹਿੰਦੇ ਕਹਾਉਂਦੇ ਜਿਨ੍ਹਾਂ ਦੇ 4-4 5-5 ਘਰ ਨੇ ਜੀ BC ਦੇ ਅੰਦਰ, ਸਰੀ ਦੇ ਅੰਦਰ, ਜੋ ਉਹਨਾਂ ਨਾਲ ਗੱਲਬਾਤ ਹੁੰਦੀ ਹੈ। ਕਿਉਂਕਿ ਮੇਰੀ ਆਦਤ ਹੈ ਅਮਰੀਕਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਜਿਹੜਾ ਬੰਦਾ ਮੈਨੂੰ ਉਬਰ 'ਚ ਲੈ ਕੇ ਜਾਂਦਾ। ਹਾਂਜੀ, ਵੀ ਕਿੱਥੋਂ ਆਏ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਗੱਲਬਾਤ ਹੈ। ਤੇ ਇਹਦੇ 'ਚ ਇੱਕ ਹੋਰ ਨਕਸਲ ਦੀ ਮੇਨ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਮੇਰੇ ਨੌਲੇਜ 'ਚ ਆਈ ਆ ਵੀ ਮੋਸਟਲੀ ਟਰੱਕ ਡਰਾਈਵਰਸ ਉਬਰ 'ਚ ਆ ਗਏ। ਠੀਕ ਹੈ ਜੀ। ਮੈਂ ਕਹਿੰਦਾ ਹਰ ਇੱਕ ਬੰਦੇ ਨੂੰ ਮੈਂ ਪੁੱਛਦਾ ਜੀ ਹਾਂਜੀ ਤੁਸੀਂ ਪਹਿਲਾਂ ਕੀ ਕਰਦੇ ਸੀ? ਉਹ ਕਹਿੰਦਾ ਜੀ ਪਹਿਲਾਂ ਮੈਂ ਟਰੱਕ ਚਲਾਉਂਦਾ ਸੀ, ਟਰੱਕ ਤੋਂ ਮੈਂ ਹੁਣ ਉਬਰ 'ਚ ਆ ਗਿਆ। ਉਬਰ 'ਚ ਮੈਨੂੰ ਜ਼ਿਆਦਾ ਪੈਸੇ ਬਚਦੇ ਨੇ ਤੇ ਮੈਂ ਨਾਲ ਘਰ ਦਾ ਘਰੇ ਰਹਿਣਾ। ਬਿਲਕੁਲ ਜੀ। ਇਹਦੇ ਲਈ ਵੀ ਸ਼ਾਇਦ ਇਹਨਾਂ ਨੇ ਲਾਇਸੈਂਸ ਸਿਸਟਮ ਵਿੱਚ ਵੀ ਚੇਂਜ ਕੀਤਾ। ਪਹਿਲਾਂ ਤਾਂ ਇਦਾਂ ਸੀ ਕਿ ਆ ਕੇ ਸਟੂਡੈਂਟਸ ਵੀ ਲੈ ਸਕਦੇ ਸੀਗੇ ਉਬਰ ਦਾ ਲਾਇਸੈਂਸ, ਪਰ ਇਹਨਾਂ ਨੇ ਮੇਰੇ ਖਿਆਲ 'ਚ ਲਾਇਸੈਂਸ ਦੀ ਵੀ ਇੱਕ ਕੰਡੀਸ਼ਨ ਕਰ ਦਿੱਤੀ ਹੈ ਕਿ ਜਿਹਦੇ ਕੋਲੇ ਲਾਇਸੈਂਸ ਹੋਏਗਾ ਉਸ ਤੋਂ ਬਿਨਾਂ ਉਬਰ ਦੀ ਨਹੀਂ ਚਲਾ ਸਕਦੇ ਹੋ। ਨਹੀਂ ਨਕ ਜੀ, ਆਪਣਾ ਤਰਨ ਜੀ, ਇਹਦੇ ਵਿੱਚ ਐਵੇਂ ਹੈ ਵੀ ਇਹਦੇ ਵਿੱਚ ਤੁਹਾਨੂੰ 4 ਦਾ ਲਾਇਸੈਂਸ ਚਾਹੀਦਾ ਜੀ। ਉਹ 4 ਦਾ ਲਾਇਸੈਂਸ ਹੁੰਦਾ ਜੀ, ਉਹਦੇ ਵਿੱਚ ਕਾਫੀ ਥੋੜਾ ਉਹਨੂੰ ਲੈਣਾ ਕਾਫੀ ਮੁਸ਼ਕਿਲ ਹੈ। ਜੇ ਤੁਹਾਨੂੰ ਲੈਣਾ ਵੀ ਹੈ ਤਾਂ ਤੁਹਾਨੂੰ ਇੰਡੀਆ ਤੋਂ ਕਾਫੀ ਪੇਪਰ ਮੰਗਾਉਣੇ ਪੈਂਦੇ ਨੇ। ਉੱਥੋਂ SSP ਦਫ਼ਤਰ ਤੋਂ ਵੀ ਲੈਟਰ ਮੰਗਾਉਣਾ ਪੈਂਦਾ ਹੈ, ਉੱਥੇ DTO ਆਫਿਸ ਤੋਂ ਵੀ ਲੈਟਰ ਮੰਗਾਉਣਾ ਪੈਂਦਾ ਹੈ ਕਿ ਤੁਹਾਨੇ ਕਦੀ ਕੋਈ ਅਫੈਂਸ ਨਹੀਂ ਕਰਿਆ ਇਸ ਲਾਇਸੈਂਸ ਤੇ, ਕਦੀ ਤੁਹਾਡੇ ਤੇ ਕੋਈ ਚਾਰजेस ਨਹੀਂ ਲੱਗੇ ਤੁਹਾਡੇ ਇਸ ਲਾਇਸੈਂਸ ਤੇ। ਤੇ ਉਸ ਤੋਂ ਬਾਅਦ ਜਿਹੜਾ ਇਹਦਾ ਰੋਡ ਟੈਸਟ ਹੈ ਜੀ ਉਹ ਬਹੁਤ ਥੋੜਾ ਮੁਸ਼ਕਿਲ ਹੈ। ਤਾਂ ਇਸ ਕਰਕੇ ਮੋਸਟਲੀ ਟਰੱਕ ਡਰਾਈਵਰਸ ਉਬਰ ਦੇ ਵਿੱਚ ਆ ਗਏ। ਠੀਕ ਹੈ ਜੀ। ਜੀ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇਣ ਲਈ। ਸਰ ਤੁਸੀਂ ਜਿਵੇਂ ਕਿਹਾ ਪਰ ਟੈਕਸੀ ਜਿਹੜੇ ਉਬਰ ਵਾਲੇ ਆਫ ਦੇ ਰਿਹਾ, ਪਰ ਮੈਂ ਵੀ ਉਬਰ ਬਹੁਤ ਯੂਜ਼ ਕਰ ਰਹੀ ਹਾਂ। ਮੈਨੂੰ ਪੈਂਡੈਮਿਕ ਤੋਂ ਲੈ ਕੇ ਹੁਣ ਤੱਕ ਆਫ ਨਹੀਂ ਮਿਲੀ, ਪਹਿਲਾਂ ਮਿਲਦੀ ਹੁੰਦੀ ਸੀ। ਮੈਂ ਤੁਹਾਨੂੰ ਦੱਸਾਂ ਕਰਨ ਜੀ, ਅਸੀਂ ਘਰ 'ਚ 4 ਮੈਂਬਰ ਆ, ਸਾਡੇ 4 ਨੇ ਜੀ ਉਬਰ ਦੀ ਐਪ ਡਾਊਨਲੋਡ ਕਰ ਰੱਖੀ ਹੈ ਜੀ। ਤੇ ਸਾਡੇ ਕੋਲ ਲੱਕੀਲੀ 2 ਬੰਦਿਆਂ ਕੋਲ ਹਮੇਸ਼ਾ ਉਹ ਸਕੀਮ ਰਹਿੰਦੀ ਹੈ। ਐਟ ਪ੍ਰੈਜ਼ੈਂਟ ਮੇਰੇ ਕੋਲ ਵੀ ਹੈ ਜੀ 28 ਤੱਕ, ਤੇ ਮੇਰੀ ਵਾਈਫ ਕੋਲ ਵੀ ਹੈ ਜੀ। ਲੱਕੀ ਯੂ ਸਰ, ਲੱਕੀ ਯੂ, ਮੈਨੂੰ ਪੈਂਡੈਮਿਕ ਤੋਂ ਨਹੀਂ ਮਿਲੀ। ਮੈਂ ਉਬਰ ਦਾ ਕੋਈ ਫੈਨ ਨਹੀਂ ਆ ਜੀ, ਮੈਂ ਟੈਕਸੀ ਡਰਾਈਵਰ ਵੀ ਨਾਲ ਆ ਵੀ। ਉਬਰ ਨੇ ਤਾਂ ਜੀ 70 80% ਡਿਸਕਾਊਂਟ ਚਲਾ ਰੱਖਿਆ ਜੀ ਫੂਡ ਤੇ ਅੱਜ ਕੱਲ। ਬਿਲਕੁਲ, ਦੈਟਸ ਗੁੱਡ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ, ਸੋ ਕਾਈਂਡ ਆਫ ਯੂ। ਬਹੁਤ ਸ਼ੁਕਰੀਆ ਜੀ। ਮੈਂ ਨਾ ਇਸ ਮਾਮਲੇ ਦੇ ਵਿੱਚ ਇੱਕ ਜ਼ਰੂਰ ਐਡ ਕਰਨਾ ਚਾਹਾਂਗਾ। ਕਾਰਨ ਕੀ ਆ ਉਬਰ ਦਾ, ਤੇ ਹੋ ਸਕਦਾ ਆਪਣਾ 1-2 ਖਬਰਾਂ ਰਹਿਣ, ਪਰ ਮੈਂ ਇਹਦੇ ਉੱਤੇ ਗੱਲ ਜ਼ਰੂਰ ਕਰਨੀ ਚਾਹਾਂਗਾ। ਕਾਰਨ ਕਿਉਂ ਆ ਕਿ ਉਬਰ ਇੰਨਾ ਕਾਮਯਾਬ ਹੈ ਤੇ ਜਿਹੜੀ ਟੈਕਸੀ ਇੰਡਸਟਰੀ ਹੈ ਇੰਨੀ ਫੇਲ ਕਿਉਂ ਹੋ ਗਈ ਹੈ? ਟੈਕਸੀ ਇੰਡਸਟਰੀ ਦੇ ਵਿੱਚ ਪ੍ਰੋਬਲਮ ਇਹ ਸੀ। ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਤਰਨਜੀਤ ਬੇਟੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਤਰਨਜੀਤ ਬੋਲ ਰਹੀ? ਹਾਂਜੀ ਬਿਲਕੁਲ, ਮੈਂ ਤਰਨਜੀਤ ਬੋਲ ਰਹੀ ਹਾਂ ਜੀ। ਲਾਈਵ ਪ੍ਰੋਗਰਾਮ ਤੁਸੀਂ ਕਾਲ ਕੀਤੀ ਹੈ, ਦੱਸੋ ਜੀ ਕਿੱਥੋਂ ਬੋਲ ਰਹੇ ਹੋ ਸਰ? ਬਸ ਮੈਂ ਤਾਂ ਬੇਟੇ ਇੱਥੋਂ ਹੀ ਬੋਲਦਾ ਵਾ। ਤੁਹਾਨੂੰ ਨੱਥ ਸਾਹਿਬ ਨੂੰ ਮੁਬਾਰਕਬਾਦ ਦੇਣੀ ਸੀ। ਨੱਥ ਸਾਹਿਬ ਸਾਡੇ ਕੋਲ ਦੇ ਨੇ। ਥੈਂਕ ਯੂ ਜੀ, ਸ਼ੁਕਰੀਆ ਜੀ। ਮੈਂ ਸਭ ਦੇ ਕੋਲ ਹੀ ਹਾਂ। ਆਇਆ ਕਿ ਨੱਥ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਸੀਂ ਵੀ
ਸੁਧਾਰ ਦੇ ਪੁੱਲ ਤੇ ਉਹ ਬੇਅੰਤ ਉਹਨਾਂ ਕੋਲੇ ਚਾਹ ਪੀਂਦੇ ਰਹੇ ਆ ਤੁਹਾਡੇ ਕੋਲ ਬਿਲਕੁਲ ਜੀ। ਕੀ ਹੁੰਦੀ ਸੀ ਨਾ ਉਹਨਾਂ ਦੀ? ਹਾਂਜੀ ਬਿਲਕੁਲ ਜੀ, ਹਾਂ ਬਿਲਕੁਲ। ਹਾਂ ਬਸ ਮੈਂ ਜਾਂ ਤੁਹਾਡਾ ਪ੍ਰੋਗਰਾਮ ਹੁੰਦਾ ਮੈਨੂੰ ਆਏ ਹੁੰਦਾ ਵੀ ਸਾਡੇ ਪਿੰਡਾਂ ਦੇ ਕੋਲ ਤੇ ਲੱਗਿਆ, ਮੈਨੂੰ ਬਹੁਤ ਹੌਸਲਾ ਹੁੰਦਾ। ਵਾਸੀ ਲਾਗੇ ਸ਼ਾਗੀ ਮੈਂ ਹਾਂ ਸੋ ਨਾਈਸ। ਲੁਧਿਆਣੇ ਤੋਂ ਤਰਨ ਹੈ ਜੀ। ਹਾਂ ਤਰਨ ਜੀ ਤੇ ਤੁਹਾਡਾ ਹਮੇਸ਼ਾ ਬਹਿ ਕੇ ਪ੍ਰੋਗਰਾਮ ਦੇਖੋ ਹਮੇਸ਼ਾ। ਥੈਂਕ ਯੂ ਸੋ ਮਚ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪ੍ਰੋਗਰਾਮ ਏਦਾਂ ਹੀ ਦੇਖਦੇ ਰਿਹਾ ਕਰੋ ਤੇ ਕਾਲ ਕਰਦੇ ਰਿਹਾ ਕਰੋ। ਸ਼ੁਕਰੀਆ ਜੀ। ਜੀ ਸਰ, ਉਧਰੋਂ ਸਮਾਂ ਹੁੰਦਾ ਜਾ ਰਿਹਾ ਜੀ। ਮੈਂ ਮਾੜੀ ਜੀ ਗੱਲ ਉਬਰ ਤੇ ਕਰ ਹੀ ਦਿੰਦਾ ਜੀ। ਉਬਰ ਕਾਮਯਾਬ ਕਿਉਂ ਹੋਈ ਹੈ ਤੇ ਟੈਕਸੀ ਫੇਲ ਕਿਉਂ ਹੋ ਗਈ ਹੈ? ਟੈਕਸੀ ਇੰਡਸਟਰੀ, ਸੌਰੀ ਟੂ ਸੇ ਦਿਸ, ਜਿਹੜੇ ਟੈਕਸੀ ਦੇ ਪਲੇਟ ਓਨਰਸ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਪਲੇਟ ਓਨਰਸ ਨੇ, ਸਾਰਿਆਂ ਨੇ ਨਹੀਂ, ਬਹੁਤਿਆਂ ਨੇ ਡਰਾਈਵਰ ਨੂੰ ਤੰਗ ਹੀ ਇੰਨਾ ਕਰ ਦਿੱਤਾ ਸੀ, ਉਹਦਾ ਸ਼ੋਸ਼ਣ ਹੀ ਇੰਨਾ ਹੋਣ ਲੱਗ ਪਿਆ ਸੀਗਾ, ਡਰਾਈਵਰ ਦੁਖੀ ਸੀਗਾ। ਔਰ ਜਦੋਂ ਇਹ ਇਵੇਂ ਟਰੱਕ ਡਰਾਈਵਰ ਦੇ ਵਿੱਚ, ਟਰੱਕ ਡਰਾਈਵਰ ਕਈ ਕੰਪਨੀ ਨੇ ਟਰੱਕ ਡਰਾਈਵਰ ਨੂੰ ਇੰਨਾ ਦੁਖੀ ਕੀਤਾ ਸੀ, ਇੰਨਾ ਸ਼ੋਸ਼ਣ ਹੁੰਦਾ ਸੀ, ਅਗਲੇ ਕੋਲ ਕੋਈ ਇਲਾਜ ਨਹੀਂ ਸੀ। ਉਬਰ ਆਈ, ਅਗਲਾ ਆਈ ਗਿਆ ਜੀ ਤੁਹਾਡੀ ਸਾਰੀਆਂ ਟੈਕਸੀਆਂ ਛੱਡ ਕੇ ਚਲਾ ਗਿਆ। ਹੁਣ ਟੈਕਸੀ ਡਰਾਈਵਰਸ ਹੋਈ ਰਹਿ ਗਏ ਨੇ। ਪਲੇਟਾਂ ਦੀਆਂ ਕੀਮਤਾਂ ਘਟ ਗਈਆਂ ਨੇ। ਵੈਨਕੂਵਰ ਦੇ ਵਿੱਚ ਟਾਇਰ ਵਿਕਦਾ ਸੀਗਾ, ਟਾਇਰ ਤਰਨ ਚੌਥਾ ਹਿੱਸਾ ਪਲੇਟ ਵਿਕਦੀ, ਇੰਨੀ ਮਹਿੰਗੀ ਹੋ ਗਈ ਸੀਗੀ। 에ਅਰਪੋਰਟ ਦੇ ਉੱਤੇ ਜੀ ਸਾਡੇ ਪੀਅਰਸਨ ਦੇ ਉੱਤੇ $1 ਮਿਲੀਅਨ ਕਹਿੰਦੇ ਸੀਗੇ, ਪਤਾ ਨਹੀਂ ਮਿਲੀਅਨ ਦੀ ਕੋਈ ਵਿਕੀ ਹੈ ਜਾਂ ਨਹੀਂ ਵਿਕੀ। $1 ਮਿਲੀਅਨ ਦੀ ਇਸ ਵੇਲੇ ਉਹਦੀ ਕੀਮਤ ਮੈਨੂੰ ਨਹੀਂ ਪਤਾ ਕੀ ਆ, ਪਰ ਮਿਲੀਅਨ ਨਹੀਂ ਹੈਗੀ ਆ। ਔਰ ਕਾਰਨ ਕੀ ਆ? ਇਹ ਟੈਕਸੀ ਇੰਡਸਟਰੀ ਨੇ ਆਪਦਾ ਰੂਇਨ, ਉਹਨਾਂ ਨੇ ਆਪਦੀਆਂ ਜੜ੍ਹਾਂ 'ਚ ਤੇਲ ਆਪ ਪਾਇਆ। ਉਬਰ ਨੇ ਨਹੀਂ ਪਾਇਆ। ਨਹੀਂ, ਉਬਰ ਕਾਮਯਾਬ ਨਹੀਂ ਸੀ ਹੋ ਸਕਦੀ। ਉਬਰ ਕੋਲ ਡਰਾਈਵਰ ਨਹੀਂ ਸੀ ਜਾਣੇ। ਉਬਰ ਨੂੰ ਬਣੇ ਬਣਾਏ ਪੱਕੇ ਵਧੀਆ ਡਰਾਈਵਰ ਉਹਨੇ ਟੈਕਸੀ ਇੰਡਸਟਰੀ ਛੱਡੀ, ਉਬਰ ਆਉਣ ਲੱਗ ਗਏ ਔਰ ਟੈਕਸੀ ਇੰਡਸਟਰੀ ਫੇਲ ਹੋ ਗਈ। ਮੋਰਓਵਰ ਸਰ, ਜਦੋਂ ਕਸਟਮਰਸ ਨੂੰ ਵੀ ਆਪਸ਼ਨਸ ਮਿਲਦੀਆਂ ਨੇ, ਵਧੀਆ ਆਪਸ਼ਨਸ ਮਿਲਦੀਆਂ ਨੇ, ਉਹਨੂੰ ਵੀ ਜਿੱਥੇ ਵਧੀਆ ਲੱਗੂਗਾ ਉਧਰ ਨੂੰ ਉਹ ਜ਼ਰੂਰ ਰਨ ਕਰੂਗਾ। ਕਿਉਂਕਿ ਜਿਵੇਂ ਉਬਰ ਦੀ ਇਹਨਾਂ ਨੇ ਗੱਲ ਕੀਤੀ ਹੈ, ਉਬਰ ਨੇ ਬਹੁਤ ਸਾਰੇ ਆਪਸ਼ਨਸ ਦਿੱਤੇ ਆ, ਜੋ ਤੁਹਾਨੂੰ ਸਕੀਮਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਉਹ ਕੰਪੇਅਰ ਕਰਦੇ ਆ, ਪ੍ਰਾਈਸ ਕੰਪੇਅਰ ਕਰਦੇ ਆ, ਰੈਂਟ ਕੰਪੇਅਰ ਕਰਦੇ ਆ, ਉਹਨਾਂ ਨੂੰ ਜਿਹੜੀ ਚੀਜ਼ ਜ਼ਿਆਦਾ ਫੈਸਿਲਿਟੀਜ਼ ਮਿਲਣਗੀ ਉਧਰ ਨੂੰ ਜ਼ਰੂਰ ਜਾਣਗੇ ਕਸਟਮਰਸ ਵੀ। ਤਾਂ ਇਸ ਇਸ਼ੂ ਤੇ ਆਪਾਂ ਪੂਰਾ ਪ੍ਰੋਗਰਾਮ ਕਰ ਸਕਦੇ ਕਿਸੇ ਦਿਨ, ਪਰ ਅੱਜ ਹੁਣ ਆਪਣਾ ਸਮਾਂ ਹੋ ਚੱਲਿਆ। ਆਪਾਂ ਕੁਝ ਅਗਲੀ ਜੇ ਕੋਈ ਰਹਿੰਦੀ ਹੈ ਤਾਂ ਬਿਲਕੁਲ ਜੀ ਸਰ, ਇੱਕ ਖਬਰ ਅਸੀਂ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੇ। ਕੈਨੋਸ਼ਾ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ, ਉਸ ਦੌਰਾਨ ਇੱਕ ਗੱਲ ਬੜੀ ਸਾਹਮਣੇ ਆਈ ਸੀ ਕਿ ਜਿਹੜਾ ਸ਼ੂਟਰ ਸੀ ਜਿਹਨੇ ਗੋਲੀਬਾਰੀ ਕੀਤੀ ਸੀ, ਬਿਲਕੁਲ ਪੁਲਿਸ ਦੇ ਅੱਗੋਂ ਦੀ ਲੰਘ ਕੇ ਗਿਆ। ਉਸ ਵਕਤ ਪੁਲਿਸ ਨੇ ਵੀ ਕੁਝ ਨਹੀਂ ਕੀਤਾ। ਹੁਣ ਸੁਣਨ ਦੇ ਵਿੱਚ ਆਇਆ ਕਿ ਉਹਦੇ ਬਾਰੇ ਕਈ ਖੁਲਾਸੇ ਹੋਏ ਨੇ ਸਰ, ਕਿ ਜਿਸ ਜਗ੍ਹਾ ਵਿੱਚ ਆ ਕੇ, ਜਿਸ ਸਟੇਟ 'ਚ ਆ ਕੇ ਉਹਨੇ ਸ਼ੂਟਿੰਗ ਕੀਤੀ ਸੀ, ਅਸਲ 'ਚ ਉੱਥੋਂ ਦਾ ਉਹ ਹੈ ਹੀ ਨਹੀਂ ਸੀ। ਬਿਲਕੁਲ ਜੀ, ਵਿਸਕੌਨਸਿਨ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ। ਕੈਨੋਸ਼ਾ ਉੱਥੇ ਹੈ ਜੀ। ਉੱਥੇ ਉਹ ਆਪਦਾ ਇੱਕ ਕਾਰਾ ਕਰ ਗਿਆ ਤੇ ਵਾਪਸ ਆਪਦੇ ਘਰ ਚਲਾ ਗਿਆ ਸੀਗਾ ਜੀ। ਉਹਦਾ ਘਰ ਇੱਥੇ ਨਹੀਂ ਹੈਗਾ ਜੀ ਇਸ ਸਟੇਟ ਦੇ ਵਿੱਚ। ਹੁਣ ਉਹਨੂੰ ਉੱਥੇ ਤੇ ਗ੍ਰਿਫਤਾਰ ਕਰ ਲਿਆ ਗਿਆ, ਪਤਾ ਲੱਗ ਗਿਆ ਤਾਂ ਗ੍ਰਿਫਤਾਰ ਕਰਕੇ ਤੇ ਹੁਣ ਜਿਹੜੀ ਵਿਸਕੌਨਸਿਨ ਸਟੇਟ ਹੈਗੀ ਆ, ਉਹ ਆਪਦੇ ਲਿਆ ਕੇ ਟ੍ਰਾਇਲ ਕਰਨ ਚਾਹੁੰਦੀ ਆ। ਉਹ ਕਹਿੰਦਾ ਮੈਂ ਉਸ ਸਟੇਟ ਜਾ ਕੇ ਟ੍ਰਾਇਲ ਲੈਣਾ ਨਹੀਂ, ਕਿਉਂਕਿ ਉੱਥੇ ਸਜ਼ਾਵਾਂ ਸਖਤ ਨੇ ਦੈਨ ਜਿਹੜੀ ਸਟੇਟ 'ਚ ਉਹ ਰਹਿੰਦਾ ਹੈਗਾ। ਪਰ ਹੁਣ ਉਹਦੀ ਜਿਵੇਂ ਦੇਸ਼ਾਂ ਦੇ ਵਿੱਚ ਐਕਸਟ੍ਰੈਡੀਸ਼ਨ ਹੁੰਦੀ ਹੈ ਜੀ, ਜਿਹੜੀ ਵਿਸਕੌਨਸਿਨ ਸਟੇਟ ਹੈਗੀ ਆ, ਉਹ ਜਿਹੜੀ ਸਟੇਟ 'ਚ ਉਹ ਰਹਿੰਦਾ ਜੀ, ਉਹਨਾਂ ਐਕਸਟ੍ਰੈਡੀਸ਼ਨ ਦੀ ਉਹਦੇ ਤੇ ਕੇਸ ਚੱਲ ਰਿਹਾ। ਪਹਿਲਾਂ ਉਹ ਕੇਸ ਚੱਲੂਗਾ, ਉਹ ਕੇਸ ਦੇ ਵਿੱਚ ਜੇ ਉਹਨੂੰ ਪਹਿਲਾਂ ਉਹ ਐਕਸਟ੍ਰੈਡਿਟ ਕਰਨਗੇ ਜੀ, ਐਕਸਟ੍ਰੈਡਿਟ ਕਰਨ ਤੋਂ ਬਾਅਦ ਫਿਰ ਅਸਲੀ ਕੇਸ ਚੱਲੇਗਾ। ਤੁਸੀਂ ਦੇਖੋ, ਮੈਂ ਇਸ ਗੱਲ ਤੇ, ਇਸ ਖਬਰ ਤੇ ਮੈਂ ਇਸ ਕਰਕੇ ਹੈਰਾਨ ਹੋਇਆ ਕਿ ਸਟੇਟ ਦੇ ਨਾਲ ਵੀ ਤਾਂ ਇਸੇ ਕਰਕੇ ਕਿਹਾ ਜਾਂਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ। ਅਮਰੀਕਾ ਦੀਆਂ ਵੱਖਰੀਆਂ ਸਟੇਟਸ ਨੇ, ਆਪਦੇ ਵੱਖਰੇ ਕਾਨੂੰਨ ਨੇ, ਪਰ ਉਹ ਰਲ ਕੇ ਉਹਨਾਂ ਨੇ ਇੱਕ ਕੰਟਰੀ ਬਣਾਇਆ ਹੋਇਆ। ਦੈਟਸ ਵਾਈ ਇਟਸ ਕਾਲਡ ਯੂਨਾਈਟਿਡ ਸਟੇਟਸ ਆਫ ਅਮਰੀਕਾ। ਔਰ ਹੁਣ ਇਹਦੇ ਵਿੱਚ ਦੇਖੋ ਜੀ, ਕਾਨੂੰਨੀ ਤੌਰ ਤੇ ਅੜਿੱਟਣ ਪਈ ਹੋਈ ਹੈ, ਪਤਾ ਨਹੀਂ ਉਹ ਕਦੋਂ ਐਕਸਟ੍ਰੈਡਿਟ ਹੋਏਗਾ ਜੀ। ਬਿਲਕੁਲ ਜੀ, ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਇੱਕ ਖਬਰ ਅਸਲ ਜਿਹੜੀ ਆਪਾਂ 2 ਦਿਨ ਤੋਂ ਡਿਸਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹ ਅੱਜ ਵੀ ਨਹੀਂ ਹੋ ਰਹੀ ਹੈਗੀ। ਤੇ ਮੈਂ ਕਹਿੰਦੀ ਹਾਂ ਵੀਕਐਂਡ ਦਾ ਲਾਸਟ ਡੇ ਆ, ਉਸ ਤੋਂ ਬਾਅਦ ਵੀਕਐਂਡ ਸ਼ੁਰੂ ਹੋ ਜਾਣਾ, ਲਾਸਟ ਹੈ ਕਿ ਮੈਂ ਆਹ ਖਬਰ ਵੀ ਡਿਸਕਸ ਕਰ ਲਾਂ। ਟੋਰਾਂਟੋ ਦੀ ਫੇਮਸ ਜਿਹੜੀ ਆ ਕ੍ਰਿਸਮਸ ਮਾਰਕੀਟ, ਹਰ ਸਾਲ ਲੱਗਦੀ ਆ, ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਉੱਥੋਂ ਦੀਆਂ, ਇਸ ਸਾਲ ਪੈਂਡੈਮਿਕ ਨੇ ਉਹ ਵੀ ਬੰਦ ਕਰਾਤੀ। ਪਤਾ ਤਰਨ ਨੇ ਕਿਉਂ ਫੋਨ ਗੱਲ ਕੀਤੀ ਹੈ ਜੀ? ਕਿਉਂਕਿ ਇਸ ਸਾਲ ਹੁਣ ਤਰਨ ਦੀ ਪੂਰੀ ਤਿਆਰੀ ਸੀ ਜਾਣ ਦੀ ਜੀ। ਬਿਲਕੁਲ। ਔਰ ਉਹ ਜਿਹੜਾ ਨਹੀਂ ਗਿਆ, ਮੈਂ ਟੋਰਾਂਟੋ ਵਾਲਿਆਂ ਨੂੰ ਵੀ ਕਹਿਣਾ, ਮੈਨੂੰ ਲੱਗਦਾ ਬਹੁਤੇ ਨਹੀਂ ਗਏ ਹੋਵੋਗੇ, ਜਾ ਕੇ ਆਇਓ ਦੇਖਣ ਲਈ। ਪਰ ਇਸ ਸਾਲ ਹੈ ਨਹੀਂ ਗੀ ਜੀ। ਇਹ ਡਿਸਟਿਲਰੀ ਡਿਸਟ੍ਰਿਕਟ ਹੈ ਜੀ, ਉਹਦੇ ਵਿੱਚ ਇਹ ਹੁੰਦੀ ਆ ਰੌਣਕਾਂ ਉੱਥੇ ਸਿਆਲਾਂ ਦੇ ਵਿੱਚ, ਕ੍ਰਿਸਮਸ ਤੋਂ ਪਹਿਲਾਂ ਤੇ ਕ੍ਰਿਸਮਸ ਤੋਂ ਕੁਝ ਦਿਨ ਬਾਅਦ ਤੱਕ। ਇੰਨੀ ਵਧੀਆ ਮਾਰਕੀਟ ਆ, ਬਾਹਰ ਵੀ ਆ ਅੰਦਰ ਵੀ ਆ, ਦੇਖਣ ਵਾਲੀ ਮਾਰਕੀਟ ਆ। ਪਰ ਐਤਕੀ ਜੀ ਉਹ ਕੈਂਸਲ ਹੋ ਗਈ ਆ, ਪਤਾ ਨਹੀਂ ਤਰਨ ਨੇ ਕਰਵਾਤੀ ਹੈ ਜੀ, ਐਸੀ ਹੁਣ ਸਮਝ ਨਹੀਂ ਆਉਂਦੀ। ਸਰ ਕਰੋਨਾ ਨੇ ਕਰਾਈ ਹੈ। ਓਕੇ ਚਲੋ, ਕਰੋਨਾ ਨੇ ਕਰਾਤੀ ਹੈ ਜੀ, ਸੱਚੀ ਜੀ ਕਰੋਨਾ ਕਰਕੇ ਉਹ ਐਤਕੀ ਕੈਂਸਲ ਹੋ ਗਈ ਆ। ਹੋਪਫੁਲੀ ਨੈਕਸਟ ਈਅਰ ਸਾਰੇ ਸੁੱਖ ਸਾਂਦ ਹੋਏਗੀ ਜੀ, ਤੇ ਫਿਰ ਆਪਾਂ ਸਾਰੇ ਰਲ ਕੇ, ਮੈਂ ਹਰ ਇੱਕ ਨੂੰ ਰਿਕਮੈਂਡ ਕਰਦਾ ਜੀ, ਉਹ ਜਗ੍ਹਾ ਤੇ ਜ਼ਰੂਰ ਜਾਣਾ ਚਾਹੀਦਾ। ਔਰ ਜਾਣਾ ਵੀ ਸ਼ਾਮ ਨੂੰ ਚਾਹੀਦਾ ਜੀ, ਲਾਈਟਾਂ ਦੇ ਵਿੱਚ ਦੇਖਣ ਵਾਲੀ ਮਾਰਕੀਟ ਹੈ ਜੀ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਆਪਣੇ ਦਰਸ਼ਕਾਂ ਨੂੰ ਵੀ ਅਸੀਂ ਕਵਾਂਗੇ ਕਿ ਰੈਡੀ ਹੋ ਜਾਓ, ਕਿਉਂਕਿ ਕਿਹੜੀ ਸਰ ਅੱਜ ਕਿਸ ਚੀਜ਼ ਦੇ ਉੱਤੇ ਅਸੀਂ ਸਵਾਲ ਕਰਨ ਜਾ ਰਹੇ ਹਾਂ? ਅੱਜ ਜੀ ਐਕਟਰ ਨੇ ਜੀ, ਇਹ
ਜਿਹੜੇ ਨਾਂ ਨਾਲ ਇਹ ਜਾਣੇ ਜਾਂਦੇ ਨੇ ਜੀ, ਉਹਦੇ ਨਾਲ ਦਾ ਮਿਲਦਾ ਜੁਲਦਾ ਇਹਨਾਂ ਦਾ ਪੂਰਾ ਨਾਮ ਹੈਗਾ ਜੀ। ਇਹ 1952 ਦੇ ਵਿੱਚ ਇਹਨਾਂ ਨੇ ਐਕਟਿੰਗ ਸ਼ੁਰੂ ਕੀਤੀ ਸੀਗੀ ਜੀ। ਇਹਨਾਂ ਦਾ 1928 ਦੇ ਵਿੱਚ ਜਨਮ ਹੋਇਆ ਜੀ। ਇਹ ਪਹਿਲੇ ਐਸੇ ਸਪੋਰਟਸਮੈਨ ਨੇ ਜਿਹੜੇ ਰਾਜ ਸਭਾ ਦੇ ਮੈਂਬਰ ਬਣੇ ਸੀਗੇ ਜੀ। ਇਹਨਾਂ ਨੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਜੀ, ਪੰਜਾਬੀ ਫਿਲਮਾਂ 'ਚ ਕੰਮ ਕੀਤਾ ਜੀ। ਇਹ 7 ਫਿਲਮਾਂ ਇਹਨਾਂ ਨੇ ਪ੍ਰੋਡਿਊਸ ਕੀਤੀਆਂ ਜੀ, 2 ਹਿੰਦੀ ਫਿਲਮਾਂ ਪ੍ਰੋਡਿਊਸ ਕੀਤੀਆਂ ਜੀ। ਇਹਨਾਂ ਨੇ ਜਿਹੜਾ ਰਾਮਾਇਣ ਚੱਲਿਆ ਸੀਗਾ ਜੀ, ਉਹਦੇ ਵਿੱਚ ਵੀ ਇਹਨਾਂ ਨੇ ਇੱਕ ਪਾਰਟ ਪਲੇ ਕੀਤਾ ਸੀਗਾ ਜੀ। ਇਹਨਾਂ ਦੀਆਂ ਮੁਮਤਾਜ਼ ਦੇ ਨਾਲ ਕਈ ਫਿਲਮਾਂ ਆਈਆਂ ਨੇ ਜੀ। ਇਹ ਜੀ ਪੰਜਾਬ ਨੂੰ ਬਿਲੋਂਗ ਕਰਦੇ ਆ ਜੀ। 1947 ਵਿੱਚ ਸਿੰਗਾਪੁਰ ਗਏ ਸੀਗੇ, ਉੱਥੇ ਇਹਨਾਂ ਨੇ ਡਰਮ ਮੈਨੂਫੈਕਚਰਿੰਗ ਸੀਗੀ, ਉਹਦੇ ਵਿੱਚ ਕੰਮ ਕੀਤਾ ਜੀ। ਜੇ ਮੈਂ ਇਹਨਾਂ ਦਾ ਕਿੱਤਾ ਤੁਹਾਨੂੰ ਪਹਿਲਾਂ ਦੱਸਦਾ, ਤੁਸੀਂ ਜਦੇ ਦੱਸ ਦੇਣਾ ਜੀ, ਉਹ ਮੈਂ ਦੱਸਣਾ ਨਹੀਂ ਜੀ। ਤੇ ਹੋਰ ਤੁਹਾਨੂੰ ਕੀ ਦੱਸਾਂ ਜੀ। ਪਹਿਲੀ ਫਿਲਮ ਜੀ ਸੰਗ ਦਿਲ ਸੀਗੀ ਇਹਨਾਂ ਦੀ, ਇੰਨਾ ਦੱਸ ਦਿੰਨਾ, ਠੀਕ ਆ ਜੀ। ਨਹੀਂ, ਬਾਬੂ ਭਾਈ ਮਿਸਰੀ ਦੀ ਫਿਲਮ ਸੀਗੀ ਜੀ। ਲੱਗਦਾ ਜੀ ਕੁਛ, ਹਾਂਜੀ ਹਾਂ, ਇਹਨਾਂ ਨਾਲ ਗੱਲ ਕਰ ਲਈਏ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਿੰਕੀ ਜੀ, ਕੀ ਹਾਲ ਚਾਲ ਹੈ ਮੈਮ? ਹਾਂਜੀ, ਪਹਿਲੇ ਤਾਂ ਬਸ ਵਧੀਆ ਮੈਮ, ਬਹੁਤ ਅੱਛਾ, ਬਟ ਵੀ ਮਿਸ ਯੂਰ ਪ੍ਰੋਗਰਾਮ ਲਿਟਰਲੀ, ਲਾਈਕ ਥੋੜੇ ਦਿਨ ਤੁਸੀਂ ਨਹੀਂ ਆਏ ਹੋ ਸਭ, ਬਿਕੋਜ਼ ਮੇਰੇ ਕੋਲ ਟੀਵੀ ਦਾ ਤਾਂ ਕਨੈਕਸ਼ਨ ਨਹੀਂ ਹੈ, ਮੈਂ ਤਾਂ ਫੇਸਬੁੱਕ ਤੋਂ ਹੀ ਦੇਖਦੀ ਹਾਂ ਤੁਹਾਡਾ ਪ੍ਰੋਗਰਾਮ। ਅਸੀਂ ਮੁਆਫੀ ਚਾਹਾਂਗੇ ਜੀ, ਸਾਡੀ ਟੈਕਨੀਕਲ ਪ੍ਰੋਬਲਮ ਜੀ, ਸੌਰੀ ਜੀ। ਜੀ ਸਵਿੰਕੀ ਜੀ, ਤੁਸੀਂ ਸਵਾਲ ਦਾ ਜਵਾਬ ਦਿਓ ਕਿਉਂਕਿ ਅੱਗੇ ਹੋਰ ਕਾਲਾਂ ਆ ਰਹੀਆਂ ਨੇ। ਇਹ ਤਾਰਾ ਸਿੰਘ ਜੀ ਬਾਰੇ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਜੀ, ਸੋ ਨਾਈਸ ਆਫ ਯੂ, ਥੈਂਕ ਯੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਰਨਜੀਤ ਜੀ। ਕਿੱਥੋਂ ਬੋਲ ਰਹੇ ਹੋ ਜੀ? ਦਾਰਾ ਸਿੰਘ ਨੇ। ਦਾਰਾ ਸਿੰਘ ਜੀ, ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਮੈਨੂੰ ਤਾਂ ਸਾਰਾ ਕੁਝ ਦੱਸਣ ਵੀ ਨਹੀਂ ਦਿੱਤਾ ਜੀ। ਹਾਂਜੀ ਜੀ, ਤੇ ਸਰ ਸਾਨੂੰ ਇਸ ਵਕਤ ਜਿਹੜੇ ਸਾਡੇ ਦਰਸ਼ਕ ਫੇਸਬੁੱਕ ਦੇ ਉੱਤੇ ਵੀ ਕਮੈਂਟ ਕਰ ਰਹੇ ਨੇ, ਉਹਨਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਦਵਾਂ। ਪਹਿਲਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ ਤਰਨ ਜੀ, ਦਾਰਾ ਸਿੰਘ ਜੀ ਦੀ ਗੱਲ ਕਰ ਰਹੇ ਨੇ ਆਪ ਸਾਹਿਬ। ਦਾਰਾ ਸਿੰਘ ਜੀ, ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਗੋਆ ਸਾਹਿਬ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ, ਮੇਰਾ ਨਾਮ ਲਾਲੀ ਰਠੌਰ ਆ। ਮੈਂ ਹਾਂਜੀ ਰਠੌਰ ਸਾਹਿਬ ਡਾਇਰੈਕਟਰ ਤੋਂ ਬੋਲ ਰਿਹਾ ਜੀ। ਜੀ ਰਾਠੌਰ ਜੀ, ਕੀ ਕਹਿਣਾ ਚਾਹੋਗੇ, ਕੌਣ ਨੇ? ਇਹਨਾਂ ਦਾ ਤਾਂ ਜੀ ਦਾਰਾ ਸਿੰਘ ਰੰਧਾਵਾ, ਜਿਹੜੇ ਮਸ਼ਹੂਰ ਪਹਿਲਵਾਨ ਹੋਏ ਨੇ। ਕੀ ਬਾਤ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਇਹਨਾਂ ਦਾ ਸੁਣ ਪਿੰਡ ਸਕਦੇ ਹੋ। ਧਰਮੂ ਚੱਕ ਹੈ ਜੀ। ਇਹਨਾਂ ਦਾ ਪੂਰਾ ਨਾਮ ਪਤਾ ਜੀ? ਦਾਰਾ ਸਿੰਘ ਰੰਧਾਵਾ। ਓਕੇ ਜੀ, ਥੈਂਕ ਯੂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਨਾਈਸ ਜੀ। ਹਾਂਜੀ, ਹੈਲੋ, ਹਾਂਜੀ ਦਾਰਾ ਸਿੰਘ ਜੀ। ਦਾਰਾ ਸਿੰਘ, ਕਿੱਥੋਂ ਬੋਲ ਰਹੇ ਹੋ ਜੀ? ਰਾਮਗੰਜ ਤੋਂ ਜੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ, ਥੈਂਕ ਯੂ ਜੀ। ਸਕਦੇ ਹੋ ਜੀ, ਕਾਲ ਕਰਨ ਲਈ ਧੰਨਵਾਦ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਤਰਨਜੀਤ, ਸਤਿ ਸ਼੍ਰੀ ਅਕਾਲ। ਅਮੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਟੇਮ ਅੱਜ ਬਹੁਤ ਮਿਲ ਗਏ, ਮੇਰਾ ਵੀ ਦਾਰਾ ਸਿੰਘ ਆਨਸਰ ਦਾਰਾ ਸਿੰਘ, ਸ਼ੁਕਰੀਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਮਿਲ ਰਿਹਾ ਸੀ ਫੋਨ ਇਨ ਬਿਟਵੀਨ, ਕਿਸੇ ਨੇ ਜਵਾਬ ਵੀ ਦੇ ਦਿੱਤਾ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਫਰਾਈਡੇ ਜੀ, ਅੱਜ ਕੰਮ ਥੋੜਾ ਜਿਹਾ ਸੌਖਾ ਰੱਖਿਆ ਸੀਗਾ। ਮੈਂ ਕਿਹਾ ਵੀ ਹਾਂ, ਬਿਲਕੁਲ ਅੱਜ ਸੌਖਾ ਸਮਝ ਆ ਗਈ। ਰਿਮਾਈਂਡ ਦਾ ਨਾਮ ਹੈ ਨਾ, ਉਹ ਨੇ ਕਲੀਅਰ ਕਰਤਾ ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਬਹੁਤ ਬਹੁਤ ਧੰਨਵਾਦ। ਅਜੇ ਮੈਂ ਇਹ ਨਹੀਂ ਸੀ ਦੱਸਿਆ ਵੀ ਇਹ ਪਹਿਲਵਾਨ ਸੀਗੇ ਜੀ। ਪਹਿਲਵਾਨ ਦਾ ਉਹਨਾਂ ਦਾ ਕੰਮ ਜਦੇ ਹੋ ਜਾਣਾ ਸੀਗਾ ਜੀ। ਇਹ ਬਜੰਗਬਲੀ ਬਣੇ ਸੀਗੇ ਜੀ ਰਾਮਨ ਸਾਕਰ ਵਿੱਚ। ਜਿਹੜੇ ਦਰਸ਼ਕਾਂ ਨੇ ਸਾਨੂੰ ਫੇਸਬੁੱਕ ਤੇ ਕਮੈਂਟ ਕੀਤਾ, ਉਹਨਾਂ ਦੇ ਵੀ ਨਾਮ ਲੈ ਜ਼ਰੂਰ। ਹਾਂਜੀ, ਸਿੰਘ ਗਿੱਲ ਜੀ ਕਹਿ ਰਹੇ ਨੇ ਦਾਰਾ ਸਿੰਘ, ਪ੍ਰਣਵ ਭੋਲਾ ਜੀ ਕਹਿ ਰਹੇ ਨੇ ਦਾਰਾ ਸਿੰਘ ਰੰਧਾਵਾ, ਰੁਪਿੰਦਰ ਬਾਜਵਾ ਜੀ ਕਹਿ ਰਹੇ ਨੇ ਦਾਰਾ ਸਿੰਘ, ਜੈਗਿਲ ਦਾਰਾ ਸਿੰਘ, ਹਰਜਿੰਦਰ ਸਹੋਤਾ ਕਹਿ ਰਹੇ ਨੇ ਦਾਰਾ ਸਿੰਘ, ਵਿੰਕੀ ਜੀ, ਗੁਰਰਹਿਮਤ ਸਿੰਘ ਜੀ ਕਹਿ ਰਹੇ ਨੇ ਦਾਰਾ ਸਿੰਘ। ਤੇ ਪਹਿਲੀ ਵਾਰੀ ਹੈ ਕਿ ਸਾਰੇ ਦਰਸ਼ਕ ਸੇਮੀਆਂ ਕਰ ਰਹੇ ਨੇ ਤੇ ਸਾਡੀ ਟੀਮ ਨੇ ਵੀ ਫੋਟੋ ਚਲਾ ਦਿੱਤੀ ਹੈ। ਬਹੁਤ ਕਾਲੇ ਨੇ। ਦੇਖੋ ਜੀ ਬਾਜਵਾ ਸਾਹਿਬ, ਐਤਕੀ ਤੁਸੀਂ ਠੀਕ ਹੋ ਗਏ। ਦੈਟਸ ਸੋ ਨਾਈਸ। ਇਹਨਾਂ ਦਾ ਫੁੱਲ ਨੇਮ ਜੀ ਦੀਦਾਰ ਸਿੰਘ ਰੰਧਾਵਾ ਜੀ, ਤੇ ਦਾਰਾ ਸਿੰਘ ਰੰਧਾਵਾ ਦੇ ਤੌਰ ਤੇ ਇਹਨਾਂ ਨੇ ਫਿਰ ਸਟੂਡੀਓ ਚੰਡੀਗੜ੍ਹ ਦੇ ਵਿੱਚ ਬਣਾਇਆ ਸੀ। ਹੁਣ ਮੈਨੂੰ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈ ਜੀ। ਮੁਮਤਾਜ਼ ਦੇ ਨਾਲ ਬਹੁਤ ਫਿਲਮਾਂ ਹਿੱਟ ਹੋਈਆਂ ਜੀ। ਇਹ B ਗ੍ਰੇਡ ਦੀਆਂ ਫਿਲਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੈਸੇ ਇਹਨਾਂ ਨੂੰ ਤੇ ਮੁਮਤਾਜ਼ ਨੂੰ ਪਹਿਲਾਂ ਮਿਲਣ ਲੱਗੇ ਜੀ। ਕਈ ਲੱਖ ਰੁਪਏ ਮਿਲਣ ਲੱਗ ਪਏ ਸੀਗੇ ਜੀ ਇਹਨਾਂ ਨੂੰ ਜਦੋਂ B ਗ੍ਰੇਡ ਦੀਆਂ ਫਿਲਮਾਂ ਕਰਦੇ ਸੀਗੇ ਜੀ। ਅੱਜ ਇੰਨਾ ਹੀ ਕਾਫੀ ਜੀ। ਮੰਡੇ ਫੇਰ ਮਿਲਾਂਗੇ। ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਕਮੈਂਟਸ ਕਰਦੇ ਹੋ, ਕਾਲ ਕਰਦੇ ਹੋ। ਤੇ ਆਪਣੇ ਦਰਸ਼ਕਾਂ ਨੂੰ ਕਹਿ ਦਈਏ, ਜੇ ਬਾਈ ਚਾਂਸ ਕੋਈ ਟੈਕਨੀਕਲ ਫਾਲਟ ਆ ਜਾਂਦਾ, ਅਸੀਂ ਫੇਸਬੁੱਕ ਤੇ ਲਾਈਵ ਨਹੀਂ ਕਰ ਪਾਉਂਦੇ, ਉਹਦੇ ਲਈ ਅਸੀਂ ਮੁਆਫੀ ਵੀ ਚਾਹੁੰਦੇ ਹਾਂ। ਪਰ ਤੁਸੀਂ ਨਾਲ ਦੀ ਨਾਲ ਆਪਣੇ ਮੋਬਾਈਲ ਐਪਸ ਦੇ ਵਿੱਚ ਜਿਹੜਾ ਹਮਦਰਦ ਟੀਵੀ ਦੀ ਜਿਹੜੀ ਹੈ ਐਪ ਡਾਊਨਲੋਡ ਕਰ ਲਵੋ। ਐਂਡਰੋਇਡ ਫੋਨਸ ਦੇ ਵਿੱਚ ਵੀ ਹੈ, ਸਮਾਰਟਫੋਨਸ ਦੇ ਵਿੱਚ ਵੀ ਹੈਗੀ ਹੈ, ਸਾਰੇ ਫੋਨਸ ਦੇ ਵਿੱਚ, ਆਈਫੋਨ ਦੇ ਵਿੱਚ ਵੀ ਤੁਸੀਂ ਆਪਣੀ ਡਾਊਨਲੋਡ ਕਰ ਸਕਦੇ ਹੋ ਹਮਦਰਦ ਟੀਵੀ ਦੀ ਐਪ, ਸੋ ਦੈਟ ਕਿ ਤੁਹਾਨੂੰ ਪ੍ਰੋਗਰਾਮਸ ਤੁਸੀਂ ਮਿਸ ਨਾ ਕਰ ਪਾਓ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਹੁਣ ਸੋਮਵਾਰ ਨੂੰ ਹੋਏਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।